खुद कहना मेरी CBI की इंक्वायरी होवे करवा देने जी। 120 करोड़ की प्रॉपर्टी लैके भी उस तो बाद 2019 च मेरे ते 20 रिटां पा दिंदे आ। ਹੁਣ ਹੈਰਾਨੀ ਵਾਲੀ ਗੱਲ ਹੈ ਕਿ 120 ਕਰੋੜ ਦੀ ਪ੍ਰਾਪਰਟੀ ਕੋਈ ਆ ਮੇਜ ਤਾਂ ਹੈ ਨਹੀਂ ਕਿ ਮੇਰੇ ਘਰੇ ਛੱਡ ਆਂਦਾ ਜਾ ਕੇ। ਤੁਸੀਂ ਇਹਨਾਂ ਨੂੰ ਚਿੱਟਾ ਲਾਉਂਦਾ ਦੇਖਿਆ ਜੀਤੇ ਮੋੜ ਨੂੰ ਤੁਸੀਂ ਸ਼ਰੇਆਮ ਮੈਨੂੰ ਆਪਦੇ ਘਰੇ ਦੇਖੋ ਦੇਖਿਆ ਰਣਜੀਤ ਸਿੰਘ ਦੀ ਪ੍ਰਾਪਰਟੀ ਇਹਨੇ 1200 ਕਰੋੜ ਤੋਂ ਵੱਧ ਦੀ ਪ੍ਰਾਪਰਟੀ ਬਣਾਈ ਆ। ਨਜਾਇਜ਼ ਡਰੱਗ ਮਨੀ ਤੇ ਨਜਾਇਜ਼ ਲੋਕਾਂ ਨੂੰ ਪਰੇਸ਼ਾਨ ਕਰਕੇ ਲੋਕਾਂ ਦੀਆਂ ਪ੍ਰਾਪਰਟੀਆਂ ਖੋਹ ਕੇ ਜ਼ਿੰਦਗੀ 'ਚ 1 ਗ੍ਰਾਮ ਵੀ ਵੇਚਿਆ ਹੋਵੇ 1 ਗ੍ਰਾਮ ਵੇਚਿਆ ਹੋਵੇ ਜਾਂ ਕਿਸੇ ਸਮਗਲਰ ਦੇ ਪੈਸੇ ਹੋਣ ਜ਼ਿੰਦਗੀ 'ਚ ਮੈਂ ਆਪਣੀ ਕਦੀ ਲਾਈਫ 'ਚ ਕਦੀ ਵੀ ਸੁੱਖ ਨਾ ਪਾਵਾਂ 1 ਦਾਣਾ ਨਸੀਬ ਨਾ ਹੋਵੇ ਮੇਰੇ ਜਾਂ ਇਹ ਕਰਨ ਵਾਲਿਆਂ ਦੇ ਨਾ ਹੋਵੇ। ਹੋਰ ਇਸ ਤੋਂ ਵੱਧ ਪੁਖਤਾ ਸਬੂਤ ਕੀ ਚਾਹੀਦੇ ਆ ਕਿ 3 ਗੈਂਗਸਟਰ ਕਹਿੰਦੇ ਆ ਕਿ ਅਸੀਂ ਰਣਜੀਤ ਸਿੰਘ ਨਾਲ ਕੰਮ ਕਰਦੇ ਆ। ਇੱਕ ਇੰਟਰਨੈਸ਼ਨਲ ਸਮਗਲਰ ਕਹਿ ਰਿਹਾ ਤੇ ਖੁਦ ਰਣਜੀਤ ਸਿੰਘ ਵੀ ਕਹਿ ਰਿਹਾ ਕਿ ਮੈਂ ਉਹਦਾ ਭਾਈਵਾਲ। ਜਦੋਂ ਮੈਂ ਇਹਦੇ ਘਰ ਵਾਲੇ ਦਫ਼ਤਰ ਬੈਠਾ ਸੀ ਉੱਥੇ ਗੁਰਚਰਨ ਸਵੀਟੀ ਤੇ ਰਾਜਾ ਪਹਾੜੀਆ 2 ਗੈਂਗਸਟਰ ਸੀ ਮੁੰਡੇ ਜਿਨ੍ਹਾਂ ਨੂੰ ਉਹਨੇ ਮੇਰੇ ਸਾਹਮਣੇ 5 ਲੱਖ ਰੁਪਇਆ ਦਿੱਤਾ ਤੇ ਕਿਹਾ ਵੀ ਬਿੱਲੇ ਨੂੰ ਚੱਕ ਦਿਓ ਕੰਮ ਬਿੱਲੇ ਨੂੰ ਮਾਰ ਦਿਓ। ਮੈਂ ਇਹਨੂੰ ਕਿਹਾ ਮੈਂ ਕਿਹਾ ਰਣਜੀਤ ਸਿੰਘ ਮੈਂ ਉਹਨਾਂ ਮੁੰਡਿਆਂ ਨੂੰ ਵੀ ਕਿਹਾ ਮੈਂ ਕਿਹਾ ਕਾਕਾ ਗਲਤ ਕੰਮ ਨਾ ਕਰਿਓ ਉਹਦੇ ਕਹਿਣ ਤੇ ਮੈਂ ਇਹਨੂੰ ਵੀ ਕਿਹਾ ਰਣਜੀਤ ਸਿੰਘ ਜੇ ਤੂੰ ਗਲਤ ਕੰਮ ਕਰਾਇਆ ਮੈਂ ਪੁਲਿਸ ਨੂੰ ਦੱਸ ਦੇਣਾ। ਜਿਹੜੇ ਟਾਈਮ ਭੋਲੂ ਹਵੇਲੀਆਂ ਵਾਲਾ ਜੋ STF ਨੇ ਇਨਵੈਸਟੀਗੇਸ਼ਨ ਕੀਤੀ ਉਹ ਜੇਲ੍ਹ ਦੇ ਰਿਕਾਰਡ ਦੇ ਹਿਸਾਬ ਨਾਲ ਜਿੱਦਣ ਦਾ ਬਿਆਨਾ ਸੀ ਉਹ ਜੇਲ੍ਹ 'ਚ ਸੀ। ਸੰਦੀਪ ਨੰਗਲ ਅੰਬੀਆਂ ਇੰਟਰਨੈਸ਼ਨਲ ਕਬੱਡੀ ਖਿਡਾਰੀ ਜਿਹੜਾ ਕਿ ਪਿਛਲੇ ਕੁਝ ਮਹੀਨਿਆਂ ਪਹਿਲਾਂ ਕਤਲ ਹੋ ਗਿਆ ਸੀ ਉਹਦੇ ਬਾਰੇ ਤਾਂ ਬਹੁਤ ਚੰਗੀ ਤਰ੍ਹਾਂ ਸਾਰਾ ਪੰਜਾਬ ਹੀ ਵਾਕਫ ਸਾਰਾ ਵਰਲਡ ਹੀ ਵਾਕਫ। ਉਸ ਕਤਲ ਦੇ ਵਿੱਚ ਨਾਮਜ਼ਦ ਪਨੀਤ ਲਖਨਪਾਲ ਨਾਂ ਦਾ ਇੱਕ ਗੈਂਗਸਟਰ ਨਾਮੀ ਗੈਂਗਸਟਰ ਜਿਹੜਾ ਪੁਲਿਸ ਨੂੰ ਵਾਂਟਡ ਆ। ਉਹ ਗੈਂਗਸਟਰ ਖੁਦ ਸਿਵਲ ਕੋਰਟਸ ਕਪੂਰਥਲਾ ਦੇ ਵਿੱਚ ਅਕਵਾਲੀਆ ਬਿਆਨ ਕਰਦਾ ਕੇਸ ਕਰਦਾ ਵਾ ਕਿ ਮੈਂ ਰਣਜੀਤ ਸਿੰਘ ਨਾਲ ਕੰਮ ਕਰਦਾ। ਕਹਿੰਦਾ ਮੈਂ ਜਾਣਦਾ ਨਹੀਂ ਇਹ ਕਹਿੰਦਾ ਕਿ ਮੈਂ ਦਵਿੰਦਰ ਜਵਾਰੇ ਨੂੰ ਨਹੀਂ ਜਾਣਦਾ। ਦਵਿੰਦਰ ਜਵਾਰੇ ਨਾਲ ਇਹ ਫੋਟੋ ਬਿਆਨੇ ਵੀ ਸਾਡੇ ਕੋਲ ਪਹੁੰਚ ਗਏ ਜਿਹੜੇ 1-2 ਗੈਂਗਸਟਰਾਂ ਦੇ ਨਾਮ ਤੇ ਬਿਆਨੇ ਕੀਤੇ ਹੋਏ ਸੀ। ਕਿਹੜੇ ਗੈਂਗਸਟਰ ਸੀ? ਸੋਨੂ ਕੰਗਲਾ, ਭੋਲੂ ਹਵੇਲੀਆ, ਜਗਜੀਤ ਚਾਹਲ। ਇੱਕ ਅੱਜ ਵੀ STF ਇਹਨਾਂ ਕੋ ਮੰਗਦੀ ਆ ਮੈਂ ਥਾਂ ਚਿੱਠੀਆਂ ਦਿੰਨਾ ਕਿ ਉਹ ਪੇਪਰ ਓਰੀਜਨਲ ਕਿੱਥੇ ਆ ਲੈ ਕੇ ਆਵੇ ਚਰਨ ਸਿੰਘ। ਕਿ ਰਣਜੀਤ ਸਿੰਘ ਗੈਂਗਸਟਰਾਂ ਦਾ ਭਾਈਵਾਲ, ਉੱਚ ਪੁਲਿਸ ਅਫਸਰਾਂ ਦਾ ਭਾਈਵਾਲ, ਫਿਰ ਦਵਿੰਦਰ ਸਿੰਘ ਜਵਾਰਾ ਤੇ ਰਣਜੀਤ ਸਿੰਘ ਖੁਦ ਭਾਈਵਾਲ ਆ। ਜਦੋਂ ਕਿ ਜਵਾਰਾ ਜਿਹੜਾ ਦਵਿੰਦਰ ਸਿੰਘ ਜਵਾਰਾ ਇੰਟਰਨੈਸ਼ਨਲ ਸਮਗਲਰ ਆ। ਪ੍ਰਾਪਰਟੀ ਦੇ ਕਾਰੋਬਾਰ ਦੀ ਛਤਰਛਾਇਆ ਦੇ ਵਿੱਚ ਡਰੱਗ ਸਮਗਲਿੰਗ ਦਾ ਕੰਮ ਕਰਦਾ ਜਾਂ ਉਹਨਾਂ ਦੇ ਬੰਦਿਆਂ ਨਾਲ ਇਹਦੇ ਡਰੱਗ ਸਮਗਲਰ ਵਾਲਿਆਂ ਨਾਲ ਬਹੁਤ ਜ਼ਿਆਦਾ ਨਿੱਜੀ ਨੇੜਲੇ ਸੰਬੰਧ ਆ ਤੇ ਉਹਨਾਂ ਦੇ ਕੰਮਾਂ ਦੇ ਵਿੱਚ ਪੂਰੀ ਤਰ੍ਹਾਂ ਇਹ ਭਾਈਵਾਲ। ਜਿੱਦਾਂ ਮੈਂ ਚਰਨ ਸਿੰਘ ਨੂੰ ਵੱਢਿਆ ਸੀ ਉਦਾਂ ਹੀ ਹੁਣ ਤੈਨੂੰ ਵੱਢਾਂਗਾ। ਤੂੰ ਹਜੇ ਮੈਨੂੰ ਜਾਣਦਾ ਨਹੀਂ, ਮੈਂ ਤੇਰੇ ਸਿਰ 'ਚ ਗੋਲੀਆਂ ਮਾਰਾਂਗਾ। ਇਸ ਚੀਜ਼ ਦੇ ਉੱਤੇ ਜ਼ੋਰ ਦੇ ਕੇ ਵਾਰ-ਵਾਰ ਜੀਤੇ ਮੋੜ ਦਾ ਨਾਮ ਕਿਉਂ ਲੈ ਰਹੇ ਹੋ ਕਿ ਉਹਨੇ ਹੀ ਤੁਹਾਡੇ ਤੇ ਅਟੈਕ ਕਰਵਾਇਆ, ਜੀਤਾ ਮੋੜ ਹੀ ਇਹਦੇ ਪਿੱਛੇ ਹੈ? ਰਣਜੀਤ ਸਿੰਘ ਜੀਤੇ ਮੋੜ ਆਪ 5 ਤਰੀਕ ਨੂੰ 5 ਜਨਵਰੀ 2016 ਨੂੰ ਦੁਬਈ ਚਲੇ ਗਿਆ ਸੀ ਤੇ 7 ਤਰੀਕ ਨੂੰ ਗੈਂਗਸਟਰਾਂ ਤੋਂ ਮੇਰੇ ਤੇ ਹਮਲਾ ਕਰਵਾਤਾ ਸੀ, ਮੈਨੂੰ ਵੱਢ ਕੇ ਸਿੱਟ ਗਏ ਸੀ। ਉਸ ਇੰਸੀਡੈਂਟ ਦਾ ਜ਼ਿਕਰ ਕਰ ਰਿਹਾ ਮੈਂ ਉੱਥੋਂ ਹੀ ਮੁੰਡਾ ਨੇ ਉਹ ਸੁੱਕਾ ਗਾਲ ਮਾਰਾ ਨਹੀਂ ਮਾਰਿਆ ਜਿਹਨਾਂ ਨੇ। ਮੈਂ ਉਸੇ ਵੇਲੇ ਉਹਨੂੰ ਫੋਨ ਦਿੱਤਾ ਮੁੰਡੇ ਨੂੰ, ਮੈਂ ਮੇਰੇ ਆਉਂਦੇ ਨੂੰ ਇਹਦੇ ਫੋਨ ਖੋ ਗਿਆ ਉਹਨੂੰ ਸਵਾਦ ਲੱਤ ਬਾਹਾਂ ਧੋਣੀਆਂ ਦੀਆਂ ਬਸ ਇਸ ਤੋਂ ਬਾਅਦ ਕੁਝ ਨਾ ਕਰਿਓ। ਤੁਸੀਂ ਇੱਕ ਟਾਈਮ ਤੇ ਜੀਤੇ ਮੋੜ ਦੇ ਰਾਈਟ ਹੈਂਡ ਮੰਨੇ ਜਾਂਦੇ ਸੀ, ਤੁਸੀਂ ਉਹਨਾਂ ਦੇ ਨਾਲ ਭਾਈਵਾਲ ਸੀ, ਤੁਹਾਡੀ ਪਾਰਟਨਰਸ਼ਿਪ ਸੀਗੀ, ਤੁਸੀਂ ਕਲੋਨੀਆਂ ਇਕੱਠਿਆਂ ਨੇ ਕੱਟੀਆਂ, ਤੁਸੀਂ ਬਿਜ਼ਨਸ ਕੀਤਾ ਇਕੱਠਿਆਂ ਦਾ ਰੀਅਲ ਏਸਟੇਟ ਦਾ। ਔਰ ਇੱਕ ਟਾਈਮ ਤੋਂ ਬਾਅਦ ਤੁਹਾਡੀ ਦੁਸ਼ਮਣੀ ਪੈਦਾ ਹੁੰਦੀ ਹੈ। ਉਸ ਤੋਂ ਬਾਅਦ ਉਹ ਕਹਿੰਦੇ ਨੇ ਕਿ 2018 ਦੇ ਵਿੱਚ ਤੁਸੀਂ ਨਵਤੇਜ ਸਿੰਘ ਚੀਮਾ ਜੋ ਕਿ MLA ਸੀਗੇ ਕਾਂਗਰਸ ਤੋਂ, ਉਹਨਾਂ ਨੂੰ ਲੈ ਕੇ ਜਾਂਦੇ ਹੋ, ਰਾਜੀਨਾਮਾ ਕਰਦੇ ਹੋ। ਚੀਮੇ ਦੀ ਨੂੰ ਲੈ ਕੇ ਆਉਂਦੇ ਆ, ਚਰਨ ਸਿੰਘ ਹੋਣੀ ਮੇਰੇ ਨਾਲ ਕੰਪਰੋਮਾਈਜ਼ ਕਰਦੇ ਆ। ਉਸ ਤੋਂ ਬਾਅਦ 2019 ਚ ਮੇਰੇ ਤੇ 20 ਰਿਟਾਂ ਪਾ ਦਿੰਦੇ ਆ। ਉਹਦੇ ਵਿੱਚ ਸਾਫ਼ ਕਹਿ ਰਹੇ ਜਿਨ੍ਹਾਂ ਮੁੰਡਿਆਂ ਨੇ ਕਹਿੰਦਾ ਸੁੱਖਾ ਕਾਲਵਾ ਨੂੰ ਮਾਰਿਆ ਸੀ ਉਹਨਾਂ ਮੁੰਡਿਆਂ ਤੋਂ ਮੈਂ ਚਰਨ ਸਿੰਘ ਨੂੰ ਵਢਾਇਆ ਵਾ। ਪਰ ਤੁਸੀਂ ਇਸ ਚੀਜ਼ ਨੂੰ ਜੱਜ ਕਿਵੇਂ ਕੀਤਾ ਕਿ ਜੀਤਾ ਮੋੜ ਜੋ ਹੈ ਉਹ ਡਰੱਗ ਰੈਕਟ ਚਲਾ ਰਿਹਾ? ਅਲਪਲ ਬਿੱਲੇ ਸੁਪਾਰੀ ਤੇ ਮੇਰੇ ਸਾਹਮਣੇ ਦਿੱਤੀ। ਅਨਿਲਪਾਲ ਬਿੱਲੇ ਦੀ ਸੁਪਾਰੀ ਤੁਹਾਡੇ ਸਾਹਮਣੇ ਦਿੱਤੀ ਹੈ? ਬਿਲਕੁਲ। ਇਹਦੇ ਤੇ ਪਰਚਾ ਦਰਜ ਹੋਇਆ, ਕੋਰਟ ਨੂੰ ਇਹਨੇ ਜਾਲੀ ਰਸੀਦਾਂ ਬਣਾ ਕੇ ਦਿੱਤੀਆਂ ਜੀ। ਸਰੋਜ ਧੀਰ ਨਾਮ ਦੀ ਲੇਡੀ ਜਿਸ ਦਾ ਇਹਨੇ ਕਤਲ ਕਰਵਾ ਦਿੱਤਾ। ਸੁਲਤਾਨਪੁਰ ਲੋਧੀ ਦੇ ਵਿੱਚ ਇੱਕ ਮਹਿਲਾ ਦਾ ਕਤਲ ਹੋਇਆ ਸੀਗਾ, ਲੇਕਿਨ ਜਿਸ ਮਹਿਲਾ ਦਾ ਤੁਸੀਂ ਜ਼ਿਕਰ ਕਰਦੇ ਪਏ ਹੋ ਔਰ ਤੁਸੀਂ ਇਲਜ਼ਾਮ ਲਗਾ ਰਹੇ ਹੋ ਜੀਤੇ ਮੋੜ ਦੇ ਉੱਤੇ, ਇਹ ਜਦੋਂ ਮੈਂ ਉਹਨਾਂ ਕੋਲੋਂ ਸਵਾਲ ਕੀਤਾ ਉਹ ਉਹਨਾਂ ਨੇ ਕਿਹਾ ਕਿ ਤੁਸੀਂ ਸਿਰਫ ਦੋਸ਼ ਲਗਾ ਰਹੇ ਆ, ਵਾਸੂ ਪਾਠਕ ਸਿਰਫ ਇਲਜ਼ਾਮ ਲਗਾ ਰਿਹਾ, ਉਹਦੇ ਕੋਲ ਕੋਈ ਸਬੂਤ ਨਹੀਂ ਹੈ, ਕੋਈ ਐਵੀਡੈਂਸ ਨਹੀਂ। ਸਬੂਤ ਹੈ ਜੀ। ਉਸ ਗਵਾਹੀ ਨੂੰ ਲੈ ਕੇ ਇਹਨਾਂ ਨੇ ਮੇਰੇ ਭਰਾ ਨੂੰ ਬਹੁਤ ਜ਼ਿਆਦੀਆਂ ਧਮਕੀਆਂ ਦੇਣੀਆਂ ਸ਼ੁਰੂ ਕੀਤੀਆਂ। ਮੇਰੇ ਭਰਾ ਨੇ ਜਦੋਂ ਹਟੇ ਜ਼ਿਆਦਾ ਧਮਕੀਆਂ ਦਿੱਤੀਆਂ ਇਹਨਾਂ ਨੇ। ਮੇਰਾ ਭਰਾ ਜਿਹੜਾ ਕਪੂਰਥਲੇ SSP ਸਾਹਿਬ ਨੂੰ ਥੱਲੇ ਵਾਲੇ ਅਫਸਰਾਂ ਨੂੰ ਸਾਰਿਆਂ ਨੂੰ ਮਾਰਿਆ, ਕੰਪਲੇਂਟਾਂ ਕੀਤੀਆਂ ਕਿ ਮੈਨੂੰ ਬਚਾਓ ਵੀ ਇਹ ਮੈਨੂੰ ਮਾਰਨ ਦੀਆਂ ਧਮਕੀਆਂ ਦੇ ਰਿਹਾ, ਮੈਨੂੰ ਇਹਨਾਂ ਨੇ ਮਾਰ ਦੇਣਾ ਆ, ਮੇਰੇ ਨਿੱਕੇ ਨਿੱਕੇ ਬੱਚੇ ਆ, ਮੇਰਾ ਪਰਿਵਾਰ ਆ, ਮੈਨੂੰ ਇਹਨਾਂ ਨੇ ਮਾਰ ਦੇਣਾ, ਮੈਨੂੰ ਬਚਾਇਆ ਜਾਵੇ। ਪਰ ਪੁਲਿਸ ਨੇ ਕੋਈ ਇਸ ਚੀਜ਼ ਤੇ ਗੌਰ ਨਹੀਂ ਕੀਤਾ ਤੇ ਇਹਨਾਂ ਨੇ ਲਾਸਟ 2020 ਨੂੰ
3/5/2020 ਨੂੰ ਮੇਰੇ ਭਰਾ ਬਲਕਾਰ ਸਿੰਘ ਮੰਤਰੀ ਦਾ ਕਤਲ ਕਰਵਾਤਾ। ਜਿਸ ਤਰ੍ਹਾਂ ਉਹਨੇ ਪਹਿਲਾਂ ਮੀਤ ਤੇ ਹਮਲਾ ਕਰਾਇਆ, ਉਸ ਤੋਂ ਬਾਅਦ ਅਨੰਦਪਾਲ ਬਿੱਲੇ ਦਾ ਕਤਲ ਕਰਵਾਇਆ, ਜੋਤੀ ਚੌਂਕ ਵਾਲਿਆਂ ਜੋਤੀ ਚੌਂਕ ਵਾਲੇ ਦਾ। ਜਿਸ ਤਰ੍ਹਾਂ ਵੀ ਉਹਦਾ ਝਗੜਾ ਪੈਦਾ ਹੁੰਦਾ ਉਹਨੂੰ ਮਰਵਾਉਂਦਾ ਹੀ ਉਦੋਂ ਉਹਦਾ। ਜਾਂ ਸਾਡੇ ਅਕਾਊਂਟਸ 'ਚ ਆਇਆ ਤੇ ਫਿਰ ਹੋਵੇ, ਉਹ ਸਾਡੇ ਅਕਾਊਂਟਸ 'ਚ ਆਇਆ ਹੋਊਗਾ 5 ਕਰੋੜ 72 ਲੱਖ ਰੁਪਏ ਉੱਡ ਕੇ ਤੇ ਕਿਤੇ ਚਲੇ ਨਹੀਂ ਜਾਣਾ, ਸਾਨੂੰ ਮਿਲ ਨਹੀਂ ਜਾਣਾ ਕਿਸੇ ਤਰੀਕੇ ਨਾਲ। ਅਸੀਂ ਇਹੋ ਜਿਹਾ ਕੋਈ ਵੀ ਨਾ ਤਾਂ ਉਹਨਾਂ ਨੂੰ ਕੋਈ ਥ੍ਰੈਟ ਕੀਤਾ, ਨਾ ਸਾਨੂੰ ਕਦੀ ਕੋਈ ਪੈਸਾ ਮਿਲਿਆ। ਡੀਐਸਪੀ ਸਾਹਿਬ ਨੇ ਤਾਂ ਮੈਨੂੰ ਇਹ ਵੀ ਦੱਸਿਆ ਜੀ, ਬਿਮਲ ਕਾਂਤ ਪਤਾ ਨਹੀਂ ਕਿੰਨੇ ਲੱਖ ਰੁਪਏ ਦੀ ਉਹਨਾਂ ਨੂੰ ਆਫਰ ਕਰਕੇ ਆਏ ਜੀ। 8 ਲੱਖ ਰੁਪਈਆ ਕਹਿੰਦਾ ਸਾਡੇ ਤੋਂ ਲੈ ਲਓ, ਲੇਕਿਨ ਪਰਚਾ ਦਰਜ ਨਾ ਕਰਿਓ। ਵੱਖ-ਵੱਖ ਕਲੋਨੀਆਂ ਦਾ ਹਿਸਾਬ ਮਨੀਸ਼ ਆਪਣੇ ਲੈਪਟਾਪ ਤੇ ਰੱਖਦਾ ਸੀ। ਤੁਸੀਂ ਕੋਈ ਲੈਜਰ ਨਹੀਂ ਸਾਂਭਦੇ ਸੀਗੇ ਜੀਤੇ ਮੋੜ ਦੀ? ਨਹੀਂ ਬਿਲਕੁਲ ਨਹੀਂ। ਪਰ ਜਿਹੜੀ ਪਟੀਸ਼ਨ ਦੇ ਵਿੱਚ ਜ਼ਿਕਰ ਕੀਤਾ ਹੋਇਆ ਹੈ ਕਿ ਉਹਦੇ 'ਚ ਤਾਂ ਤੁਹਾਡਾ ਜ਼ਿਕਰ ਹੈਗਾ ਕਿ ਤੁਹਾਡੇ ਕੋਲ ਕੋਈ ਲੈਜਰ ਸੀਗੀ। ਨਹੀਂ ਲੈਜਰ, ਔਰ ਜੋ ਮੀਡੀਆ ਰਿਪੋਰਟਸ ਹੈਗੀਆਂ ਨੇ ਉਹਦੇ ਵਿੱਚ ਵੀ ਇਸ ਚੀਜ਼ ਦਾ ਜ਼ਿਕਰ ਹੈਗਾ। ਨਹੀਂ ਬਿਲਕੁਲ। ਤੁਸੀਂ ਤਾਂ ਨਾਲ ਰਹੇ ਹੋ, ਪਿੱਛੋਂ ਕੀ ਬਿਜ਼ਨਸ ਰਿਹਾ ਇਹਨਾਂ ਦਾ ਔਰ ਤੁਹਾਨੂੰ ਲੱਗਦਾ? ਉਹ ਇਹਨਾਂ ਦੇ ਫਾਦਰ ਦੀ ਤਕਰੀਬਨ 2.5 ਤੋਂ 3 ਕਿੱਲੇ ਜ਼ਮੀਨ ਸੀ। 2005 ਤੋਂ ਪਹਿਲਾਂ ਇਹਦੇ ਕੋਲ ਕੋਈ ਵੱਡੀ ਪ੍ਰਾਪਰਟੀ ਨਹੀਂ ਸੀ। ਪਿਛਲੇ ਦਿਨੀ ਰਣਜੀਤ ਸਿੰਘ ਉਰਫ ਜੀਤਾ ਮੌੜ ਨੇ ਸਾਡੇ ਅਦਾਰੇ ਦੇ ਨਾਲ ਗੱਲਬਾਤ ਕਰਦਿਆਂ ਇੱਕ ਇੰਟਰਵਿਊ ਦੇ ਦੌਰਾਨ ਇਹ ਦੱਸਿਆ ਸੀਗਾ ਕਿ ਜਿਸ ਤਰੀਕੇ ਦੇ ਨਾਲ ਉਹਨਾਂ ਦੇ ਉੱਤੇ ਇਲਜ਼ਾਮ ਲਗਾਏ ਜਾ ਰਹੇ ਨੇ ਉਹ ਬੇਬੁਨਿਆਦ ਹੈ ਤੇ ਝੂਠੇ ਹੈ। ਔਰ ਜੋ ਇਹ ਇਲਜ਼ਾਮ ਲਗਾ ਰਹੇ ਨੇ ਉਹ ਠੱਗ ਲੋਕ ਨੇ, ਉਹ ਬਲੈਕਮੇਲ ਕਰਦੇ ਆ ਤੇ ਜੀਤੇ ਮੋੜ ਦੇ ਕੋਲੋਂ ਉਹ ਪੈਸਿਆਂ ਦੀ ਡਿਮਾਂਡ ਕਰਦੇ ਆ। ਪੈਸੇ ਵੀ ਕਰੋੜਾਂ ਦੇ ਵਿੱਚੋਂ ਡਿਮਾਂਡ ਕਰਦੇ ਪਏ ਆ। ਜੀਤੇ ਮੋੜ ਨੇ ਕਿਹਾ ਕਿ ਉਹਨਾਂ ਦੇ ਖਿਲਾਫ ਸਾਜ਼ਿਸ਼ ਰਚੀ ਜਾ ਰਹੀ ਹੈ, ਛੜਯੰਤਰ ਰਚਿਆ ਜਾ ਰਿਹਾ ਹੈ। ਉਹ ਲੋਕ ਕੌਣ ਨੇ ਜਿਨ੍ਹਾਂ ਤੋਂ ਜੀਤੇ ਮੋੜ ਨੂੰ ਡਰ ਹੈ ਔਰ ਜੀਤਾ ਮੋੜ ਲਗਾਤਾਰ ਇਹ ਇਲਜ਼ਾਮ ਲਗਾ ਰਿਹਾ ਕਿ ਉਹ ਉਹਨਾਂ ਨੂੰ ਠੱਗਣ ਦੀ ਕੋਸ਼ਿਸ਼ ਕਰਦੇ ਪਏ ਹੈ। ਵਾਸੂ ਪਾਠਕ, ਚਰਨ ਸਿੰਘ, ਉਹ ਸਭ ਸਾਡੇ ਨਾਲ ਸਟੂਡੀਓ ਦੇ ਵਿੱਚ ਇਸ ਵਕਤ ਮੌਜੂਦ ਨੇ। ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਔਰ ਇਹ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ਸੱਚਾਈ ਕੀ ਹੈ, ਹਕੀਕਤ ਕੀ ਹੈ ਔਰ ਜੀਤੇ ਮੋੜ ਵੱਲੋਂ ਜੋ ਇਲਜ਼ਾਮ ਲਗਾਏ ਗਏ ਆ, ਜੋ ਦੋਸ਼ ਮੜੇ ਗਏ ਆ ਉਹਨਾਂ ਦੇ ਉੱਤੇ, ਵਾਸੂ ਪਾਠਕ ਤੇ ਚਰਨ ਸਿੰਘ ਜੀ ਦੇ ਉੱਤੇ, ਉਹਨਾਂ ਦੇ ਪਿੱਛੇ ਹਕੀਕਤ ਕੀ ਹੈ। ਸਰ ਪਹਿਲੇ ਤਾਂ ਬਹੁਤ-ਬਹੁਤ ਸਵਾਗਤ ਹੈ ਤੁਹਾਡੇ ਸਾਰਿਆਂ ਦਾ ਸਟੂਡੀਓ ਦੇ ਵਿੱਚ। ਤੁਸੀਂ ਠੱਗ ਹੋ, ਬਲੈਕਮੇਲ ਕਰਦੇ ਹੋ ਲੋਕਾਂ ਨੂੰ, ਤੁਸੀਂ ਕਰੋੜਾਂ ਦੀ ਡਿਮਾਂਡ ਕਰਦੇ ਪਏ ਹੋ ਜੀਤੇ ਮੋੜ ਦੇ ਕੋਲੋਂ। ਇਹ ਇਲਜ਼ਾਮ ਲਗਾਏ ਗਏ ਆ ਤੁਹਾਡੇ ਤੇ ਵਾਸੂ ਪਾਠਕ ਦੇ ਉੱਤੇ ਕਿ ਹਾਂ ਤੁਸੀਂ ਕਰੋੜਾਂ ਰੁਪਇਆ ਉਹਨਾਂ ਦੇ ਕੋਲੋਂ ਠੱਗਣਾ ਚਾਹੁੰਦੇ ਹੋ। ਸ਼ੁਕਰੀਆ ਜੀ ਸਾਨੂੰ ਉੱਥੇ ਮੌਕਾ ਦੇਣ ਦਾ ਤੁਹਾਡੇ ਵੱਲੋਂ ਬਹੁਤ ਚੈਨਲ ਤੇ। ਥੈਂਕਸ ਹੈ ਜੀ। ਅਸੀਂ ਸੱਚਾਈ ਬਿਆਨ ਕਰਨਾ ਚਾਹੁੰਦੇ ਸੀ, ਜਿਹੜਾ ਮੌਕਾ ਮਿਲਿਆ। ਇਸ ਤਰ੍ਹਾਂ ਜੀ ਕਿ ਜਿਹੜਾ ਠੱਗ ਹੁੰਦਾ ਉਹਨੂੰ ਬਾਕੀ ਸਾਰੇ ਠੱਗ ਨਜ਼ਰ ਆਉਂਦੇ ਆ। ਅਸੀਂ ਨਾ ਤਾਂ ਜੀਤੇ ਨਾਲ ਕੋਈ ਠੱਗੀ ਮਾਰੀ ਆ, ਲੇਕਿਨ ਉਹਨੇ ਸੈਂਕੜਿਆਂ ਦੇ ਹਿਸਾਬ ਨਾਲ ਲੋਕਾਂ ਨਾਲ ਠੱਗੀ ਮਾਰੀ ਆ। ਸੈਂਕੜਿਆਂ ਦੇ ਮਤਲਬ ਲੋਕ ਉਹ ਤੋਂ ਪੀੜਤ ਨੇ ਇਸ ਵਕਤ। ਤੁਸੀਂ ਆਪਣਾ ਦੱਸੋ, ਤੁਹਾਡੇ ਕੋਲ ਮੈਂ ਸਵਾਲ ਕਰ ਰਿਹਾ। ਉਹਨਾਂ ਨੇ ਸਾਫ਼ ਤੌਰ ਤੇ ਕਿਹਾ ਹੈ ਕਿ ਤੁਸੀਂ ਉਹਨਾਂ ਨੂੰ ਰਿਟਾਂ ਪਾ ਕੇ ਹਾਈ ਕੋਰਟ ਦੇ ਵਿੱਚ ਉਹਨਾਂ ਦੇ ਖਿਲਾਫ ਮੁਕੱਦਮੇ ਦਰਜ ਕਰਵਾਏ ਆ। ਉਹਨਾਂ ਨੂੰ ਇਸ ਕਰਕੇ ਤੁਸੀਂ ਉਹਨਾਂ ਨੂੰ ਫਸਾਉਣ ਦੀ ਕੋਸ਼ਿਸ਼ ਕਰ ਰਹੇ ਹੋ ਕਿਉਂਕਿ ਉਹ ਇੱਕ ਤਗੜੇ ਬਿਜ਼ਨਸਮੈਨ ਹੈ ਔਰ ਬਿਜ਼ਨਸਮੈਨ ਦੇ ਕੋਲ ਪੈਸੇ ਤਾਂ ਹੁੰਦੇ ਹੀ, ਸਾਰਿਆਂ ਨੂੰ ਪਤਾ। ਔਰ ਉਹ ਤੁਸੀਂ ਇੱਕ ਰਸਤਾ ਤਿਆਰ ਕਰ ਰਹੇ ਹੋ, ਇਖਤਿਆਰ ਕਰ ਰਹੇ ਹੋ ਜਿਹਦੇ ਨਾਲ ਤੁਸੀਂ ਉਹਨਾਂ ਦੇ ਕੋਲੋਂ ਕਰੋੜਾਂ ਰੁਪਇਆ ਠੱਗ ਸਕਦੇ ਹੋ। ਇਹ ਸਰਾਸਰ ਝੂਠ ਹੈ ਜੀ। ਇਹ ਗੱਲ ਉਹ ਸਾਬਤ ਕਰੇ ਵੀ ਅਸੀਂ ਉਹਨੂੰ ਕਦੋਂ ਬਲੈਕਮੇਲ ਕੀਤਾ, ਕਦੋਂ ਉਹਦੇ ਕੋਲ ਪੈਸਿਆਂ ਦੀ ਡਿਮਾਂਡ ਕੀਤੀ, ਕਦੋਂ ਅਸੀਂ ਉਹਨੂੰ ਕੀਤਾ। ਅਸੀਂ ਤਾਂ ਇੱਕ ਸੱਚਾਈ ਦੀ ਲੜਾਈ ਲੜ ਰਹੇ ਹਾਂ ਜਿਹਦੇ ਲੋਕ ਇਸ ਤੋਂ ਪਰੇਸ਼ਾਨ ਨੇ। ਇੱਦਾਂ ਹੀ ਇੱਕ ਨਰਿੰਦਰ ਸਿੰਘ ਨਾਮ ਦਾ NRI ਮੇਰੇ ਕੋਲ ਆਇਆ। ਉਹਨੇ ਮੈਨੂੰ ਦੱਸਿਆ ਆ ਕੇ ਵੀ 32 ਕਰੋੜ ਰੁਪਏ ਦੀ ਠੱਗੀ, ਮੇਰੀ ਜ਼ਮੀਨ ਝੂਠੀ ਪਾਵਰ ਆਫ ਅਟਾਰਨੀ ਯੂਜ਼ ਕਰਕੇ ਆਪਣੀ ਕੰਪਨੀ ਦੇ ਨਾਮ ਕਰਾਈ ਗਈ। ਉਹਨੇ DGP ਦਫ਼ਤਰ ਦੇ ਵਿੱਚ ਦਰਖਾਸਤ ਦਿੱਤੀ। ਡਾਕੂਮੈਂਟ ਮੇਰੇ ਕੋਲ ਨੇ, ਮੈਂ ਤੁਹਾਨੂੰ ਦਿਖਾ ਸਕਦਾ ਵਾਂ। ਨਰਿੰਦਰ ਸਿੰਘ ਦੀ ਦਰਖਾਸਤ ਹੈ ਜੀ, ਜਾਲੀ ਅਟਾਰਨੀ ਬਣੀ। ਇੱਕ ਮਿੰਟ ਵਾਸੋ ਜੀ, ਚਰਨ ਜੀ ਸ਼ੁਰੂ ਤੋਂ ਸ਼ੁਰੂਆਤ ਕਰਦੇ ਹਾਂ। ਤੁਸੀਂ ਇੱਕ ਟਾਈਮ ਤੇ ਜੀਤੇ ਮੋੜ ਦੇ ਰਾਈਟ ਹੈਂਡ ਮੰਨੇ ਜਾਂਦੇ ਸੀ, ਤੁਸੀਂ ਉਹਨਾਂ ਦੇ ਨਾਲ ਭਾਈਵਾਲ ਸੀ, ਤੁਹਾਡੀ ਪਾਰਟਨਰਸ਼ਿਪ ਸੀਗੀ, ਤੁਸੀਂ ਕਲੋਨੀਆਂ ਇਕੱਠਿਆਂ ਨੇ ਕੱਟੀਆਂ, ਤੁਸੀਂ ਬਿਜ਼ਨਸ ਕੀਤਾ ਇਕੱਠਿਆਂ ਦਾ, ਰੀਅਲ ਏਸਟੇਟ ਦਾ। ਔਰ ਇੱਕ ਟਾਈਮ ਤੋਂ ਬਾਅਦ ਤੁਹਾਡੀ ਦੁਸ਼ਮਣੀ ਪੈਦਾ ਹੁੰਦੀ ਹੈ। ਉਸ ਤੋਂ ਬਾਅਦ ਉਹ ਕਹਿੰਦੇ ਨੇ ਕਿ 2018 ਦੇ ਵਿੱਚ ਤੁਸੀਂ ਨਵਤੇਜ ਸਿੰਘ ਚੀਮਾ ਜੋ ਕਿ MLA ਸੀਗੇ ਕਾਂਗਰਸ ਤੋਂ, ਉਹਨਾਂ ਨੂੰ ਲੈ ਕੇ ਜਾਂਦੇ ਹੋ, ਰਾਜੀਨਾਮਾ ਕਰਦੇ ਹੋ। ਉਸ ਤੋਂ ਬਾਅਦ ਤੁਸੀਂ ਦੁਬਾਰਾ ਉਹਨਾਂ ਦੀ ਪਿੱਠ ਤੇ ਵਾਰ ਕੀਤਾ ਔਰ ਉਸ ਤੋਂ ਬਾਅਦ ਤੁਸੀਂ ਉਹਨਾਂ ਨੂੰ ਇਹਨਾਂ ਮੁਕੱਦਮਿਆਂ ਦੇ ਵਿੱਚ ਫਸਾਇਆ। ਮੈਂ ਜਾਣਨਾ ਚਾਹੁੰਦਾ, ਦਰਸ਼ਕ ਜਾਣਨਾ ਚਾਹੁੰਦੇ ਆ ਕਿਉਂਕਿ ਹਕੀਕਤ ਕੀ ਹੈ ਇਹਦੀ ਪੜਤਾਲ ਕਰਨੀ ਸਾਡਾ ਵੀ ਇੱਕ ਫਰਜ਼ ਬਣਦਾ ਕਿਉਂਕਿ ਜੀਤਾ ਮੋੜ ਸਾਡੇ ਸਟੂਡੀਓ ਦੇ ਵਿੱਚ ਆ ਕੇ ਇੰਟਰਵਿਊ ਦੇ ਕੇ ਗਏ ਆ। ਕਿਵੇਂ ਤੁਸੀਂ ਉਹਨਾਂ ਦੇ ਕਨੈਕਸ਼ਨ ਦੇ ਵਿੱਚ ਆਏ, ਰਿਸ਼ਤਾ ਕਿਵੇਂ ਜੁੜਿਆ, ਤਾਲੁਕਾਤ ਕੀ ਸੀ? ਇਸ ਤਰ੍ਹਾਂ ਜੀ ਮੈਂ ਦੱਸਣਾ ਚਾਹੁੰਦਾ ਕਿ 2010 ਦੇ ਵਿੱਚ ਰਣਜੀਤ ਸਿੰਘ ਨੇ ਇੱਕ ਮੋਤੀ ਕਲੋਨੀ ਨਾਂ ਦੀ ਇੱਕ ਕਲੋਨੀ ਸੁਲਤਾਨਪੁਰ ਦੇ ਨਾਲ ਲੱਗਦੇ ਪਿੰਡ ਆਲਾਦਾਰ ਦੇ ਕੋਈ ਕੱਟੀ ਸੀ। ਮੇਰੀ ਵੀ ਇੱਕ ਛੋਟੀ ਜਿਹੀ ਕਲੋਨੀ ਗੁਰੂ ਨਾਨਕ ਕਲੋਨੀ ਉੱਥੇ ਪਹਿਲਾਂ ਕੱਟੀ ਹੋਈ ਸੀ। ਕਰਨੈਲ ਸਿੰਘ ਮਿਰਜ਼ਾਪੁਰ ਨਾਂ ਦਾ ਇੱਕ
ਪ੍ਰਾਪਰਟੀ ਡੀਲਰ ਮੇਰੇ ਪਲਾਟ ਵੀ ਵੇਚਦਾ ਹੁੰਦਾ ਸੀ ਤੇ ਰਣਜੀਤ ਸਿੰਘ ਜੀਤੇ ਦੇ ਪਲਾਟ ਵੀ ਵੇਚਦਾ ਸੀ। ਇਹ ਤੁਸੀਂ ਸੁਲਤਾਨਪੁਰ ਲੋਧੀ ਦੀ ਗੱਲ ਕਰ ਰਹੇ ਹੋ? ਬਿਲਕੁਲ ਸੁਲਤਾਨਪੁਰ ਲੋਧੀ ਦੀ ਗੱਲ ਕਰ ਰਹੇ ਹਾਂ। ਤਾਂ ਉਸ ਦੌਰਾਨ ਰਣਜੀਤ ਸਿੰਘ ਨੇ ਇੱਕ ਨਵੀਂ ਜ਼ਮੀਨ ਜਿਹੜੀ ਕਿ ਅੱਜ ਕੱਲ੍ਹ ਬੇਈ ਇਨਕਲੇਵ ਦੇ ਨਾਂ ਤੇ ਮਸ਼ਹੂਰ ਆ ਕਲੋਨੀ, ਉਹ ਜ਼ਮੀਨ ਖਰੀਦੀ ਸੀ 15-16 ਏਕੜ ਦੇ ਕਰੀਬ। ਉਸ ਜ਼ਮੀਨ ਲਈ ਰਣਜੀਤ ਸਿੰਘ ਨੂੰ ਇੱਕ ਪਾਰਟਨਰ ਦੀ ਭਾਲ ਸੀ। ਰਣਜੀਤ ਸਿੰਘ ਨੇ ਕਰਨੈਲ ਸਿੰਘ ਨਾਲ ਗੱਲ ਕੀਤੀ। ਕਰਨੈਲ ਸਿੰਘ ਨੇ ਮੇਰਾ ਨਾਂ ਸੁਝਾਇਆ ਕਿ ਉਹਦੀ ਰੈਪੂਟੇਸ਼ਨ ਬਹੁਤ ਵਧੀਆ, ਤੁਸੀਂ ਉਹਨਾਂ ਨਾਲ ਭਾਈਵਾਲ ਕਰ ਲਓ। ਕਰਨੈਲ ਸਿੰਘ ਹੁਣੀ ਇਹਨਾਂ ਨੂੰ ਲੈ ਕੇ ਮੇਰੇ ਕੋਲ ਨਕੋਦਰ ਗਏ। ਮੈਂ ਉਸ ਦਿਨ ਨਕੋਦਰ ਸੀ। ਨਕੋਦਰ ਬੈਠ ਕੇ ਇਹਨਾਂ ਨੇ ਮੈਨੂੰ ਕਿਹਾ ਕਿ ਆਪਾਂ ਭਾਈਵਾਲੀ ਕਰ ਲਈਏ, ਤੇ ਮੈਂ ਵੀ ਇਹਨੂੰ ਇੱਕ ਚੰਗਾ ਬਿਜ਼ਨਸਮੈਨ ਸਮਝਦਾ ਆਇਆ, ਇਹਦੇ ਨਾਲ ਭਾਈਵਾਲੀ ਲਈ ਤਿਆਰ ਹੋ ਗਿਆ। ਉੱਥੋਂ ਸਾਡੀ ਸ਼ੁਰੂਆਤ ਹੁੰਦੀ ਹੈ 2010 ਦੇ ਵਿੱਚ। 2010 ਤੋਂ ਅੱਗੇ ਮੇਰਾ ਇਹਦੇ ਨਾਲ ਇੱਕ ਕਲੋਨੀ ਵਿੱਚ ਭਾਈਵਾਲੀ ਸੀ, ਬੇਈ ਇਨਕਲੇਵ ਦੇ ਵਿੱਚ। ਉਸ ਦੌਰਾਨ ਹੀ ਮੇਰਾ ਇਹਦੇ ਨਾਲ ਕੋਈ ਮਹੀਨੇ 'ਚ 1-2 ਵਾਰੀ 3 ਵਾਰੀ ਰਾਬਤਾ ਹੁੰਦਾ ਸੀ। ਲੇਕਿਨ ਜਦੋਂ ਕਦੇ ਮੈਂ ਆਉਂਦਾ ਜਾਂਦਾ ਸੀ ਇਹਦੇ ਘਰੇ ਮਹੀਨੇ 'ਚ 1-2 ਵਾਰੀ, ਤਾਂ ਉਸ ਦੌਰਾਨ ਪਰਸ਼ੋਤਮ ਸੋਂਢੀ ਨਾਂ ਦਾ ਇੱਕ ਬੰਦਾ ਵੀ ਇਹਦੇ ਕੋਲ ਆਉਂਦਾ ਜਾਂਦਾ ਹੁੰਦਾ ਸੀ। ਜਗਜੀਤ ਚਾਹਲ, ਜਿਹਨੂੰ ਕਿ ਚਾਹਲ ਸਾਹਿਬ ਕਹਿ ਕੇ ਬੁਲਾਉਂਦਾ ਸੀ, ਉਹ ਵੀ ਆਉਂਦੇ ਹੁੰਦੇ ਸੀ। ਉਸ ਦੌਰਾਨ ਹੀ ਪਰਸ਼ੋਤਮ ਸੋਂਢੀ ਫੜਿਆ ਜਾਂਦਾ। ਜਦੋਂ ਉਹਦੇ ਬਾਰੇ ਮੈਂ ਅਖਬਾਰਾਂ 'ਚ ਛਪਿਆ ਦੇਖਦਾ, ਤਾਂ ਮੈਂ ਇਹਨੂੰ ਪੁੱਛਿਆ ਵੀ ਇਹ ਬੰਦਾ ਤਾਂ ਆਪਣੇ ਕੋਲ ਆਉਂਦਾ ਹੁੰਦਾ ਸੀ, ਤੁਹਾਡੇ ਕੋਲ ਇਹ ਕੌਣ ਆ? ਆਂਦਾ ਜੀ ਆਪਾਂ ਨੂੰ ਕੀ ਲੱਗੇ, ਉਹਨਾਂ ਦਾ ਕੰਮ ਕੋਈ ਹੋਰ ਹੋਊਗਾ। ਉਹ ਪਰਸ਼ੋਤਮ ਸੋਂਢੀ ਡਰੱਗ ਸਮਗਲਿੰਗ 'ਚ ਫੜਿਆ ਜਾਂਦਾ, ਜਿਸ 'ਚ ਉਹਨੂੰ ਤਕਰੀਬਨ 10 ਸਾਲ ਦੀ ਕੈਦ ਹੁੰਦੀ ਆ। ਫਿਰ ਉਸ ਤੋਂ ਬਾਅਦ ਮੈਨੂੰ ਇਹ 2011 ਦੇ ਵਿੱਚ ਆਪਣੀ ਪਹਿਲਾਂ ਚੱਲ ਰਹੀ ਕੰਪਨੀ ਗ੍ਰੇਟ ਗ੍ਰੀਨ ਬਿਲਡ ਇੰਡੀਆ ਪ੍ਰਾਈਵੇਟ ਲਿਮਟਿਡ ਦੇ ਵਿੱਚ ਬਤੌਰ ਡਾਇਰੈਕਟਰ ਸ਼ਾਮਲ ਹੋਣ ਲਈ ਕਹਿੰਦਾ, ਤਾਂ ਮੈਂ ਸਹਿਮਤੀ ਦੇ ਦੇਣਾ, ਮੈਨੂੰ ਬਤੌਰ ਡਾਇਰੈਕਟਰ ਸ਼ਾਮਲ ਕਰ ਲੈਂਦਾ। 2013 ਦੇ ਵਿੱਚ ਇਹ ਮੈਨੂੰ ਕੰਪਨੀ ਦੇ ਵਿੱਚ ਭਾਈਵਾਲੀ ਕਰਨ ਲਈ ਇਹਨੇ ਨਿਮੰਤਰਣ ਕੀਤਾ ਵੀ ਜੇ ਤੂੰ ਭਾਈਵਾਲੀ ਚਾਹੁੰਦਾ ਤਾਂ ਕਰ ਲਾ। ਮੈਂ 2013 ਦੇ ਵਿੱਚ ਇਹਦੀ ਕੰਪਨੀ ਦੇ ਵਿੱਚ 35% ਦਾ ਭਾਈਵਾਲ ਬਣ ਜਾਂਦਾ। ਤਕਰੀਬਨ 1.5 ਕਰੋੜ ਰੁਪਈਆ ਮੈਂ ਹੋਰ ਵੀ ਇਨਵੈਸਟ ਕਰਦਾ ਬਾਅਦ ਦੇ ਵਿੱਚ ਕੰਪਨੀ ਦੇ ਵਿੱਚ। ਵਾਈਟ ਮਤਲਬ ਬਕਾਇਦਾ ਮੇਰਾ ਬੈਂਕਾਂ ਦੇ ਥਰੂ ਪੈਸਾ ਗਿਆ ਹੈ। 2013 ਦੇ ਵਿੱਚ ਜਗਜੀਤ ਚਾਹਲ ਵੀ ਫੜਿਆ ਜਾਂਦਾ, ਜਿਹੜਾ ਕਿ ਇਹਦੇ ਕੋਲ 5-5 6-6 ਗਨਮੈਨ ਲੈ ਕੇ ਆਉਂਦਾ ਹੁੰਦਾ ਸੀ। ਉਸ ਬਾਰੇ ਵੀ ਮੈਂ ਜਦੋਂ ਇਹਨੂੰ ਦਰਿਆਤ ਕੀਤਾ ਕਿ ਇਹ ਕੀ ਬਾਜਰਾ ਵਾ, ਉਹਦਾ ਜੀ ਉਹ ਕਿਤੇ ਆਪਦਾ ਕੰਮ ਪੁੱਠਾ ਸਿੱਧਾ ਕਰਦੇ, ਆਪਾਂ ਨੂੰ ਪਤਾ ਨਹੀਂ ਸੀ ਇਹਦੇ ਬਾਰੇ 'ਚ। ਲੇਕਿਨ ਬੋਲੋ 2013 ਦੇ ਐਂਡ ਤੱਕ ਆਉਂਦਿਆਂ 14 ਦੇ ਮੈਨੂੰ ਇਹਦੀਆਂ ਸਰਗਰਮੀਆਂ 'ਤੇ ਬਹੁਤ ਜ਼ਿਆਦਾ ਸ਼ੱਕ ਪੈਦਾ ਹੋਣਾ ਸ਼ੁਰੂ ਹੋ ਗਿਆ ਵੀ ਇਹ ਬੰਦਾ ਪ੍ਰੋਪਰਟੀ ਦੇ ਕਾਰੋਬਾਰ ਦੀ ਛਤਰਛਾਇਆ ਦੇ ਵਿੱਚ ਡਰੱਗ ਸਮਗਲਿੰਗ ਦਾ ਕੰਮ ਕਰਦਾ, ਜਾਂ ਉਹਨਾਂ ਦੇ ਬੰਦਿਆਂ ਨਾਲ ਇਹਦੇ ਡਰੱਗ ਸਮਗਲਰ ਵਾਲਿਆਂ ਨਾਲ ਬਹੁਤ ਜ਼ਿਆਦਾ ਨਿੱਜੀ ਨੇੜਲੇ ਸੰਬੰਧ ਆ, ਅਤੇ ਉਹਨਾਂ ਦੇ ਕੰਮਾਂ ਦੇ ਵਿੱਚ ਪੂਰੀ ਤਰ੍ਹਾਂ ਇਹ ਭਾਈਵਾਲ ਆ। ਇਸ ਤਰ੍ਹਾਂ ਸਾਡੀ ਸ਼ੁਰੂਆਤ। ਜਦੋਂ ਮੈਂ ਇੰਟਰਵਿਊ ਕੀਤੀ ਉਹਨਾਂ ਦੇ ਨਾਲ, ਜੀਤੇ ਮੋੜ ਦੇ ਨਾਲ, ਮੈਂ ਉਹਨਾਂ ਕੋਲੋਂ ਇਹ ਸਵਾਲ ਕੀਤਾ ਸੀਗਾ, ਕਿਉਂਕਿ ਤੁਸੀਂ ਤੁਹਾਡੀ ਰਿਟ ਪਟੀਸ਼ਨ ਦੇ ਵਿੱਚ ਇੱਕ ਲੈਜਰ ਦਾ ਵੀ ਬਹੁਤ ਜ਼ਿਕਰ ਚੱਲਦਾ ਹੈਗਾ। ਤੁਸੀਂ ਇੱਕ ਲੈਜਰ ਮੇਨਟੇਨ ਕਰਦੇ ਸੀਗੇ, ਉਹਦੇ 'ਚ ਖਾਤੇ ਮੇਨਟੇਨ ਕਰਦੇ ਸੀਗੇ, ਉਹਦੇ 'ਚ ਅਫਸਰਾਂ ਦੇ ਨਾਮ ਵੀ ਸੀਗੇ, ਔਰ ਉਹ ਲੈਜਰ ਜਿਹੜੀ ਹੈਗੀ ਹੈ ਉਹਦੇ ਆਧਾਰ ਦੇ ਉੱਤੇ ਤੁਸੀਂ ਹੁਣ ਜੋ ਹੈ ਰਿਟ ਵੀ ਫਾਈਲ ਕੀਤੀ ਹੈ ਜੀਤੇ ਮੋੜ ਦੇ ਖਿਲਾਫ। ਪਰ ਉਹਨਾਂ ਨੇ, ਜੀਤੇ ਮੋੜ ਨੇ ਇਨਕਾਰ ਕੀਤਾ ਇਸ ਚੀਜ਼ ਤੋਂ, ਕਹਿੰਦੇ ਕਿ ਇਸ ਤਰੀਕੇ ਦੀ ਕੋਈ ਲੈਜਰ ਨਹੀਂ ਸੀਗੀ, ਇਹ ਸਿਰਫ ਇੱਕ ਬੇਬੁਨਿਆਦ ਗੱਲਾਂ ਨੇ। ਇਸ ਤਰ੍ਹਾਂ ਜੀ ਕਿ ਜਿਹੜਾ ਰਣਜੀਤ ਸਿੰਘ ਜੀਤੇ ਦੇ ਅਕਾਊਂਟਸ ਦਾ ਕੰਮ ਸਾਰਾ ਹੀ ਮਨੀਸ਼ ਕੁਮਾਰ ASI ਦੇਖਦਾ ਸੀ। ਆਪਣੀ ਗੱਲ ਇੱਥੇ ਆਣ ਕੇ ਖਤਮ ਹੋਈ ਸੀ ਕਿ 2013-14 'ਚ ਮੈਨੂੰ ਇਹ ਆਭਾਸ ਹੋਣਾ ਸ਼ੁਰੂ ਹੋ ਗਿਆ ਸੀ ਕਿ ਰਣਜੀਤ ਸਿੰਘ ਜਿਹੜਾ ਉਹ ਗਲਤ ਕੰਮਾਂ ਦੇ ਵਿੱਚ ਇਨਵੋਲਵ ਹੈ। ਤਾਂ ਮੈਂ ਰਣਜੀਤ ਸਿੰਘ ਨਾਲ ਆਪਣਾ ਮੇਲ ਮਿਲਾਪ ਘਟਾਉਣਾ ਸ਼ੁਰੂ ਕਰ ਦਿੱਤਾ ਸੀ। ਕੋਈ ਲੈਜਰ ਦੀ ਗੱਲ ਅੱਗੇ ਆਏਗੀ ਇੱਥੇ। ਅੱਛਾ। ਤਾਂ ਜਦੋਂ ਮੈਂ ਰਣਜੀਤ ਸਿੰਘ ਨੂੰ 2015 ਦੇ ਸ਼ੁਰੂ 'ਚ 2014 ਦੇ ਐਂਡ 'ਚ 2-3 ਵਾਰੀ ਕਿਹਾ ਕਿ ਮੇਰਾ ਹਿਸਾਬ ਕਰਦੇ, ਮੈਂ ਹੁਣ ਜ਼ਿਆਦਾ ਲੰਮਾ ਸਮਾਂ ਤੇਰੇ ਨਾਲ ਕੰਮ ਨਹੀਂ ਕਰ ਸਕਦਾ। 7-8 ਕਲੋਨੀਆਂ ਉਦੋਂ ਤੱਕ ਅਸੀਂ ਸਾਂਝੀਆਂ ਪਾਈਆਂ ਹੋਈਆਂ ਸੀ। ਤਾਂ ਰਣਜੀਤ ਸਿੰਘ, ਕਿਉਂਕਿ ਕਲੋਨੀਆਂ ਦਾ ਕੁਝ ਕੰਮ ਇਸ ਤਰ੍ਹਾਂ ਹੁੰਦਾ ਪ੍ਰਾਪਰਟੀ ਦਾ ਕਿ ਏਡੀ ਜਲਦੀ ਇਹਨੂੰ ਵੰਡਣਾ ਵੀ ਬੜਾ ਔਖਾ, ਤੇ ਰਣਜੀਤ ਸਿੰਘ ਵੀ ਲਿੰਗਰ ਆਨ ਕਰਨ ਦੀ ਕੋਈ ਕੋਸ਼ਿਸ਼ ਇਹੋ ਜਿਹਾ ਪੁਆਇੰਟ ਤਾਂ ਆਇਆ ਹੋਏਗਾ ਨਾ ਜਿੱਥੇ ਤੁਹਾਨੂੰ ਲੱਗਿਆ ਹੋਏਗਾ ਕਿ ਹੁਣ ਤਾਂ ਛੱਡ ਦੇਣਾ ਚਾਹੀਦਾ ਸਾਥ, ਰਿਸ਼ਤਾ ਤੋੜ ਕੇ ਬਾਹਰ ਹੋ ਜਾਣਾ ਚਾਹੀਦਾ। ਕੋਈ ਇਹੋ ਜਿਹਾ ਕੋਈ ਪੁਆਇੰਟ ਆਇਆ ਸੀਗਾ ਤੁਹਾਡੇ ਉਦੋਂ ਦਾ ਰਿਸ਼ਤਾ? ਮੈਨੂੰ ਆਭਾਸ ਹੋ ਗਿਆ ਸੀ ਕਿ ਮਤਲਬ ਡਰੱਗ ਸਮਗਲਿੰਗ ਦੇ ਵਿੱਚ ਇਨਵੋਲਵ ਆ, ਵੱਡੇ ਵੱਡੇ ਪੁਲਿਸ ਅਫਸਰਾਂ ਨਾਲ ਦੇ ਸੰਬੰਧ ਆ, ਉਹ ਵੀ ਪੈਸੇ ਇਹਦੇ ਕੋਲ ਕਦੇ ਉਹਨਾਂ ਦੇ ਬੰਦੇ ਆਉਂਦੇ ਸੀ, ਪੈਸੇ ਦੇ ਜਾਂਦੇ ਸੀ। ਜਿਸ ਤਰ੍ਹਾਂ ਸੋਨੂ ਕੰਗਲੇ ਦੇ ਪੈਸੇ ਪਰਸ਼ੋਤਮ ਕਦੀ ਪੈਸੇ ਲੈ ਕੇ ਆਉਂਦਾ ਸੀ, ਕਦੀ ਟੈਚੀ ਭਰ ਕੇ ਕੋਈ ਚੀਜ਼ ਲੈ ਜਾਂਦਾ ਸੀ। ਮਤਲਬ ਜਦੋਂ ਇਹਦੇ ਕੋਲ ਮੈਂ ਹੁੰਦਾ ਸੀ ਕੋਈ 24 ਘੰਟੇ ਤੇ ਮੈਂ ਇਹਦੇ ਕੋਲ ਹੁੰਦੀ ਸੀ। ਸੋਨੂ ਕੰਗਲਾ ਜੋ ਗੈਂਗਸਟਰ ਸਾਬਕਾ ਨੂੰ ਗੈਂਗਸਟਰਵਾਦ ਦੇ ਵਿੱਚ ਉਹਨਾਂ ਦਾ ਨਾਮ ਬਹੁਤ ਉੱਚਾ ਹੈਗਾ ਸੋਨੂ ਕੰਗਲੇ ਦਾ, ਤੁਸੀਂ ਉਹਦੀ ਜ਼ਿਕਰ ਕਰ ਰਹੇ, ਤੁਸੀਂ ਪਰਸ਼ੋਤਮ ਸੋਂਧੀ ਨੂੰ ਤੁਸੀਂ ਕਹਿ ਰਹੇ ਹੋ ਕਿ ਸੋਨੂ ਕੰਗਲੇ ਦੇ ਨਾਲ ਉਹਨਾਂ ਦਾ ਤਾਲੁਕਾਤ ਸੀ। ਬਿਲਕੁਲ।
ਪਰ ਤੁਸੀਂ ਇਸ ਚੀਜ਼ ਨੂੰ ਜੱਜ ਕਿਵੇਂ ਕੀਤਾ ਕਿ ਜੀਤਾ ਮੋੜ ਜੋ ਹੈ ਉਹ ਡਰੱਗ ਰੈਕਟ ਚਲਾ ਰਿਹਾ? ਦੇਖੋ ਡਰੱਗ ਰੈਕਟ ਜਦੋਂ ਉਹ ਬੰਦੇ ਜਿਹੜੇ ਬੰਦੇ ਫਸਦੇ ਜਾ ਰਹੇ ਸੀ, ਜਦੋਂ ਬੰਦਾ ਕੋਈ ਫਸ ਜਾਂਦਾ ਸੀ, ਮੈਂ ਤਾਂ ਬਹੁਤਾ ਪਹਿਲਾਂ ਇਸ ਲਾਈਨ ਦਾ ਮੈਨੂੰ ਨੌਲੇਜ ਨਹੀਂ ਸੀ ਵੀ ਡਰੱਗ ਸਮਗਲਿੰਗ ਵਾਲਾ ਸਿਸਟਮ ਕੀ ਆ, ਪਰ ਜਦੋਂ ਇਹਦੇ ਕੋਲ ਆਉਣ ਵਾਲੇ ਬੰਦੇ ਅਖਬਾਰਾਂ 'ਚ ਮੈਂ ਪੜ੍ਹਦਾ ਸੀ ਵੀ ਫੜੇ ਗਏ ਆ, ਫਿਰ ਮੈਨੂੰ ਜਜਮੈਂਟ ਹੋਈ ਕਿ ਇਹ ਬੰਦਾ ਇਹਨਾਂ ਕੰਮਾਂ 'ਚ ਇਨਵੋਲਵ ਆ, ਤੇ ਫਿਰ ਖੁਦ ਵੀ ਡਰੱਗ ਲੈਣ ਲੱਗ ਪਿਆ ਸੀ। ਪਰ ਹਾਂ, ਇਹਦੇ ਤੇ ਮੈਂ ਸਵਾਲ ਕਰਦਾ, ਲੇਕਿਨ ਮੇਰਾ ਇੱਕ ਸਵਾਲ ਹੋਰ ਹੈਗਾ। ਤੁਸੀਂ ਕਹਿੰਦੇ ਹੋ ਕਿ ਇਹਨਾਂ ਦੇ ਕੋਲ ਪੁਰਸ਼ੋਤਮ ਸੋਂਦੀ ਵੀ ਆਉਂਦੇ ਸੀਗੇ, ਇਹਨਾਂ ਦੇ ਕੋਲ ਚਹਿਲ ਸਾਹਿਬ ਵੀ ਆ ਰਹੇ ਸੀਗੇ, ਇਹਨਾਂ ਕੋਲ ਤਰ੍ਹਾਂ ਤਰ੍ਹਾਂ ਦੇ ਲੋਕ ਆ ਰਹੇ ਸੀਗੇ, ਪਰ ਉਹ ਜੇ ਇਸ ਚੀਜ਼ ਦਾ ਖੰਡਨ ਕਰਨ, ਉਹ ਜੇ ਖਾਰਜ ਕਰਨ ਤੁਹਾਡੇ ਜੋ ਵੀ ਤੁਸੀਂ ਉਹਨਾਂ ਤੇ ਇਲਜ਼ਾਮ ਲਗਾ ਰਹੇ ਹੋ ਦੁਬਾਰਾ, ਉਹ ਤਾਂ ਇਹ ਵੀ ਕਹਿ ਸਕਦੇ ਹੈਗੇ ਨੇ ਕਿ ਜੀ ਮੇਰਾ ਤੇ ਰੀਅਲ ਏਸਟੇਟ ਦਾ ਕੰਮ ਸੀਗਾ, ਮੇਰੇ ਕੋਲ ਤਰ੍ਹਾਂ ਤਰ੍ਹਾਂ ਦੇ ਲੋਕ ਆਉਂਦੇ ਸੀਗੇ, ਮੈਂ ਪ੍ਰਾਪਰਟੀਆਂ ਵੇਚਦਾ ਸੀਗਾ, ਇਸ ਕਰਕੇ ਉਹ ਲੋਕ ਮੇਰੇ ਕੋਲ ਆ ਰਹੇ ਸੀ ਜਾ ਰਹੇ ਸੀ। ਜੇ ਉਹ ਗਲਤ ਹੁੰਦੇ ਤਾਂ ਸ਼ਾਇਦ ਨਾਲ ਦੀ ਨਾਲ ਉਹਨਾਂ ਦਾ ਵੀ ਨਾਮ ਆ ਜਾਂਦਾ, ਜਿਸ ਤਰੀਕੇ ਦੇ ਨਾਲ ਜਗਜੀਤ ਚਹਿਲ ਤੇ ਬਾਕੀ ਸਭ ਫੜੇ ਗਏ। ਬੁਲਾਈ ਆ ਪੁਲਿਸ ਨੇ? ਨਹੀਂ, ਇਹਨੂੰ ਵੀ ਪੁਲਿਸ ਬੁਲਾਉਂਦੀ ਰਹੀ ਹੈ ਉਹਨਾਂ ਦਿਨਾਂ 'ਚ, ਜਦੋਂ ਜਗਜੀਤ ਚਹਿਲ ਵੀ ਫੜ ਹੋਇਆ ਵਾ, ਜਦੋਂ ਪੁਰਸ਼ੋਤਮ ਸੋਂਦੀ ਵੀ ਫੜ ਹੋਇਆ, ਇਹਨਾਂ ਨੂੰ ਵੀ ਪੁਲਿਸ ਨੇ ਬੁਲਾਇਆ ਸੀ ਇਨਵੈਸਟੀਗੇਸ਼ਨ ਲਈ। ਪਰ ਇਹਦੇ ਸੈੱਲ ਹੀ ਇੰਨੇ ਜ਼ਿਆਦੇ ਆ ਪੁਲਿਸ ਦੇ ਵਿੱਚ, ਇਹਦੇ ਅਫਸਰ 5-7 ਸੀਨੀਅਰ ਅਫਸਰ ਜਿਹੜੇ ਆ ਉਹ ਇਹਦੇ ਕੰਮਾਂ 'ਚ ਭਾਈਵਾਲ, ਉਹ ਹਰ ਵਾਰੀ ਇਹਨੂੰ ਬਚਾ ਲੈਂਦੇ ਆ ਬੋਲੋ, ਕਿਉਂਕਿ ਉਹਨਾਂ ਦਾ ਪੈਸਾ ਇਨਵੋਲਵ ਆ। ਇੱਥੋਂ ਤੱਕ ਇਹਨਾਂ ਕਿ ਉਹਨਾਂ ਅਫਸਰਾਂ ਨੇ 2 ਬੰਦੇ ਪੱਕੇ ਤੌਰ ਤੇ ਅਨਆਫੀਸ਼ੀਅਲੀ, ਮਨੀਸ਼ ਕੁਮਾਰ ਪੁੱਤਰ ਹੰਸਰਾਜ ਤੇ ਜਗਦੀਸ਼ ਸਿੰਘ, ਦੋਨੋਂ ASI ਨੇ, ਪਿੰਡ ਉੱਗੀ ਤੋਂ ਨੇ, ਕਾਲੇ ਸਿੰਘਾਂ ਦੇ 3 ਕਿਲੋਮੀਟਰ ਦੂਰ ਪਿੰਡ ਆ, ਉਹ ਪੱਕੇ ਤੌਰ ਤੇ ਇਹਦੇ ਨਾਲ ਅਪਾਇੰਟ ਕੀਤੇ ਹੋਏ ਹਿਸਾਬ ਕਿਤਾਬ ਰੱਖਣ ਲਈ। ਪਰ ਜਦੋਂ ਮੈਂ ਉਹਨਾਂ ਕੋਲੋਂ ਇਹ ਸਵਾਲ ਕੀਤਾ ਸੀਗਾ ਕਿ ਉਹਨਾਂ ਦੇ ਨਾਲ ਜੋ ਉਹਨਾਂ ਦੇ ASI ਸੀਗੇ ਮਨੀਸ਼ ਕੁਮਾਰ, ਉਹ ਸਾਰੇ ਖਾਤੇ ਸਾਂਭਦੇ ਪਏ ਸੀਗੇ, ਉਹਨਾਂ ਨੂੰ ਕੱਲੇ ਬੰਦੇ ਦਾ ਪਤਾ ਸੀਗਾ, ਔਰ ਜੋ ਵੀ ਡੀਲਿੰਗ ਹੁੰਦੀ ਸੀਗੀ ਜਾਂ ਸਮਾਨ ਕੋਈ ਦੇ ਕੇ ਆਣਾ ਜਾਂ ਲੈ ਕੇ ਆਣਾ, ਜਿਸ ਤਰੀਕੇ ਦੇ ਰਿਟ ਪਟੀਸ਼ਨ ਦੇ ਵਿੱਚ ਤੁਸੀਂ ਚੀਜ਼ ਦਾ ਜ਼ਿਕਰ ਕੀਤਾ ਹੋਇਆ ਮਨੀਸ਼ ਕੁਮਾਰ ਤੇ ਇੱਕ ਹੋਰ ASI ਦਾ ਜ਼ਿਕਰ ਕੀਤਾ, ਉਹ ਕਹਿੰਦੇ ਕਿ ਇਦਾਂ ਦੀ ਕੋਈ ਗੱਲ ਹੀ ਨਹੀਂ ਹੈਗੀ ਹੈ ਤੇ ਨਾ ਹੀ ਮੈਂ ਕੁਝ ਇਦਾਂ ਦਾ ਕੀਤਾ। ਮੈਂ ਇੱਥੇ ਬੋਲਾਂਗਾ ਜੀ, ਮਨੀਸ਼ ਦੇ ਹੱਥ ਦਸਤਖਤ ਹਿਸਾਬ ਕੀਤਾ ਹੋਇਆ ਕਲੋਨੀਆਂ ਦਾ, ਉਹਦੇ ਥੱਲੇ ਮਨੀਸ਼ ਦੇ ਦਸਤਖਤ, ਇਹਨਾਂ ਦੇ ਦਸਤਖਤ ਮੇਰੇ ਕੋਲ ਪਏ ਨੇ ਜੀ, ਮੈਂ ਦਿਖਾ ਸਕਦਾ ਮੈਂ ਜੀ। ਪਰ ਉਹ ਵਾਸੂ ਜੀ, ਮਨੀਸ਼ ਸਾਰਾ ਹਿਸਾਬ ਕਰਦਾ ਸੀਗਾ। ਪਰ ਵਾਸੂ ਜੀ ਉਹ ਕਹਿੰਦੇ ਹੈਗੇ ਨੇ ਕਿ ਤੁਸੀਂ ਇਦਾਂ ਦੇ ਜਾਲੀ ਡਾਕੂਮੈਂਟਸ ਜਿਹੜੇ ਹੈਗੇ ਤਿਆਰ ਕਰ ਲੈਂਦੇ ਹੋ, ਜਾਲੀ ਸਾਈਨ ਕਰਵਾ ਲੈਂਦੇ ਹੋ, ਸਭ ਕੁਝ ਜਾਲੀ ਚੱਲਦਾ ਪਿਆ ਤੁਹਾਡਾ। ਰਿਟ ਪਟੀਸ਼ਨਾਂ ਵੀ ਉਹ ਕਹਿੰਦੇ ਕਿ ਜਿਹੜੀ ਤੁਸੀਂ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਲਗਾਉਂਦੇ ਹੋ, ਉਹਦੇ 'ਚ ਵੀ ਜਿਹੜੇ ਡਾਕੂਮੈਂਟਸ ਤੁਸੀਂ ਲਗਾਏ ਉਹ ਜਾਲੀ ਨੇ, ਇਹਦੇ 'ਚ ਕਿੰਨੀ ਹਕੀਕਤ ਹੈ? ਜਾਲੀ ਤਾਂ ਇਹ ਤਿਆਰ ਕਰਦਾ ਜੀ, ਇਹਦੇ ਤੇ ਪਰਚਾ ਦਰਜ ਹੋਇਆ, ਕੋਰਟ ਨੂੰ ਇਹਨੇ ਜਾਲੀ ਰਸੀਦਾਂ ਬਣਾ ਕੇ ਦਿੱਤੀਆਂ ਜੀ, ਕੋਰਟ ਨੂੰ, ਸੈਸ਼ਨ ਕੋਰਟ ਜਲੰਧਰ, ਸੈਸ਼ਨ ਕੋਰਟ ਜਲੰਧਰ ਦੇ ਵਿੱਚ, ਨਕੋਦਰ ਦੇ ਵਿੱਚ ਇੱਕ ਇਸ ਸਟੋਰੀ ਨੂੰ ਦੱਸਣ ਲਈ 2 ਮਿੰਟ ਦਾ ਟਾਈਮ ਲੱਗੇਗਾ। ਜੀ ਜੀ 2008 ਸਾਲ ਦੇ ਵਿੱਚ ਰਣਜੀਤ ਸਿੰਘ ਨੇ ਲੋਹੀਆਂ ਵਿਖੇ ਮਲਸੀਆਂ ਰੋਡ ਦੇ ਉੱਤੇ ਮੌੜ ਕਲੋਨੀ ਨਾਂ ਦੀ ਕਲੋਨੀ, ਇੱਕ 4 ਏਕੜ ਜ਼ਮੀਨ ਖਰੀਦ ਕੇ ਕੱਟੀ, ਜਿਹੜੀ ਜ਼ਮੀਨ ਦੇ ਮਾਲਕ ਮਹਾਰਾਜ ਵਾਲੇ ਤੋਂ ਸ਼ੰਕਰ ਸਿੰਘ ਵਗੈਰਾ ਦੇ ਫਾਦਰ ਹੋਣੀ ਸੀ। ਉਸ ਜ਼ਮੀਨ ਦੇ ਵਿੱਚ ਰਣਜੀਤ ਸਿੰਘ ਨੇ ਉਹਨਾਂ ਨਾਲ ਤਕਰੀਬਨ 7 ਕਰੋੜ ਰੁਪਏ ਦੀ ਠੱਗੀ ਮਾਰੀ। ਠੱਗੀ ਮਾਰਨ ਦਾ ਤਰੀਕਾ ਇਹ ਸੀ ਕਿ ਰਣਜੀਤ ਸਿੰਘ ਨੇ ਇੱਕ ਜ਼ਮੀਨ ਸ਼ਾਹਕੋਟ ਦੇ ਨੇੜੇ 35 ਏਕੜ ਦਾ ਜਾਲੀ ਬਿਆਨਾ ਤਿਆਰ ਕਰਕੇ ਉਹਨਾਂ ਨੂੰ ਬਿਆਨਾ ਕਰ ਦਿੱਤਾ। ਉਹਨਾਂ ਕੋਲੋਂ ਉਸ 4 ਏਕੜ ਕਮਰਸ਼ੀਅਲ ਜ਼ਮੀਨ ਦੀ ਰਜਿਸਟਰੀ ਕਰਾ ਲਈ, ਲੇਕਿਨ ਜਿਹੜੀ ਜ਼ਮੀਨ ਉਹਨਾਂ ਨੂੰ ਦਿੱਤੀ ਸੀ ਐਗਰੀਕਲਚਰ, ਉਹ ਜ਼ਮੀਨ ਤੋਂ ਬਾਅਦ ਵਿੱਚ ਰਣਜੀਤ ਸਿੰਘ ਮੁੱਕਰ ਗਿਆ ਕਿ ਜਿਨ੍ਹਾਂ ਤੋਂ ਮੈਂ ਜ਼ਮੀਨ ਖਰੀਦੀ ਆ ਉਹ ਬੰਦੇ ਮੁੱਕਰ ਗਏ ਹਨ। ਇਸ ਤਰ੍ਹਾਂ ਉਹਨਾਂ ਨਾਲ 7 ਕਰੋੜ ਰੁਪਏ ਦੀ ਠੱਗੀ ਮਾਰੀ। ਉਸ ਤੋਂ ਬਾਅਦ ਰਣਜੀਤ ਸਿੰਘ ਨੇ ਜਦੋਂ ਉਹਨਾਂ ਅਦਾਲਤ 'ਚ ਕੇਸ ਹੋ ਕੇਸੀ ਹੋਏ ਤਾਂ ਰਣਜੀਤ ਸਿੰਘ ਨੇ ਉਸ 7 ਕਰੋੜ ਦੀਆਂ ਜਾਲੀ ਰਸੀਦਾਂ ਬਣਾ ਕੇ ਕੋਰਟ 'ਚ ਪੇਸ਼ ਕਰ ਦਿੱਤੀਆਂ ਕਿ ਮੈਂ ਪੈਸੇ ਸਾਰੇ ਦੇ ਚੁੱਕਾ ਹਾਂ, ਲੇਕਿਨ ਕੋਰਟ ਨੇ ਜਦੋਂ ਉਹਦੀ ਫੋਰੈਂਸਿਕ ਜਾਂਚ ਕਰਾਈ ਤਾਂ ਰਸੀਦਾਂ ਜਾਲੀ ਨਿਕਲੀਆਂ, ਕਿਉਂਕਿ ਉਹਨਾਂ ਦੇ ਸਾਈਨ ਜਿਹੜੇ ਸਕੈਨ ਨਾਲ ਚੱਕੇ ਹੋਏ ਸੀ। ਤਾਂ ਜਾਲੀ ਡਾਕੂਮੈਂਟ ਰਣਜੀਤ ਸਿੰਘ ਤਿਆਰ ਕਰਦਾ, ਉਹਨੂੰ ਇਹ ਮਹਾਰਤ ਆ ਪੂਰੀ। ਇਸੇ ਤਰ੍ਹਾਂ ਹੀ ਇੱਕ ਮਹਿਤਪੁਰ ਵਿਖੇ ਗ੍ਰੀਨ ਸਿਟੀ ਮਹਿਤਪੁਰ ਨਾਂ ਦੀ ਕਲੋਨੀ ਨੇ ਆਪਣੇ ਕਰਿੰਦੇ ਮੰਗਲ ਸਿੰਘ ਦੇ ਨਾਂ ਤੇ ਕੱਟੀ ਹੋਈ ਆ, ਜਿਹਦੀ ਬਿਆਨਾ ਇਹ ਜਾ ਕੇ ਇੰਗਲੈਂਡ ਵਿੱਚ ਕਰਕੇ ਆਇਆ। ਗੁਰਦਿਆਲ ਸਿੰਘ ਤੇ ਗੁਰਬਖਸ਼ ਸਿੰਘ 2 ਭਰਾ ਸੀ, ਉਹਨਾਂ ਦੀ ਜ਼ਮੀਨ ਸੀ, ਲੇਕਿਨ ਇੱਥੇ ਆਣ ਕੇ ਉਹਨਾਂ ਨੂੰ ਸਿਰਫ 50 ਲੱਖ ਰੁਪਇਆ ਦਿੱਤਾ। ਇੱਥੇ ਆਣ ਕੇ ਜਾਲੀ ਟੌਰਨੀ ਬਣਾ ਕੇ ਉਹਨਾਂ ਦੀ ਜ਼ਮੀਨ ਦੀ ਰਜਿਸਟਰੀ ਕਰਾ ਕੇ ਸਾਰੀ ਜ਼ਮੀਨ ਕਲੋਨੀ ਦੇ ਰੂਪ 'ਚ ਵੇਚ ਵੀ ਦਿੱਤੀ। ਲੇਕਿਨ ਜਦੋਂ ਉਹ ਬੰਦੇ ਤੋਂ ਨਿਆਂ ਲੈਣ ਲਈ ਪੰਜਾਬ ਆਏ ਤਾਂ ਇਹਨੇ ਆਪਣੇ ਕਿਸੇ ਮਿੱਤਰ DSP ਨੂੰ ਕਹਿ ਕੇ ਉਹਨਾਂ ਨੂੰ ਧਮਕਾਇਆ ਕਿ ਮੈਂ ਤੁਹਾਡੇ ਤੇ ਕਬੂਤਰਬਾਜੀ ਦਾ ਪਰਚਾ ਦਰਜ ਕਰ ਦੇਣਾ। ਤਾਂ ਉਹ ਡਰਦੇ ਮਾਰੇ ਵਾਪਸ ਚਲੇ ਗਏ ਇੰਗਲੈਂਡ। ਉਹ ਮੁੜ ਕੇ ਅੱਜ ਤੱਕ ਵਾਪਸ ਹੀ ਨਹੀਂ ਆਏ। ਇਸ ਤਰ੍ਹਾਂ ਉਹਨਾਂ ਦੀ ਤਕਰੀਬਨ 7 ਕਰੋੜ ਦੀ ਜ਼ਮੀਨ ਦੀ ਜਾਲੀ ਰਜਿਸਟਰੀ ਕਰਾ ਗਿਆ। ਜਾਲੀ ਡਾਕੂਮੈਂਟ ਤਿਆਰ ਕਰਨ ਦੇ ਵਿੱਚ ਇਹਦੀ ਮਹਾਰਤ ਆ। ਕਮੇਟੀ ਦਾ ਮੰਗਲ ਸਿੰਘ ਇਹਦੇ ਪਿੰਡ ਦਾ ਬੰਦਾ ਵਾ, ਉਹਦੇ ਨਾਂ ਤੇ ਉਹ ਜ਼ਮੀਨ ਜਿੱਥੇ ਇਹਨੇ ਜਾਲੀ ਟੌਰਨੀ ਬਣਾ ਕੇ ਜ਼ਮੀਨ ਦੀ ਰਜਿਸਟਰੀ ਕਰਾਈ। ਵਾਸੂ ਜੀ, ਚਰਨ ਸਿੰਘ ਜੀ ਤਾਂ ਜੇ ਸਮਝ ਆਉਂਦੀ ਹੈਗੀ ਹੈ ਕਿ ਇਹ ਕਿਸੇ ਟਾਈਮ ਤੇ ਜੀਤੇ ਮੋੜ ਦੇ ਪਾਰਟਨਰ ਸੀਗੇ, ਇਕੱਠੇ ਕੰਮ ਕਰ ਰਹੇ ਸੀਗੇ। ਹਾਂਜੀ, ਇਹ ਸਾਰੀ ਪੂਰੀ ਕਹਾਣੀ ਦੇ ਵਿੱਚ, ਇਸ ਸਿਲਸਿਲੇ ਦੇ ਵਿੱਚ ਵਾਸੂ ਪਾਠਕ ਨਾਮ ਕਿੱਥੋਂ ਆ ਕੇ ਜੁੜ ਗਿਆ ਨਾਲ? ਵਾਸੂ ਪਾਠਕ ਨਾਮ ਇਦਾਂ ਜੁੜਿਆ ਜੀ, ਇਹ ਸਾਰੇ ਵਿਕਟਮ ਸੀਗੇ ਜੀ ਉਹਦੇ, ਚਰਨ ਸਿੰਘ ਵੀ ਤੇ ਸ਼ੰਕਰ ਸਿੰਘ ਵੀ
ਤੇ ਹੋਰ ਵੀ ਕਈ, ਨਰਿੰਦਰ ਸਿੰਘ ਵੀ, ਤੀਰਥ ਸਿੰਘ ਵੀ, ਹਜੇ ਬਟਾਲੇ ਦੇ ਵਿੱਚ 34-35 ਬੰਦੇ ਹੋਰ ਨੇ ਜਿਹਦਾ ਉਹ ਵੀ ਪ੍ਰੈਸ ਕਾਨਫਰੰਸ ਕਰਨਾ ਚਾਹੁੰਦੇ ਆ, ਉਹ ਵੀ ਤੁਹਾਡੇ ਕੋਲ ਬਹੁਤ ਜਲਦੀ ਆਣਗੇ ਜੀ। ਹੋਇਆ ਇਹ ਜੀ, ਨਰਿੰਦਰ ਸਿੰਘ ਮੇਰੇ ਕੋਲ ਆਇਆ ਵੀ ਮੇਰੇ ਨਾਲ 32 ਕਰੋੜ ਦੀ ਠੱਗੀ ਹੋ ਗਈ। ਨਰਿੰਦਰ ਸਿੰਘ ਨੂੰ ਮੈਂ ਕਿਹਾ ਵੀ ਐਡੇ ਵੱਡੇ ਅਫਸਰ ਨੇ ਪੰਜਾਬ ਦੇ ਵਿੱਚ, ਤੂੰ ਡੀਜੀਪੀ ਸਾਹਿਬ ਨੂੰ ਇੱਕ ਕੰਪਲੇਂਟ ਕਰ। ਉਹਨੇ ਇੱਕ ਕੰਪਲੇਂਟ ਕੀਤੀ, ਕਾਪੀ ਮੇਰੇ ਕੋਲ ਪਈ ਹੈ ਜੀ, ਤੁਹਾਨੂੰ ਮੈਂ ਦਿਖਾਈ ਵੀ ਸੀ। ਨਰਿੰਦਰ ਸਿੰਘ ਨੇ? ਨਰਿੰਦਰ ਸਿੰਘ ਇਹ ਕਿੱਥੋਂ ਦੇ ਰਹਿਣ ਵਾਲੇ ਆ? NRI ਹੈ ਜੀ, ਇਹ ਯੂਕੇ ਦਾ ਰਹਿਣ ਵਾਲਾ ਵਾ ਜੀ। ਇਹਨਾਂ ਦੀ ਜ਼ਮੀਨ ਭਰਾਗਪੁਰ ਵਿਖੇ ਜਲੰਧਰ ਸੀ। ਉਹ ਤੁਹਾਡੇ ਕੋਲ ਉਹਨਾਂ ਨੇ ਅਪਰੋਚ ਕੀਤੀ? ਹਾਂਜੀ। ਉਸ ਤੋਂ ਬਾਅਦ ਇਹਨੂੰ ਨਰਿੰਦਰ ਸਿੰਘ ਨੇ ਤੁਹਾਡੇ ਕੋਲ ਕਿਉਂ ਅਪਰੋਚ ਕੀਤੀ? ਇਹ ਦਰਬਾਰ ਸਾਡੇ ਉੱਥੇ ਆਏ ਸੀਗੇ ਜੀ, ਜਿਸ ਦਰਬਾਰ ਦੀ ਮੈਂ ਗੱਲ ਕੀਤੀ ਜਿੱਥੇ ਸਾਡੇ ਫੋਰ ਫਾਦਰਸ ਦਾ ਚੱਲਿਆ ਆ ਰਿਹਾ ਜੀ, ਉਹ ਉੱਥੇ ਦੁਖੀ ਲੋਕ ਆਂਦੇ ਨੇ। ਤੁਸੀਂ ਨਰਿੰਦਰ ਸਿੰਘ ਤੋਂ ਨਾਲ ਜਦੋਂ ਤੁਹਾਡੀ ਮੁਲਾਕਾਤ ਹੋਈ, ਉਸ ਤੋਂ ਪਹਿਲਾਂ ਤੁਸੀਂ ਜੀਤੇ ਮੋੜ ਦੇ ਨਾਲ ਕਦੀ ਗੱਲਬਾਤ ਹੋਈ ਤੁਹਾਡੀ, ਜਾਂ ਤੁਸੀਂ ਕਿਸ ਸੰਪਰਕ, ਉਹ ਕੀ ਕਨੈਕਸ਼ਨ ਸੀ ਜੀ ਤੁਹਾਡਾ? ਉਹ ਕਨੈਕਸ਼ਨ ਇਹ ਸੀਗਾ ਜੀ, ਇੱਕ ਸਰੋਜ ਧੀਰ ਨਾਮ ਦੀ ਲੇਡੀ ਜਿਸ ਦਾ ਇਹਨੇ ਕਤਲ ਕਰਵਾ ਦਿੱਤਾ। ਸਰੋਜ ਧੀਰ ਜਿਹੜਾ ਸੁਲਤਾਨਪੁਰ ਲੋਧੀ ਦੇ ਵਿੱਚ ਇੱਕ ਮਹਿਲਾ ਦਾ ਕਤਲ ਹੋਇਆ ਸੀਗਾ, ਲੇਕਿਨ ਜਿਸ ਮਹਿਲਾ ਦਾ ਤੁਸੀਂ ਜ਼ਿਕਰ ਕਰਦੇ ਪਏ ਹੋ ਔਰ ਤੁਸੀਂ ਇਲਜ਼ਾਮ ਲਗਾ ਰਹੇ ਹੋ ਜੀਤੇ ਮੋੜ ਦੇ ਉੱਤੇ, ਇਹ ਜਦੋਂ ਮੈਂ ਉਹਨਾਂ ਕੋਲੋਂ ਸਵਾਲ ਕੀਤਾ, ਉਹ ਉਹਨਾਂ ਨੇ ਕਿਹਾ ਕਿ ਤੁਸੀਂ ਸਿਰਫ ਦੋਸ਼ ਲਗਾ ਰਹੇ ਆ, ਵਾਸੂ ਪਾਠਕ ਸਿਰਫ ਇਲਜ਼ਾਮ ਲਗਾ ਰਿਹਾ, ਉਹਦੇ ਕੋਲ ਕੋਈ ਸਬੂਤ ਨਹੀਂ ਹੈ, ਕੋਈ ਐਵੀਡੈਂਸ ਨਹੀਂ। ਸਬੂਤ ਹੈ ਜੀ, 2 ਚੈੱਕ ਨੰਬਰ ਮੈਂ ਤੁਹਾਨੂੰ ਦਿਖਾ ਸਕਦਾ ਵਾ ਜੀ, ਚੈੱਕ ਨੰਬਰ ਬੋਲ ਕੇ ਦੱਸ ਦਿੰਦਾ ਜੀ ਜੇ ਕੋ। ਰਣਜੀਤ ਸਿੰਘ ਦੇ ਸਾਈਨ ਹੋਏ ਪੰਜਾਬ ਨੈਸ਼ਨਲ ਬੈਂਕ ਦੇ ਚੈੱਕ ਆ ਜੀ, 50-50 ਲੱਖ ਰੁਪਏ ਦੇ ਚੈੱਕ ਆ ਉਹ। ਤੇ ਉਹ ਚੈੱਕ ਅੱਜ ਦਿਨ ਤੱਕ ਕਦੀ ਕੈਸ਼ ਨਹੀਂ ਹੋਈ। ਜਿਹੜੀ ਮਹਿਲਾ ਸੀਗੀ, ਤੁਸੀਂ ਗੱਲ ਕੰਪਲੀਟ ਕਰੋ। ਹਾਂਜੀ, ਉਹ ਮਹਿਲਾ ਤੁਹਾਡੇ ਕੋਲ ਆਈ? ਉਹ ਮਹਿਲਾ ਮੇਰੇ ਕੋਲ ਆਈ, ਉਹਦੀ ਇੱਕ ਜ਼ਮੀਨ ਸੀਗੀ ਜੀ 7 ਏਕੜ ਲੋਹੀਆਂ ਚੁੰਗੀ ਸੁਲਤਾਨਪੁਰ ਦੇ ਕੋਲ। ਉਹ ਸਾਡਾ ਚੰਗਾ ਰੈਪੂਟੇਸ਼ਨ ਹੈ ਜੀ ਸ਼ਹਿਰ ਦੇ ਵਿੱਚ, ਤੇ ਉਹ ਮੈਨੂੰ ਨਾਲ ਲੈ ਕੇ ਗਈ ਵੀ ਬੇਟਾ ਮੈਂ ਜ਼ਮੀਨ ਵੇਚਣੀ ਹੈ, ਤੂੰ ਮੇਰੇ ਨਾਲ ਚੱਲ। ਉਸ ਤੋਂ ਪਹਿਲਾਂ ਮੈਂ ਰਣਜੀਤ ਸਿੰਘ ਨੂੰ ਨਹੀਂ ਜਾਣਦਾ ਸੀ, ਮੈਂ ਉਹਦੇ ਕੋਲ ਗਿਆ ਜੀ। ਜਦੋਂ ਉਸ ਲੇਡੀ ਨੂੰ ਇਹਨੇ ਪੈਸੇ ਦੇਣ ਨੂੰ ਖਰਾਬ ਕੀਤਾ, ਉਹਨੂੰ ਪੈਸੇ ਹੀ ਨਹੀਂ ਦਿੱਤੇ ਜੀ, ਉਹ ਤੋਂ ਰਜਿਸਟਰੀ ਕਰਾ ਲਈ। ਉਸ ਤੋਂ ਬਾਅਦ ਨਰਿੰਦਰ ਸਿੰਘ ਆਇਆ, ਮੈਂ ਫਿਰ ਨਰਿੰਦਰ ਸਿੰਘ ਨੂੰ ਕਿਹਾ ਵੀ ਤੂੰ ਇੱਕ ਦਰਖਾਸਤ ਦੇ ਡੀਜੀਪੀ ਆਫਿਸ। ਉਸ ਤੋਂ ਬਾਅਦ ਇਹਨੂੰ ਪਤਾ ਲੱਗਾ ਰਣਜੀਤ ਸਿੰਘ ਨੂੰ ਵੀ ਮੈਂ ਇਹਨਾਂ ਦੀ ਹੈਲਪ ਕਰ ਰਿਹਾ ਵਾਂ। ਮੈਨੂੰ ਥ੍ਰੈਟਨ ਕਾਲ ਆਈ, ਜਿਹਦੀ ਮੈਂ ਹਾਈ ਕੋਰਟਸ ਦੇ ਵਿੱਚ ਵੀ ਲਗਾਈ ਹੈ, ਜਿਹਦੇ ਵਿੱਚ ਉਹ ਸਾਫ਼ ਮੰਨਿਆ, ਕਹਿੰਦਾ ਜਿੱਦਾਂ ਮੈਂ ਚਰਨ ਸਿੰਘ ਨੂੰ ਵੱਢਿਆ ਸੀ ਉਦਾਂ ਹੀ ਹੁਣ ਤੈਨੂੰ ਵੱਢਾਂਗਾ, ਤੂੰ ਹਜੇ ਮੈਨੂੰ ਜਾਣਦਾ ਨਹੀਂ, ਮੈਂ ਤੇਰੇ ਸਿਰ 'ਚ ਗੋਲੀਆਂ ਮਾਰਾਂਗਾ। ਉਸ ਤੋਂ ਬਾਅਦ ਮੈਂ, ਤੁਹਾਡੇ ਕੋਲ ਇੱਕ ਰਿਕਾਰਡਿੰਗ ਵੀ ਹੈਗੀ ਆ, ਉਸ ਰਿਕਾਰਡਿੰਗ ਦੇ ਵਿੱਚ ਉਹ ਵਾਰ-ਵਾਰ ਇੱਕ ਚੀਜ਼ ਦਾ ਜ਼ਿਕਰ ਕਰ ਰਿਹਾ ਕਿ ਤੁਸੀਂ ਸੈਟਿੰਗ ਕਰਵਾਈ, ਵਾਸੂ ਪਾਠਕ ਨੇ ਸੈਟਿੰਗ ਕਰਾਈ। ਉਹ ਸੈਟਿੰਗ ਕੀ ਹੈ? ਸੈਟਿੰਗ ਕਰਵਾਈ ਨਹੀਂ, ਅਸੀਂ ਬਾਰ-ਬਾਰ ਇਹਦੇ ਕੋਲ ਜਾਂਦੇ ਸੀਗੇ ਵੀ ਉਸ ਲੇਡੀ ਦੇ ਪੈਸੇ ਦੇ, ਉਸ ਲੇਡੀ ਦੇ ਪੈਸੇ ਦੇ, ਸਰੋਜ ਧੀਰ ਦੇ। ਲੇਕਿਨ ਰਾਜੀਨਾਮਾ ਕਰਵਾਉਣਾ ਚਾਹ ਰਹੇ ਸੀਗੇ ਉਹਨਾਂ ਦਾ ਕਿ ਹਾਂ ਵੀ ਜੋ ਆਪਸ ਦੇ ਵਿੱਚ ਡਿਸਪਿਊਟ ਹੈ ਉਹ ਸੈਟਲ ਹੋ ਜੇ, ਉਹਨੂੰ ਉਹਦਾ ਬਣਦਾ ਹੱਕ ਮਿਲ ਜੇ ਔਰ ਇਹ ਚੀਜ਼ਾਂ ਬਣਦਾ ਹੱਕ ਮਿਲੇ ਜੀ। ਹਾਂਜੀ, ਲੇਕਿਨ ਇਹ ਕਿਸੇ ਗੱਲ ਤੇ ਨਹੀਂ ਆਇਆ ਜੀ। ਅਖੀਰ ਇਹਨੇ ਉਸ ਲੇਡੀ ਦਾ, ਵਿਚਾਰੀ ਕੱਲੀ ਲੋਨ ਲੇਡੀ ਰਹਿੰਦੀ ਸੀ, ਉਹਦਾ ਕਤਲ ਕਰਵਾ ਦਿੱਤਾ, ਜਿਹਦੀ CBI ਨੂੰ ਨੋਟਿਸ ਹੋਇਆ ਜੀ। ਹਾਂ, CBI ਵਾਲੇ ਤੇ ਵੀ ਮੈਂ ਆਉਂਗਾ। ਜੋ ਰਿਕਾਰਡਿੰਗ ਹੈਗੀ ਉਸ ਦੇ ਵਿੱਚ ਉਹਨਾਂ ਨੇ ਇੱਕ ਚੀਜ਼ ਹੋਰ ਕਹੀ ਹੈ ਕਿ ਤੁਹਾਡੀ ਕਮਿਸ਼ਨ ਦੀ ਗੱਲ ਕਰ ਰਹੇ ਹੋ, ਵਾਸੂ ਪਾਠਕ ਦੀ ਕਮਿਸ਼ਨ ਦੀ ਗੱਲ ਕਰ ਰਹੇ ਹੋ। ਕਹਿੰਦੇ ਕਿ ਮੈਂ ਚਾਹੁੰਦਾ ਸੀਗਾ ਕਿ ਤੁਸੀਂ ਕਮਿਸ਼ਨ ਜਿਹੜੀ ਹੈਗੀ ਤੁਹਾਡੀ ਬਣ ਜਾਏ ਵਿੱਚ। ਕੀ ਕਮਿਸ਼ਨ ਦਾ, ਕੀ ਤੁਸੀਂ ਕਮਿਸ਼ਨ ਖਾਣੀ ਸੀ ਵਾਸੂ ਪਾਠਕ ਨੇ? ਮੈਂ ਕੋਈ ਕਮਿਸ਼ਨ ਨਹੀਂ ਸੀ ਲੈਣੀ, ਕੋਈ ਕੁਝ ਨਹੀਂ ਸੀ ਲੈਣਾ। ਮੈਂ ਬਾਰ-ਬਾਰ ਕਹਿ ਰਿਹਾ ਜੀ ਉਹਦੇ ਵਿੱਚ ਵੀ ਮੈਂ ਕਿਹੜੇ ਪੈਸੇ ਲੈਣੇ, ਮੈਂ ਕਿਹੜੇ ਪੈਸੇ ਲੈਣੇ, ਮੈਂ ਤਾਂ ਕੋਈ ਪੈਸੇ ਨਹੀਂ, ਮੈਂ ਤਾਂ ਇੱਕ ਹੈਲਪ ਕਰ ਰਿਹਾ ਸੀ ਲੇਡੀ ਦੀ। ਵਾਸੂ, ਜਿਸ ਤਰੀਕੇ ਦੇ ਨਾਲ ਅਸੀਂ ਜਦੋਂ ਉਹਨਾਂ ਕੋਲ ਸਵਾਲ ਕੀਤੇ ਆ, ਪਹਿਲਾਂ ਵੀ ਕੀਤੇ ਆ, ਦੁਬਾਰਾ ਵੀ ਕਰਾਂਗੇ ਜੀ, ਇਸ ਚੀਜ਼ ਨੂੰ ਕਿਵੇਂ ਮੰਨਿਆ ਜਾਵੇ ਕਿ ਇਹ ਰਿਕਾਰਡਿੰਗ ਜੋ ਹੈਗੀ ਆਵਾਜ਼ ਉਹਨਾਂ ਦੀ ਹੈ ਇਹਦੇ 'ਚ? ਚੈੱਕ ਕਰਾਓ, ਮੇਰੇ ਕੋਲ ਓਰੀਜਨਲ ਇਨਸਟਰੂਮੈਂਟ ਹੈ ਜੀ, ਇਹ ਸੰਭਾਲ ਕੇ ਰੱਖਿਆ ਹੋਇਆ। ਇਹਦੀ FSL ਦੀ ਚੈਕਿੰਗ ਹੋ ਸਕਦੀ ਹੈ ਜੀ ਵੀ ਆਵਾਜ਼ ਫੋਰੈਂਸਿਕ ਜਾਂਚ ਕਹਿੰਦੇ ਹੋਗੇ? ਹਾਂਜੀ, ਇਹਦੀ ਫੋਰੈਂਸਿਕ ਜਾਂਚ ਹੋਵੇ। ਮੈਂ ਓਰੀਜਨਲ ਇਸੇ ਲਈ ਰੱਖਿਆ ਹੋਇਆ ਜੀ। ਤੁਸੀਂ ਜ਼ਿਕਰ ਕੀਤਾ CBI ਦਾ, ਸੈਂਟਰਲ ਬਿਊਰੋ ਆਫ ਇਨਵੈਸਟੀਗੇਸ਼ਨ ਦਾ, ਸੈਂਟਰ ਦੀ ਏਜੰਸੀ ਹੈ ਜੀ ਸਰ। ਉਹ ਵਾਰ-ਵਾਰ ਇਸੇ ਚੀਜ਼ ਦਾ ਜ਼ਿਕਰ ਕਰਦੇ ਪਏ ਆ ਕਿ ਮੈਂ ਚਾਹਨਾ ਕਿ ਜੇ ਮੈਂ ਗਲਤ ਹੈਗਾ, ਜੀਤਾ ਮੋੜ ਜੇ ਗਲਤ ਹੈਗਾ ਤੇ ਉਹਦੇ ਖਿਲਾਫ ਇੱਕ CBI ਜਾਂਚ ਹੋਣੀ ਚਾਹੀਦੀ ਹੈ। ਕਰਵਾ ਦਿੰਨੇ ਜੀ, ਜੇ ਉਹ ਚਾਹੁੰਦਾ ਵਾ ਤੇ ਹੋ ਜੂਗੀ CBI ਜਾਂਚ ਵੀ। ਇਹ ਤਾਂ ਸਗੋਂ ਬਹੁਤ ਵਧੀਆ ਗੱਲ ਹੈ ਵੀ ਜਿੱਦਾਂ ਅਸੀਂ CBI ਜਾਂ NIA ਜਾਂਚ ਮੰਗਦੇ ਪਏ ਆ, ਤਾਂ ਉਹਨੂੰ ਚਾਹੀਦਾ ਕਿ ਉਹ ਆਣ ਕੇ ਸਹਿਮਤੀ ਦੇਵੇ ਹਾਈ ਕੋਰਟ 'ਚ ਵੀ ਵਾਕਿਆ ਹੋਣੀ ਚਾਹੀਦੀ ਹੈ। ਚਰਨ ਸਿੰਘ ਜੀ, ਵਾਸੂ ਪਾਠਕ ਨੇ ਕਿਹਾ ਕਿ ਜੀਤੇ ਮੋੜ ਨੇ ਉਹਨਾਂ ਨੂੰ ਧਮਕੀ ਦਿੱਤੀ ਤੇ ਉਹਦੇ ਵਿੱਚ ਇੱਕ ਉਦਾਹਰਨ ਦਿੱਤੀ ਕਿ ਜਿਸ ਤਰੀਕੇ ਦੇ ਨਾਲ ਮੈਂ ਚਰਨ ਸਿੰਘ ਨੂੰ ਵੱਢਿਆ, ਮੈਂ ਉਸੇ ਤਰੀਕੇ ਦੇ ਨਾਲ ਤੇਰਾ ਵੀ ਉਹੀ ਹਾਲ ਕਰੂੰਗਾ। ਕੀ ਉਹ ਇਨਸੀਡੈਂਟ ਸੀਗਾ? ਇਨਸੀਡੈਂਟ ਇਹ ਸੀ ਕਿ 2016 ਦੇ ਵਿੱਚ ਰਣਜੀਤ ਸਿੰਘ ਜੀਤੇ ਮੋੜ ਆਪ 5 ਤਰੀਕ ਨੂੰ 5 ਜਨਵਰੀ 2016 ਨੂੰ ਦੁਬਈ ਚਲੇ ਗਿਆ ਸੀ ਤੇ 7 ਤਰੀਕ ਨੂੰ ਗੈਂਗਸਟਰਾਂ ਤੋਂ ਮੇਰੇ ਤੇ ਹਮਲਾ ਕਰਵਾਤਾ ਸੀ, ਮੈਨੂੰ ਵੱਢ ਕੇ ਸਿੱਟ ਗਏ ਸੀ। ਉਸ ਇਨਸੀਡੈਂਟ ਦਾ ਜ਼ਿਕਰ ਕਰ ਰਿਹਾ ਹੋ ਜਿਹੜਾ ਕਿ ਸਾਜ਼ਿਸ਼ਨ ਉਸਨੇ ਕਰਵਾਇਆ ਸੀ। ਤੁਸੀਂ, ਮੈਂ ਇਹੀ ਤੇ ਜਾਣਨਾ ਚਾਹਨਾ ਤੁਹਾਡੇ ਕੋਲ, ਤੁਸੀਂ ਇੰਨਾ ਇਸ ਚੀਜ਼ ਦੇ ਉੱਤੇ ਜ਼ੋਰ ਦੇ ਕੇ ਵਾਰ-ਵਾਰ ਜੀਤੇ ਮੋੜ ਦਾ ਨਾਮ ਕਿਉਂ ਲੈ ਰਹੇ ਹੋ ਕਿ ਉਹਨੇ ਹੀ ਤੁਹਾਡੇ ਤੇ ਅਟੈਕ ਕਰਵਾਇਆ, ਜੀਤਾ ਮੋੜ ਹੀ ਇਹਦੇ ਪਿੱਛੇ ਹੈ? ਦੇਖੋ 100% ਜੀਤਾ ਮੋੜ ਹੀ ਉਹਦੇ ਪਿੱਛੇ ਸੀ।
ਜੀਤਾ ਮੋੜ ਖੁਦ ਆਪਣੇ ਫੋਨ ਦੇ ਵਿੱਚ ਵੀ ਮੰਨਣ ਡਿਆ ਤੇ ਜਿਹੜੀ ਮੈਂ ਜਦੋਂ ਮੇਰੇ ਪਰਚਾ ਦਰਜ ਹੋਇਆ ਵਾ ਅਨਨੋਨ ਬੰਦਿਆਂ ਤੇ ਹੋਇਆ, ਕਿਉਂਕਿ ਮੈਂ ਗੈਂਗਸਟਰਾਂ ਨੂੰ ਬਿਲਕੁਲ ਨਹੀਂ ਸੀ ਜਾਣਦਾ ਜਿਨ੍ਹਾਂ ਨੇ ਮੇਰੇ ਤੇ ਅਟੈਕ ਕੀਤਾ ਸੀ, ਸ਼ਕਲਾਂ ਜ਼ਰੂਰ ਦੇਖੀਆਂ ਸੀ, ਲੇਕਿਨ ਉਸ ਦੌਰਾਨ ਵੀ ਪਰਚਾ ਜਿਹੜਾ ਵਾ ਮੇਰੇ ਬਿਆਨ ਜਿਹੜੇ ਉਹ ਜੀਤੇ ਦੇ ਵਿਰੋਧੀ ਸੀ ਵੀ ਜੀਤੇ ਨੇ ਕਰਵਾਇਆ, ਕਿਉਂਕਿ 1 ਮਹੀਨਾ ਪਹਿਲਾਂ ਵੀ ਤਾਂ ਜੀਤੇ ਨੇ ਮੈਨੂੰ ਇਹ ਕਿਹਾ ਸੀ ਕਿ ਤੇਰਾ ਮੈਂ ਹਿਸਾਬ ਜਨਵਰੀ ਦੇ ਵਿੱਚ ਕਰ ਦੂੰਗਾ। ਉਹ ਸਾਰੇ ਇਨਸੀਡੈਂਟ ਮੇਲ ਖਾਂਦੇ ਸੀ। ਜੀਤਾ 1 ਦਿਨ ਪਹਿਲਾਂ ਦੁਬਈ ਚਲੇ ਜਾਂਦਾ, 2 ਦਿਨ ਪਹਿਲਾਂ ਇਹ ਸਾਰੇ ਇਨਸੀਡੈਂਟ ਮੇਲ ਖਾਂਦੇ ਸੀ। ਫਿਰ ਅਨਿਲਪਾਲ ਬਿੱਲੇ ਪਰ ਚਰਨ ਜੀ, ਜੇ ਉਹਨਾਂ ਨੇ ਤੁਹਾਡਾ ਹਿਸਾਬ ਕਰਨ ਦਾ ਤੁਹਾਡੇ ਨਾਲ ਵਾਅਦਾ ਕਰਤਾ ਸੀ, ਫਿਰ ਉਹਨਾਂ ਦਾ ਕੀ ਬਣਦਾ ਸੀਗਾ ਕਿ ਉਹ ਤੁਹਾਡੇ ਤੇ ਅਟੈਕ ਕਰਵਾਉਣ? ਉਹ ਜਸਟ ਉਹਦੀ ਇੱਕ ਕੰਮ ਕਰਨ ਦਾ ਤਰੀਕਾ ਹੀ ਇਹ ਆ ਵੀ ਉਹ ਕਿਸੇ ਬੰਦੇ ਨੂੰ ਆਪਣੇ ਜਾਲ 'ਚ ਫਸਾਉਂਦਾ ਵਾ, ਉਹਨੂੰ ਲੁੱਟ ਖਸੁੱਟ ਕਰਦਾ ਉਹਦੀ ਪੂਰੀ, ਤੇ ਮੁੜ ਕੇ ਉਹਨੂੰ ਸਿੱਧੇ ਜਾਂ ਸਿੱਧੇ ਤਰੀਕੇ ਨਾਲ ਆਪਦੇ ਕੰਮ 'ਚੋਂ ਬਾਹਰ ਕਰਦਾ ਵਾ, ਕੋਈ ਨਾ ਕੋਈ ਤਰੀਕਾ ਵਰਤਦਾ ਉਹ। ਜਿਸ ਤਰ੍ਹਾਂ ਉਹਨੇ ਪਹਿਲਾਂ ਮੇਦ ਤੇ ਹਮਲਾ ਕਰਾਇਆ, ਉਸ ਤੋਂ ਬਾਅਦ ਅਨੰਦਪਾਲ ਬਿੱਲੇ ਦਾ ਕਤਲ ਕਰਵਾਇਆ, ਜੋਤੀ ਚੌਂਕ ਵਾਲੇ ਦਾ। ਜਿਸ ਤਰ੍ਹਾਂ ਵੀ ਉਹਦਾ ਝਗੜਾ ਪੈਦਾ ਹੁੰਦਾ ਉਹਨੂੰ ਮਰਵਾਉਂਦਾ ਹੀ ਮਰਵਾਉਂਦਾ। ਜੇ ਕੋਈ ਮਰਦਾ ਉਹਦੇ ਮੂਹਰੇ ਥੋੜਾ ਜਿਹਾ ਵੀ ਬੋਲਦਾ ਵਾ ਉਹਨੂੰ ਮਰਵਾ ਦਿੰਦਾ, ਜਿਹੜਾ ਬਿਲਕੁਲ ਸ਼ਾਂਤ ਹੋ ਕੇ ਉਹ ਤਾਂ ਕਹਿੰਦੇ ਕਿ ਮੇਰੇ ਕੋਲ ਰਿਕਾਰਡਿੰਗ ਹੈਗੀ ਕਿ ਮੈਨੂੰ ਧਮਕੀਆਂ ਦਿੱਤੀਆਂ ਹੈਗੀਆਂ। ਤੁਹਾਡੇ ਕੋਲ ਕੀ ਸਬੂਤ ਹੈਗਾ ਜੀ ਕਿ ਉਹਨਾਂ ਨੇ ਤੁਹਾਡੇ ਤੇ ਅਟੈਕ ਕਰਾਇਆ? ਸੁਪਾਰੀ ਜਿਹੜੀ ਦਿੱਤੀ ਜੀ ਉਹਨੂੰ, ਅਨਿਲਪਾਲ ਬਿੱਲੇ ਦੀ ਅਨਿਲਪਾਲ ਬਿੱਲੇ ਦੀ ਸੁਪਾਰੀ ਤੇ ਮੇਰੇ ਸਾਹਮਣੇ ਦਿੱਤੀ। ਅਨਿਲਪਾਲ ਬਿੱਲੇ ਦੀ ਸੁਪਾਰੀ ਤੁਹਾਡੇ ਸਾਹਮਣੇ ਦਿੱਤੀ ਹੈ? ਬਿਲਕੁਲ। ਮੈਂ ਉੱਥੇ ਹੀ ਆਪਾਂ ਜਦੋਂ ਜੀਤੇ ਮੋੜ ਨੇ ਕਬੱਡੀ ਦਾ ਪਲੇਅਰ ਜੋ ਇੱਕ ਨਾਮ ਬਣਾਇਆ ਉਹਨੇ ਕਬੱਡੀ ਜਗਤ ਦੇ ਵਿੱਚ, ਔਰ ਇੱਕ ਤਗੜਾ ਬਿਜ਼ਨਸਮੈਨ ਹੈ ਜੋ ਬਾਰ-ਬਾਰ ਇਹ ਕਹਿੰਦਾ ਹੈ ਕਿ ਚਰਨ ਸਿੰਘ ਤੇ ਵਾਸੂ ਪਾਠਕ ਉਹਦੇ ਕੋਲੋਂ ਪੈਸੇ ਲੈਣਾ ਚਾਹੁੰਦੇ ਆ, ਬਲੈਕਮੇਲ ਕਰਦੇ ਆ। ਤੁਸੀਂ ਉਹਨਾਂ ਤੇ ਇਹ ਇਲਜ਼ਾਮ ਲਗਾ ਰਹੇ ਹੋ ਕਿ ਅਨਿਲਪਾਲ ਬਿੱਲਾ ਜੋ ਜੋਤੀ ਚੌਂਕ ਦੇ ਵਿੱਚ ਕੰਮ ਕਰਦੇ ਸੀ, ਉਹਦਾ ਕਤਲ, ਉਹਦੀ ਸੁਪਾਰੀ ਤੁਹਾਡੇ ਸਾਹਮਣੇ ਦਿੱਤੀ ਹੈ? ਬਿਲਕੁਲ ਮੇਰੇ ਸਾਹਮਣੇ ਦਿੱਤੀ ਗਈ। ਨਵੰਬਰ 2015 ਦੇ ਵਿੱਚ ਜਦੋਂ ਮੈਂ ਇਹਦੇ ਘਰ ਵਾਲੇ ਦਫ਼ਤਰ ਬੈਠਾ ਸੀ, ਉੱਥੇ ਚਰਨ ਸਵੀਟੀ ਤੇ ਰਾਜਾ ਪਹਾੜੀਆ 2 ਗੈਂਗਸਟਰ ਸੀ ਮੁੰਡੇ, ਜਿਨ੍ਹਾਂ ਨੂੰ ਉਹਨੇ ਮੇਰੇ ਸਾਹਮਣੇ 5 ਲੱਖ ਰੁਪਇਆ ਦਿੱਤਾ ਤੇ ਕਿਹਾ ਵੀ ਬਿੱਲੇ ਨੂੰ ਚੱਕ ਦਿਓ ਕੰਮ, ਬਿੱਲੇ ਨੂੰ ਮਾਰ ਦਿਓ। ਕਿਉਂਕਿ ਬਿੱਲੇ ਦੇ ਮਾਰਨ ਵਾਲੀ ਗੱਲ ਜਿਹੜੀ ਆ ਉਹ ਇਸ ਢੰਗ ਨਾਲ ਵੀ ਅੱਗੇ ਪਿੱਛੇ ਆਉਂਦੀ ਸੀ ਕਿ ਉਸ ਤੋਂ ਤੁਸੀਂ ਉੱਥੇ ਕੀ ਕਰ ਰਹੇ? ਤੁਸੀਂ ਰੋਕਿਆ ਨਹੀਂ ਇਹਨੂੰ ਕਿ ਤੂੰ? ਮੈਂ ਇਹਨੂੰ ਕਿਹਾ, ਮੈਂ ਕਿਹਾ ਰਣਜੀਤ ਸਿੰਘ, ਮੈਂ ਉਹਨਾਂ ਮੁੰਡਿਆਂ ਨੂੰ ਵੀ ਕਿਹਾ, ਮੈਂ ਕਿਹਾ ਕਾਕਾ ਗਲਤ ਕੰਮ ਨਾ ਕਰਿਓ ਉਹਦੇ ਕਹਿਣ ਤੇ। ਮੈਂ ਇਹਨੂੰ ਕਿਹਾ ਰਣਜੀਤ ਸਿੰਘ ਜੇ ਤੂੰ ਗਲਤ ਕੰਮ ਕਰਾਇਆ ਮੈਂ ਪੁਲਿਸ ਨੂੰ ਦੱਸ ਦੇਣਾ। ਤੁਸੀਂ ਮੌਕੇ ਤੇ ਉਸ ਟਾਈਮ ਤੇ ਇਹ ਗੱਲ ਕਹੀ? ਬਿਲਕੁਲ ਕਹੀ ਮੈਂ ਗੱਲ ਕਿ ਜੇ ਇਹ ਕੰਮ ਹੋਇਆ ਤੇ ਤੁਸੀਂ ਇੱਕ ਸਰਕਾਰੀ ਗਵਾਹ ਵੀ ਬਣ ਸਕਦੇ ਹੋ, ਤੁਸੀਂ ਜਾ ਕੇ ਤੁਸੀਂ ਗਵਾਹੀ ਦੋਗੇ ਜੀਤੇ ਮੋੜ ਦੇ ਖਿਲਾਫ। ਕਿਉਂਕਿ ਮੇਰੇ ਹੱਥ 'ਚ ਉਸ ਵੇਲੇ ਫੋਨ ਸੀ ਤੇ ਇਹਨੂੰ ਇਹ ਵੀ ਸ਼ੱਕ ਪੈਦਾ ਹੋ ਗਿਆ ਸੀ ਕਿ ਮੈਂ ਇਹਨਾਂ ਦੀ ਵੀਡੀਓ ਬਣਾ ਲਈ ਹੈ, ਜਦ ਕਿ ਮੈਂ ਵੀਡੀਓ ਬਣਾਈ ਨਹੀਂ ਸੀ ਉਸ ਵਕਤ। ਅੱਛਾ। ਇੱਕ ਯੂਕੇ ਤੋਂ ਰਿਕਾਰਡਿੰਗ ਆਈ ਹੈ ਜੀ ਸਾਡੇ ਕੋਲ, ਜਿਹਦੇ ਵਿੱਚ ਜੀਤਾ ਮੋੜ ਦੀ ਆਵਾਜ਼ ਆ, ਮੈਂ ਜੇ ਕਹੋ ਤੇ ਸੁਣਾ ਦਿੰਦਾ ਜੀ। ਉਹਦੇ ਵਿੱਚ ਸਾਫ਼ ਕਹਿ ਰਹੇ ਜਿਨ੍ਹਾਂ ਮੁੰਡਿਆਂ ਨੇ ਕਹਿੰਦਾ ਸੁੱਖਾ ਕਾਲਵਾ ਨੂੰ ਮਾਰਿਆ ਸੀ, ਉਹਨਾਂ ਮੁੰਡਿਆਂ ਤੋਂ ਮੈਂ ਚਰਨ ਸਿੰਘ ਨੂੰ ਵਢਾਇਆ ਵਾ। ਮੇਰੇ ਕੋਲ 9 ਗਨਮੈਨ ਨੇ। ਯੂਕੇ ਤੋਂ ਤੁਹਾਡੇ ਕੋਲ ਇੱਕ ਰਿਕਾਰਡਿੰਗ ਆਈ ਹੈ ਜਿਹਦੇ ਵਿੱਚ ਜੀਤਾ ਮੋੜ ਇਹ ਕਹਿ ਰਿਹਾ ਕਿ ਜਿੱਦਾਂ ਸੁੱਖਾ ਕਾਲਵਾ ਨੂੰ ਮੈਂ ਮਰਵਾਇਆ, ਸੁੱਖਾ ਕਾਲਵਾ ਨੂੰ ਮੁੰਡਿਆਂ ਨੇ ਮਾਰਿਆ, ਜਿਸ ਤਰੀਕੇ ਦੇ ਨਾਲ ਸੁੱਖਾ ਕਾਲਵਾ ਨੂੰ ਮੁੰਡਿਆਂ ਨੇ ਮਾਰਿਆ ਸੀਗਾ, ਉਹਨਾਂ ਮੁੰਡਿਆਂ ਨੂੰ ਸੁਪਾਰੀ ਦਿੱਤੀ ਚਰਨ ਸਿੰਘ ਦੀ। ਇਹ ਰਿਕਾਰਡਿੰਗ ਹੈ ਤੁਹਾਡੇ ਕੋਲ? ਹਾਂਜੀ ਰਿਕਾਰਡਿੰਗ ਹੈ ਜੀ। ਉਹਦੇ ਵਿੱਚ ਉਹ ਕਹਿ ਰਿਹਾ ਵਾ ਜੀ ਵੀ ਮੇਰੇ ਕੋਲ 9 ਗਨਮੈਨ ਨੇ, ਮੈਂ ਐਸਐਸਪੀ ਸਾਹਿਬ ਨੂੰ ਆਪ ਕਹਿ ਦਿੱਤਾ। ਮੈਂ ਚਾਹਨਾ ਸੁਣਾਓ ਤੁਸੀਂ? ਹਾਂਜੀ ਮੈਂ ਸੁਣਾਉਣਾ ਜੀ ਤੁਹਾਨੂੰ। ਯੂਕੇ ਤੋਂ ਚਰਨ ਸਿੰਘ ਜੀ ਇਹ ਰਿਕਾਰਡਿੰਗ ਤੁਹਾਡੇ ਤੱਕ ਪਹੁੰਚੀ ਹੈਗੀ ਹੈ, ਯੂਕੇ ਤੋਂ ਕਿੰਨੇ ਭੇਜੀ ਤੁਹਾਡੇ ਕੋਲ ਰਿਕਾਰਡਿੰਗ? ਤੁਹਾਡੇ ਤੱਕ ਪਹੁੰਚ ਕਿਵੇਂ ਗਈ ਰਿਕਾਰਡਿੰਗ ਇਹ ਰਿਕਾਰਡਿੰਗ ਜੀ ਇੱਕ ਸਾਡਾ ਸ਼ੁਭ ਚਿੰਤਕ ਆ ਸੀ, ਉਹਦਾ ਨਾਮ ਨਹੀਂ ਦੱਸਣਾ ਚਾਹੁੰਦੇ ਕਿਉਂਕਿ ਉਹਨੇ ਇੰਡੀਆ ਆਉਣਾ ਨੂੰ ਡਰ ਆ ਵੀ ਉਹਦਾ ਵੀ ਕਿਤੇ ਕਤਲ ਨਾ ਹੋ ਜਾਵੇ। ਉਹ ਆ ਰਿਕਾਰਡਿੰਗ ਮੈਂ ਤੁਹਾਨੂੰ ਸੁਣਾ ਦਿੰਦਾ ਜੀ ਜਿਹਦੀ ਸਾਡੇ ਕੋਲ ਆਈ ਹੈ। ਕਹਿੰਦਾ ਫੋਨ ਆਨ ਰੱਖ, ਦੂਜਾ ਮੈਂ ਆਨ ਕਰਦਾ ਉੱਤੇ ਮੈਨੂੰ ਕਾਲ ਕਰ, ਇਹ ਸੁਣਾਉਣਾ ਗੱਲਾਂ ਤੇ। ਮੈਂ ਚਰਨ ਸਾਹਿਬ ਨੂੰ ਫੋਨ ਕੀਤਾ, ਕਹਿੰਦਾ ਮੈਂ ਤੇ ਕਪੂਰਥਲੇ, ਉਹਦਾ ਫੋਨ ਆਨ ਸੀ, ਪਹਿਲਾਂ ਸੁਣ ਪਿਆ ਮੈਨੂੰ, ਮੈਂ ਤੇਰੀ ਵੱਡੀ ਬੇਟਾ ਮੈਨੂੰ ਪੁੱਛਿਆ, ਮੈਂ ਉੱਥੋਂ ਹੀ ਮੁੰਡਾ ਨੇ ਉਹ ਸੁੱਖਾ ਕਾਲਮਾ ਨਹੀਂ ਮਾਰਿਆ ਜਿਹਨਾਂ ਨੇ, ਮੈਂ ਉਸੇ ਵੇਲੇ ਉਹਨੂੰ ਫੋਨ ਕੀਤਾ ਮੁੰਡੇ ਨੂੰ, ਮੈਂ ਕਿਹਾ ਮੇਰੇ ਆਉਂਦੇ ਨੂੰ ਇਹਦੇ ਫੋਨ ਫਾਨ ਖੋ ਕੇ ਇਹਨੂੰ ਸਵਾਦ ਲੱਤ ਬਾਹਾਂ ਤੋੜਨੀਆਂ ਦੀਆਂ, ਬਸ ਇਹ ਤੋਂ ਬਾਅਦ ਕੁਝ ਨਾ ਕਰਿਓ। ਉਹ ਕਿਸ ਇੰਨਾ ਗਿਆ ਕਿ ਭਾਜੀ ਮੈਂ ਜਾ ਜੁੜ। ਉਹ ਮੇਰੇ ਫੋਨ ਪਹਿਲਾਂ ਚੱਲਦੀ ਸੀ ਏਅਰਟੈਲ, ਮੈਂ ਵੋਡਾ ਦੇ ਲੈ ਲਿਆ ਉਹ ਸਰਵਿਸ ਦਾ ਕਰਕੇ। ਰਿਕਾਰਡਿੰਗ ਵੀ ਤੁਹਾਡੇ ਤੱਕ ਪਹੁੰਚ ਗਈ? ਫਿਰ ਉਸ ਤੋਂ ਬਾਅਦ ਗੈਂਗਸਟਰ ਆਪ ਮੰਨਦੇ ਆ ਜੀ, ਜਿਹਦੇ A ਗ੍ਰੇਡ ਦੇ ਗੈਂਗਸਟਰ ਨੇ। ਇਹਦੀ ਮੈਂ ਥੋੜੀ ਜਿਹੀ ਮਤਲਬ ਆਪਣੀ ਨਾ ਇੱਕ ਲੈ ਪਹਿਲਾਂ ਟੁੱਟ ਗਈ ਸੀ ਵਿੱਚੋਂ ਮੇਰੇ ਖਾਣ ਦੀ ਪਹੁੰਚਦਾ। ਮੈਂ ਚਾਹੁੰਦਾ ਕਿ ਇਹਦੇ ਕੁਝ ਪਾਪ ਜਿਹੜੇ ਆ ਉਹ ਹੋਰ ਪਰਦਾਫਾਸ਼ ਹੋ ਜਾਣ। ਜਦੋਂ ਇਹਨੇ ਮੇਰੇ ਸਾਹਮਣੇ ਸੁਪਾਰੀ ਦੇ ਦਿੱਤੀ, ਮੈਂ ਇਹਨੂੰ ਡੱਕਿਆ, ਇਹਨੂੰ ਚੇਤਾਵਨੀ ਦਿੱਤੀ ਕਿ ਮੈਂ ਪੁਲਿਸ ਨੂੰ ਦੱਸ ਦਿਆਂਗਾ। ਉਸ ਤੋਂ ਬਾਅਦ ਇਹਨੇ ਉਹਨਾਂ ਮੁੰਡਿਆਂ ਨੂੰ ਕਿਹਾ ਵੀ ਤੁਸੀਂ ਆਪਣਾ ਕੰਮ ਕਰੋ, ਮੈਂ ਸਰਦਾਰ ਨੂੰ ਆਪੇ ਸਾਂਭ ਲੂੰਗਾ। ਅੱਛਾ। ਮੈਨੂੰ ਇਹਨੇ ਕਹਿਤਾ ਕਿ ਤੇਰਾ ਜਨਵਰੀ 'ਚ ਹਿਸਾਬ ਕਰ ਦੂੰਗਾ। ਠੀਕ ਹੈ। ਜਨਵਰੀ 'ਚ 7 ਜਨਵਰੀ 2016 ਨੂੰ ਇਹਨੇ ਮੇਰੇ ਤੇ ਅਟੈਕ ਕਰਾਤਾ, ਮੇਰੇ ਫੋਨ ਵੀ ਖੋਹ ਕੇ ਲੈ ਗਏ ਕਿਉਂਕਿ ਇਹਦੇ ਦਿਮਾਗ 'ਚ ਇਹ ਗੱਲ ਬੈਠੀ ਹੋਈ ਸੀ ਵੀ ਮੈਂ ਰਿਕਾਰਡਿੰਗ ਕਰ ਚੁੱਕਾ ਵਾਂ, ਇਸ ਕਰਕੇ ਇਹਨੇ ਮੇਰੇ ਫੋਨ ਵੀ ਖੋਏ।
ਮੇਰੇ 2 ਫੋਨ ਸੀ, ਦੋਨੋਂ ਫੋਨ ਹੀ ਉਹ ਇਵਨ ਉਸ ਰਿਕਾਰਡਿੰਗ ਦੇ ਵਿੱਚ ਵੀ ਹੈ ਵੀ ਇਹਨੇ ਮੇਰੀ ਵੀਡੀਓ ਬਣਾਈ ਚਰਨ ਸਿੰਘ ਨੇ। ਤੇ ਇਹ ਫੋਨ ਖੋਹ ਕੇ ਲੈ ਗਏ ਮੇਰੇ। ਉਸ ਤੋਂ ਬਾਅਦ ਜਨਵਰੀ ਦੇ ਵਿੱਚ ਅਨਲਪਾਲ ਬਿੱਲੇ ਦਾ ਕਤਲ ਹੋ ਜਾਂਦਾ। ਮਤਲਬ ਤੁਸੀਂ ਉਸ ਟਾਈਮ ਤੇ ਹੈਰਾਨ ਹੋਏ ਕਿ ਵਾਕਈ ਮੈਂ ਹੈਰਾਨ ਹੋਇਆ ਵੀ ਅਨਲਪਾਲ ਬਿੱਲੇ ਦੇ ਕਤਲ ਤੋਂ 7-8 ਦਿਨ ਬਾਅਦ ਮੈਨੂੰ ਮਨੀਸ਼ ਕੁਮਾਰ ਤੇ ਜਗਦੀਸ਼ ਤੇ ਹੋਰ ਇਹਦੇ 3-4 ਬੰਦੇ ਅਣਪਛਾਤੇ ਬੰਦੇ ਨਾਲ ਉਹਨਾਂ ਦੇ ਆਏ। ਮੈਨੂੰ ਇਹ ਆਪ ਨਾਲ ਆਇਆ, ਮੈਨੂੰ ਧਮਕੀਆਂ ਵੀ ਦੇ ਕੇ ਗਏ ਘਰੇ ਵੀ ਜੇ ਕੋਈ ਮੂੰਹ ਖੋਲਿਆ ਤਾਂ ਆਪਣਾ ਹਿਸਾਬ ਲਾ ਲਈ। ਮੈਂ ਕਿਉਂਕਿ ਉਹਨਾਂ ਦਿਨਾਂ 'ਚ ਬਹੁਤ ਜ਼ਿਆਦਾ ਡਿਪਰੈਸ਼ਨ 'ਚ ਸੀ ਤੇ ਮੈਂ ਕੋਈ ਬਹੁਤ ਜ਼ਿਆਦਾ ਆਵਾਜ਼ ਠਾ ਨਹੀਂ ਸਕਿਆ ਉਹਨਾਂ ਦਿਨਾਂ 'ਚ, ਠੀਕ ਹੈ, ਕਿਉਂਕਿ ਮੇਰੇ ਤੇ ਡਿਪਰੈਸ਼ਨ ਬਹੁਤ ਜ਼ਿਆਦਾ ਹੋ ਗਈ ਸੀ, ਮੈਨੂੰ ਬਿਮਾਰੀ ਬਹੁਤ ਜ਼ਿਆਦਾ ਹੋ ਗਈ ਡਿਪਰੈਸ਼ਨ ਦੀ। ਠੀਕ ਹੈ। ਹਾਂ, ਔਰ ਤੁਹਾਡੇ ਤੇ ਫਿਰ ਅਟੈਕ ਕਿਵੇਂ ਹੋਇਆ? ਮੇਰੇ ਤੇ ਅਟੈਕ ਤਾਂ ਗੈਂਗਸਟਰਾਂ ਨੇ ਕੀਤਾ, ਜਿਹੜੇ ਜੀਤੇ ਨੇ ਭੇਜੇ ਸੀ। ਅੱਛਾ, ਇਹ ਕਿਵੇਂ ਰਣਜੀਤ ਸਿੰਘ ਤੁਸੀਂ ਜੀਤੇ ਮੋੜ ਦੇ ਅਟੈਕ ਭੇਜੇ। ਕਦੋਂ, ਕਿੱਥੇ, ਕਿਵੇਂ ਹੋਇਆ, ਕਿੰਨੇ 7 ਜਨਵਰੀ 2016 ਨੂੰ ਸਵੇਰੇ 7 ਵਜੇ ਮੈਨੂੰ ਗੈਂਗਸਟਰਾਂ ਨੇ ਬੈਂਕ ਕਲੋਨੀ ਦੇ ਵਿੱਚ ਪਲਾਟ ਖਰੀਦਣ ਲਈ ਸੱਦਿਆ, ਗਾਹਕ ਬਣ ਕੇ। ਜਦੋਂ ਮੈਂ ਉਹਨਾਂ ਨੂੰ ਪਲਾਟ ਦਿਖਾਉਣ ਗਿਆ ਉੱਥੇ, ਤਾਂ ਉਹਨਾਂ ਨੇ ਮੇਰੇ ਤੇ ਹਮਲਾ ਕਰ ਦਿੱਤਾ। ਮੇਰੇ ਤੇ ਬਹੁਤ ਜ਼ਿਆਦੀਆਂ ਸੱਟਾਂ ਲੱਗੀਆਂ। ਜਿਸ ਮੇਰੇ ਤਰੀਕੇ ਦੇ ਨਾਲ ਤੁਹਾਡੇ ਤੇ ਹਮਲਾ ਕੀਤਾ ਗਿਆ ਔਰ ਜਿਸ ਤਰੀਕੇ ਦੇ ਨਾਲ ਤਸਵੀਰਾਂ ਦਿਖਾ ਰਹੇ ਹਾਂ ਅਸੀਂ ਵੀ, ਬਚਣ ਵਾਲੀ ਕੰਡੀਸ਼ਨ ਤੇ ਨਹੀਂ ਸੀ ਤੁਹਾਡੀ? ਨਹੀਂ, ਬਿਲਕੁਲ ਨਹੀਂ ਸੀ। ਮੈਨੂੰ ਤਾਂ ਜਲਦੀ ਫਸਟ ਏਡ ਮਿਲ ਗਈ, ਕਿਉਂਕਿ ਮੇਰੇ ਨਾਲ ਉਸੇ ਵਕਤ ਮੇਰਾ ਭਤੀਜਾ ਸੀ, ਉਹ ਮੈਨੂੰ ਅਮਨਪ੍ਰੀਤ ਹਸਪੀਟਲ ਲੈ ਗਿਆ ਬਹੁਤ ਜਲਦੀ ਨਾਲ। ਫਸਟ ਏਡ ਜਲਦੀ ਮਿਲ ਕਰਕੇ ਜੋਸ਼ੀ ਹਸਪੀਟਲ 1 ਘੰਟੇ ਦੇ ਵਿੱਚ ਅਸੀਂ ਪਹੁੰਚ ਗਏ ਤਾਂ ਮੇਰਾ ਬਚਾਅ ਹੋ ਗਿਆ। ਜੇਕਰ ਮੈਂ ਇਕੱਲਾ ਹੁੰਦਾ ਤਾਂ ਫਿਰ ਬਲੀਡਿੰਗ ਇੰਨੀ ਹੋ ਜਾਣੀ ਸੀ, ਕੋਈ ਚਾਂਸ ਨਹੀਂ ਬਚਣ ਦਾ। ਮੇਰਾ ਅਗਲਾ ਸਵਾਲ ਹੈ ਵਾਸੂ ਪਾਠਕ ਤੇ ਚਰਨ ਸਿੰਘ ਦੇ ਕੋਲੋਂ ਇਹ ਕਿ ਤੁਸੀਂ ਦੋਵੇਂ ਚਿੱਟੇ ਦੀ ਸਮਗਲਿੰਗ ਤੁਸੀਂ ਕਰਦੇ ਹੋ, ਕਿਉਂਕਿ ਸਾਫ਼ ਤੌਰ ਤੇ ਜੀਤੇ ਮੋੜ ਨੇ ਇਹ ਇਲਜ਼ਾਮ ਲਗਾਇਆ ਕਿ ਜੋ 101 ਗ੍ਰਾਮ ਚਿੱਟਾ ਉਹਨਾਂ ਦੇ ਘਰ ਦੀ ਅਲਮਾਰੀ 'ਚੋਂ ਬਰਾਮਦ ਹੋਇਆ ਸੀਗਾ, ਉਹ ਇੱਕ ਸਾਜ਼ਿਸ਼ ਦੇ ਤਹਿਤ ਤੁਹਾਡੇ ਵੱਲੋਂ ਰਖਵਾਇਆ ਗਿਆ। ਔਰ ਉਹਨਾਂ ਨੇ ਸਾਫ਼ ਤੌਰ ਤੇ ਇਹ ਵੀ ਕਿਹਾ ਕਿ ਉਸ ਦੀ ਇੱਕ ਵੀਡੀਓ ਉਹਨਾਂ ਦੇ ਕੋਲ ਪਈ ਹੋਈ ਹੈ। ਦੇਖੋ ਜੀ, ਜਿਸ ਘਰ ਦੇ ਵਿੱਚ ਪੁਲਿਸ ਅਫਸਰਾਂ ਨੂੰ ਜਾਣ ਲਈ 3-4 ਘੰਟੇ ਯਤਨ ਕਰਨਾ ਪਿਆ, ਏਡੇ ਏਡੇ ਕੁੱਤੇ, ਏਡੇ ਏਡੇ ਕੈਮਰੇ ਲੱਗੇ ਹੋਏ ਜੀ ਉਹਦੇ ਘਰ ਦੇ ਵਿੱਚ, ਤੇ ਉੱਥੇ ਕਿੱਦਾਂ ਇਹ ਚੀਜ਼ ਪੋਸੀਬਲ ਹੋ ਸਕਦੀ ਹੈ ਜੀ? ਇਹਦੇ ਬਲੱਡ ਦੇ ਵਿੱਚ ਰਿਪੋਰਟ ਪੋਜ਼ਿਟਿਵ ਆਈ ਹੈ। ਠੀਕ ਹੈ ਜੀ, ਜੇ ਅਸੀਂ ਚਿੱਟੇ ਦਾ ਕੰਮ ਕਰਦੇ ਆ, ਸਾਡੇ ਤੇ ਦਿਖਾਓ ਜੀ ਇੱਕ ਵੀ ਕਿਸੇ ਨੇ ਕੋਈ ਅੱਜ ਦਿਨ ਤੱਕ ਐਲੀਗੇਸ਼ਨ ਲਗਾਇਆ ਹੋਵੇ ਜੀ। ਇਹਦੇ ਉੱਤੇ ਸੈਂਕੜੇ ਐਲੀਗੇਸ਼ਨਸ ਨੇ ਜੀ ਇਦਾਂ ਦੇ। ਅੱਛਾ ਚਰਨ ਸਿੰਘ ਜੀ, ਇਹਦੇ ਨਾਲ ਇੱਕ ਹੋਰ ਸਵਾਲ ਹੈ, ਕਿਉਂਕਿ ਤੁਹਾਡੀ ਗੱਲ ਵਿੱਚੋਂ ਕੱਟੀ ਗਈ ਸੀ ਕਿ ਤੁਸੀਂ ਕਿਹਾ ਕਿ ਇਹ ਜੀਤਾ ਮੋੜ ਆਪ ਵੀ ਨਸ਼ੇ ਕਰਦਾ। ਬਿਲਕੁਲ, ਇਹ ਤੁਸੀਂ ਇਲਜ਼ਾਮ ਲਗਾ ਰਹੇ ਹੋ, ਇਹਦੇ ਪਿੱਛੇ ਕੀ ਮੈਂ ਇਹਨੂੰ ਖੁਦ ਨਸ਼ਾ ਕਰਦਿਆਂ ਦੇਖਿਆ। ਇਹ ਖੁਦ ਨਸ਼ਾ ਚਿੱਟੇ ਦਾ ਕਰਦਾ। ਉਸ ਵਕਤ ਜਦੋਂ ਮੈਂ ਇਹਦੇ ਨਾਲ ਹੁੰਦਾ ਸੀ 2013-14 ਦੇ ਦੌਰਾਨ ਇਹ ਲਗਾਤਾਰ ਨਸ਼ਾ ਕਰਦਾ ਹੁੰਦਾ ਸੀ। ਨਸ਼ਾ ਕਰਨ ਤੋਂ ਬਾਅਦ ਇਹ ਕੋਕਾ ਕੋਲਾ ਵਿੱਚ ਪਾ ਕੇ, ਦੁੱਧ ਪਾ ਕੇ ਬਹੁਤ ਪੀਂਦਾ ਹੁੰਦਾ ਸੀ। ਨਸ਼ਾ ਦੇ ਖੁਦ ਬਹੁਤ ਵੱਡੇ ਪੱਧਰ ਤੇ ਕਰਦਾ ਸੀ। ਨਾਲ ਇਹਨੇ ਮੁੰਡੇ ਹੋਰ ਇਹਦੇ ਨਾਲ ਮਿੰਟੂ ਭਾਟੀਆ ਹੁੰਦਾ ਸੀ ਮੁੰਡਾ, ਉਹਨੂੰ ਵੀ ਨਸ਼ੇ ਤੇ ਲਾਇਆ ਸੀ। ਇੱਕ ਇਹਦਾ ਸਾਲਾ ਸੀ, ਇਹਦੇ ਸਹੁਰਿਆਂ ਵੱਲੋਂ। ਨਸ਼ਾ ਤਾਂ ਚਲੋ ਸ਼ਰਾਬ ਪੀ ਸਕਦਾ ਨਹੀਂ, ਚਿੱਟਾ ਲਾਉਂਦਾ ਹੁੰਦਾ ਸੀ। ਚਿੱਟਾ ਲਾਉਂਦਾ ਹੁੰਦਾ ਸੀ। ਤੁਸੀਂ ਇਹਨਾਂ ਨੂੰ ਚਿੱਟਾ ਲਾਉਂਦਾ ਦੇਖਿਆ ਜੀਤੇ ਮੋੜ ਨੂੰ? ਤੁਸੀਂ ਸ਼ਰੇਆਮ ਆਪਦੇ ਘਰੇ ਦੇਖੋ ਦੇਖਿਆ। ਔਰ ਇਸ ਚੀਜ਼ ਨੂੰ ਪ੍ਰੂਵ ਕਰਨ ਦੇ ਲਈ ਕੋਈ ਇਨਸੀਡੈਂਟ ਵੀ ਹੈਗਾ ਇਹੋ ਜਿਹਾ? ਇਨਸੀਡੈਂਟ ਇਸ ਤਰ੍ਹਾਂ ਦਾ ਹੈ ਕਿ ਇੱਕ ਵਾਰ ਇਹਦੇ ਰਿਸ਼ਤੇਦਾਰੀ ਚੋਂ ਇੱਕ ਮੁੰਡਾ ਸਾਡੇ ਹੋਲੀ ਸਿਟੀ ਕਲੋਨੀ ਤਰਨਤਾਰਨ ਦੇ ਵਿੱਚ ਕੰਮ ਕਰਦਾ ਸੀ। ਉਹਦੀ ਕਰੰਟ ਲੱਗਣ ਨਾਲ ਡੈਥ ਹੋ ਗਈ, ਲੇਕਿਨ ਇਹ ਉਹਦੇ ਸੰਸਕਾਰ ਤੇ ਜਾਣਾ ਸਾਡਾ ਸਾਰਿਆਂ ਦਾ ਬਣਦਾ ਸੀ, ਕਿਉਂਕਿ ਸਾਡੀ ਸਾਂਝੀ ਕਲੋਨੀ ਸੀ ਉਹ। ਲੇਕਿਨ ਇਹਦੀ ਮੈਸੇਜ ਦਾ ਮੈਨੂੰ ਫੋਨ ਆਇਆ ਵੀ ਭਾਜੀ ਇਹ ਤਾਂ ਚਿੱਟਾ ਲਾ ਕੇ ਪਿਆ ਵਾ ਤੇ ਆਪਾਂ ਉੱਥੇ ਜਾਣਾ ਵਾ, ਤੇ ਜਾਣ ਨਹੀਂ ਡਿਆ। ਮੈਂ ਬਹੁਤ ਵਾਰੀ ਇਹਨੂੰ ਕਹਿ ਚੁੱਕੀ ਹਾਂ। ਮੈਂ ਇਹਨਾਂ ਦੇ ਘਰੇ ਗਿਆ, ਘਰੋਂ ਪਹਿਲਾਂ ਤਾਂ ਇਹਨੂੰ ਬਹੁਤ ਜ਼ਿਆਦਾ ਸਮਝਾਉਣ ਦੀ ਕੋਸ਼ਿਸ਼ ਕੀਤੀ ਵੀ ਆਪਾਂ ਉੱਥੇ ਚੱਲੀਏ। ਜਦੋਂ ਇਹ ਨਹੀਂ ਮੰਨਿਆ ਤਾਂ ਇਹਦੀ ਮੈਸੇਜ ਤੇ ਮੈਂ ਤੇ ਹੋਰ 1-2 ਪਰਿਵਾਰਕ ਮੈਂਬਰ ਜਿਹੜੇ ਆ, ਅਸੀਂ ਉਹਦੇ ਸੰਸਕਾਰ ਤੇ ਗਏ। ਇਹ ਚਿੱਟੇ ਨਾਲ ਪੂਰਾ ਬੇਹੋਸ਼ ਪਿਆ ਸੀ। ਚਰਨ ਸਿੰਘ ਜੀ, ਜਿਸ ਵੇਲੇ 101 ਗ੍ਰਾਮ ਹੈਰੋਇਨ ਚਿੱਟਾ ਇਹਨਾਂ ਦੇ ਘਰੋਂ ਬਰਾਮਦ ਕੀਤਾ ਗਿਆ, ਉਸ ਤੋਂ ਬਾਅਦ ਇਹਨਾਂ ਨੇ 2 ਮਹੀਨੇ ਜੇਲ੍ਹ ਦੇ ਵਿੱਚ ਲਗਾਇਆ। ਉਸ ਤੋਂ ਬਾਅਦ ਇੱਕ ਡਿਫਾਲਟ ਬੇਲ ਹੁੰਦੀ ਹੈ, ਜੀਤਾ ਮੋੜ ਬਾਹਰ ਆ ਜਾਂਦੇ ਆ। ਔਰ ਮੇਰੀ ਇੰਟਰਵਿਊ ਦੇ ਵਿੱਚ ਜੀਤੇ ਮੋੜ ਨੇ ਕਿਹਾ ਕਿ ਤੁਹਾਡੀ ਇੰਨੇ ਕੁ ਸੈੱਲ ਸਟਰੋਂਗ ਨੇ, ਤੁਹਾਡੇ ਇੰਨੇ ਕੁ ਲਿੰਕ ਸਟਰੋਂਗ ਨੇ ਵਾਸੂ ਪਾਠਕ ਤੇ ਚਰਨ ਸਿੰਘ ਦੇ ਕੋਲੋਂ ਜੀਤੇ ਮੋੜ ਨੂੰ ਇੰਨਾ ਖਤਰਾ ਹੈਗਾ ਕਿ ਜੇਲ੍ਹ ਦੇ ਵਿੱਚ ਤੁਹਾਡਾ ਭੇਜਿਆ ਹੋਇਆ ਕੋਈ ਡੀਐਸਪੀ ਇਹਨਾਂ ਨੂੰ ਧਮਕਾ ਕੇ ਆਇਆ ਸੀਗਾ। ਦੇਖੋ ਜੀ, ਉਹ ਜਿਹੜਾ ਇਨਸੀਡੈਂਟ ਹੈ ਮੈਂ ਦੱਸਦਾ ਜੀ। ਉਹ ਮੇਰੇ ਵੱਲੋਂ ਪਰਚਾ ਦਰਜ ਹੋਇਆ ਸੀ। ਇਹਨੇ ਕਮੇਟੀ ਦਫ਼ਤਰ ਦੇ ਵਿੱਚ ਰਜਿਸਟਰੀ, ਜਿਹਦੀ ਉਹ ਮੈਂ ਆਂਟੀ ਦੀ ਗੱਲ ਕਰਦਾ, ਸਰੋਜ ਧੀਰ ਉਹਨਾਂ ਦਾ ਨਾਮ ਸੀ। ਰਜਿਸਟਰੀਆਂ ਹੁੰਦੀਆਂ ਜੀ 2018 ਦੇ ਵਿੱਚ। ਇਹਨੇ ਡੇਟ ਫੈਬਰੀਕੇਟ ਕਰਕੇ 2017, ਕਿਉਂਕਿ ਇੱਕ ਪਾਲਿਸੀ ਸੀਗੀ ਗਵਰਨਮੈਂਟ ਦੀ ਵੀ ਜਿਹੜੀਆਂ ਕਲੋਨੀਆਂ 2018 ਮਾਰਚ ਤੋਂ ਪਹਿਲੀਆਂ ਵਾ,
ਉਹਦੇ 'ਚ ਕੋਈ ਏਰੀਆ ਇਹਨਾਂ ਨੂੰ 80% ਯੂਜ਼ ਕਰਨ ਲਈ ਮਿਲਦਾ ਸੀ। ਉਸ ਪਾਲਿਸੀ ਦਾ ਲਾਭ ਉਠਾਉਣ ਲਈ ਇਹਨੇ ਸਾਰੀਆਂ ਰਜਿਸਟਰੀਆਂ ਫੈਬਰੀਕੇਟ ਕੀਤੀਆਂ, ਉਹਦੀਆਂ ਡੇਟਸ ਚੇਂਜ ਕੀਤੀਆਂ, ਕਮੇਟੀ ਦਫ਼ਤਰ ਦਿੱਤੀਆਂ। 5.5 ਲੱਖ ਰੁਪਏ ਦਾ ਡਰਾਫਟ ਗ੍ਰੇਟ ਗ੍ਰੀਨ ਬਿਲਡ ਇੰਡੀਆ ਦੇ ਅਕਾਊਂਟ HDFC ਬੈਂਕ ਬੰਗਾ ਦੇ ਵਿੱਚੋਂ ਬਣ ਕੇ ਗਿਆ ਜੀ। ਇਸ ਕਰਕੇ ਉਹ ਫੈਬਰੀਕੇਸ਼ਨ ਦਾ ਪਰਚਾ ਇਹਦੇ ਤੇ ਦਰਜ ਹੋਇਆ ਸੀਗਾ ਜੀ। ਉਹ ਤੇ ਤੁਸੀਂ ਕੀ ਕਹਿਣਾ ਚਾਹ ਰਹੇ ਹੋ ਜੋ ਡੀਐਸਪੀ ਰੈਂਕ ਦੇ ਅਫਸਰ ਇਹਨਾਂ ਉਹਨਾਂ ਨੇ ਦੇ ਕੋਲ ਉਹ ਵੀ ਹਾਈ ਕੋਰਟ ਨੇ ਆਰਡਰ ਕੀਤਾ ਸੀਗਾ ਵੀ ਇਸ ਦੀ 2 ਮਹੀਨਿਆਂ ਦੇ ਵਿੱਚ ਜਾਂਚ ਕਰਕੇ ਤੇ ਚੰਗੀ ਤਰ੍ਹਾਂ ਇਹਦੀ ਇਨਕੁਆਇਰੀ ਕੀਤੀ ਜਾਵੇ। ਉਸ ਤੋਂ ਬਾਅਦ ਇਨਕੁਆਇਰੀ ਸਲੋ ਹੋ ਗਈ। ਉਸ ਤੋਂ ਬਾਅਦ ਫਿਰ ਮੈਂ ਕੰਟੈਂਪਟ ਕੀਤੀ, ਉਸ ਤੋਂ ਬਾਅਦ ਜਾ ਕੇ ਪਰਚਾ ਦਰਜ ਹੋਇਆ। ਔਰ ਉਹ ਡੀਐਸਪੀ ਜੋ ਗਏ ਸੀਗੇ ਉਹ ਉਸ ਕੇਸ ਨੂੰ ਲੈ ਕੇ ਇਨਵੈਸਟੀਗੇਸ਼ਨ ਦੇ ਲਈ ਇਨਵੈਸਟੀਗੇਸ਼ਨ ਕਰਨ ਲਈ ਗਏ ਸੀ। ਉਹਨਾਂ ਦੇ ਉੱਤੇ ਝੂਠਾ ਇਲਜ਼ਾਮ ਲਗਾਇਆ ਜਾ ਰਿਹਾ ਜੀ। ਉਹ ਬੜੀ ਫੇਅਰ ਇਨਕੁਆਇਰੀ ਸੀਗੀ। ਪਰ ਹਾਈ ਕੋਰਟ ਦੇ ਆਰਡਰ ਤੇ ਹੋਈ, ਕੋਈ ਛੋਟੀ ਮੋਟੀ ਗੱਲ ਨਹੀਂ। ਡੀਐਸਪੀ ਸਾਹਿਬ ਨੇ ਤਾਂ ਮੈਨੂੰ ਇਹ ਵੀ ਦੱਸਿਆ ਜੀ, ਬਿਮਲ ਕਾਂਤ ਪਤਾ ਨਹੀਂ ਕਿੰਨੇ ਲੱਖ ਰੁਪਏ ਦੀ ਉਹਨਾਂ ਨੂੰ ਆਫਰ ਕਰਕੇ ਆਏ ਜੀ। 8 ਲੱਖ ਰੁਪਈਆ ਕਹਿੰਦਾ ਸਾਡੇ ਤੋਂ ਲੈ ਲਓ, ਲੇਕਿਨ ਪਰਚਾ ਦਰਜ ਨਾ ਕਰਿਓ। ਪਾਠਕ ਸਾਹਿਬ, ਜਿਹੜੇ ਵਿਮਲ ਕਾਂਤ ਜਿਹੜੇ ਰਿਟਾਇਰਡ ਡੀਐਸਪੀ ਜੀਤੇ ਮੋੜ ਦੇ ਨਾਲ ਹੈਗੇ ਨੇ, ਉਹਨਾਂ ਦੇ ਬਾਰੇ ਵੀ ਜਦੋਂ ਸਵਾਲ ਕੀਤਾ ਉਹਨਾਂ ਦੇ ਕੋਲੋਂ, ਉਹ ਕਹਿੰਦੇ ਕਿ ਮੇਰੇ ਪੁਰਾਣੇ ਜਾਣਕਾਰ ਹੈ, ਸਾਡੇ ਰਿਲੇਸ਼ਨ ਬਹੁਤ ਸਟਰੋਂਗ ਹੈਗੇ ਔਰ ਬਹੁਤ ਚੰਗੇ ਬੰਦੇ ਹੈਗੇ ਆ, ਟਿਊਸ਼ਨਾਂ ਪੜ੍ਹਾਉਂਦੇ ਪਏ ਆ, ਇੱਕ ਸਮਾਜ ਦੇ ਲਈ ਚੰਗਾ ਕੰਮ ਕਰਦੇ ਪਏ ਆ ਉਹ। ਔਰ ਤੁਸੀਂ ਕਹਿ ਰਹੇ ਹੋ ਕਿ ਉਹ ਜੀਤੇ ਮੋੜ ਦੇ ਲਈ ਲੋਕਾਂ ਨੂੰ ਜਾ ਕੇ ਪੈਸੇ ਆਫਰ ਕਰਦੇ ਰਹੇ ਆ। ਹਾਂਜੀ, ਇਹਨਾਂ ਨੇ ਇੱਕ FIR ਦਰਜ ਕਰਾਈ ਜੀ ਬੰਗੀਆਂ ਦੇ ਵਿੱਚ 420 ਦੀ। ਇਹਨਾਂ ਦੇ ਪਲਾਟ ਵੇਚੇ ਉਹਨੇ, ਰਣਜੀਤ ਸਿੰਘ ਜੀਤੇ ਮੋੜ ਨੇ। ਉਹ ਵੀ ਹਾਈ ਕੋਰਟ ਦੇ ਆਦੇਸ਼ ਦੇ ਨਾਲ ਹੀ ਪਰਚਾ ਦਰਜ ਹੋਇਆ ਸੀ। ਉੱਦਾਂ ਪੁਲਿਸ ਕਰਦੀ ਨਹੀਂ ਸੀ। ਉਹ FIR ਖਾਰਿਜ ਕਰਵਾਈ ਗਈ ਜੀ। ਫਿਰ ਸ਼ੰਕਰ ਸਿੰਘ ਦੀ FIR ਖਾਰਿਜ ਕਰਾਈ ਗਈ। ਉਹ ਪ੍ਰੋਟੈਸਟ ਪਟੀਸ਼ਨ ਹਜੇ ਵੀ ਥੱਲੇ ਚੱਲ ਰਹੀਆਂ ਵਾ ਜੀ। ਅੱਛਾ ਚਰਨ ਸਿੰਘ ਜੀ, ਤੁਹਾਡੇ MLA ਨਵਤੇਜ ਸਿੰਘ ਚੀਮਾ, ਸਾਬਕਾ MLA ਨਵਤੇਜ ਸਿੰਘ ਚੀਮਾ ਹੋਰਾਂ ਦੇ ਨਾਲ ਕੀ ਸੰਬੰਧ ਹੈਗੇ? ਕਿਉਂਕਿ 2018 ਦੇ ਵਿੱਚ ਜਿਵੇਂ ਕਿ ਜੀਤੇ ਮੋੜ ਨੇ ਕਿਹਾ ਕਿ ਤੁਸੀਂ ਨਵਤੇਜ ਸਿੰਘ ਚੀਮਾ ਨੂੰ ਜੀਤੇ ਮੋੜ ਦੇ ਘਰ ਲੈ ਕੇ ਗਏ, ਉੱਥੇ ਬੈਠ ਕੇ ਇੱਕ ਲੰਬੀ ਡਿਸਕਸ਼ਨ ਹੋਈ ਹੈ, ਆਪਸ ਦੇ ਵਿੱਚ ਤੁਹਾਡੀ ਗੱਲਬਾਤ ਹੋਈ ਹੈ ਔਰ ਜੋ ਵੀ ਤੁਹਾਡੇ ਆਪਸ ਦੇ ਵਿੱਚ ਡਿਸਪਿਊਟ ਸੀਗੇ ਉਹ ਸੈਟਲ ਹੋ ਗਏ ਸੀਗੇ। ਇਹ ਗੱਲ ਦੇ ਵਿੱਚ ਕੀ ਹਕੀਕਤ ਹੈ ਜੀ? ਨਵਤੇਜ ਸਿੰਘ ਚੀਮਾ ਬਾਰੇ ਮੈਂ ਦੱਸਣਾ ਚਾਹੁੰਦਾ। ਨਵਤੇਜ ਸਿੰਘ ਚੀਮੇ ਨਾਲ ਅਸੀਂ ਪਿਛਲੇ 15-20 ਸਾਲ ਤੋਂ ਜੁੜੇ ਹੋਏ ਸੀ। ਪਿਛਲੀਆਂ 2 ਚੋਣਾਂ ਦੇ ਵਿੱਚ ਅਸੀਂ ਇਹਨਾਂ ਦੀ ਮਤਲਬ ਕਿ ਵੋਟਾਂ ਦੇ ਵਿੱਚ ਪੂਰੀ ਮਦਦ ਕੀਤੀ ਸੀ। ਜਦੋਂ ਰਣਜੀਤ ਸਿੰਘ ਨਾਲ ਮੇਰਾ ਵਾਦ-ਵਿਵਾਦ ਪੈਦਾ ਹੋ ਗਿਆ ਤਾਂ ਰਣਜੀਤ ਸਿੰਘ ਨੇ ਖੁਦ ਹੀ ਨਵਤੇਜ ਸਿੰਘ ਚੀਮੇ ਤੱਕ ਪਹੁੰਚ ਕੀਤੀ, ਕਿਉਂਕਿ ਰਣਜੀਤ ਸਿੰਘ ਨੂੰ ਪਤਾ ਸੀ ਕਿ ਚਰਨ ਸਿੰਘ ਤੇ ਨਵਤੇਜ ਸਿੰਘ ਚੀਮੇ ਉਹਨਾਂ ਦੇ ਸੰਬੰਧ ਚੰਗੇ ਆ। ਇਹਨੇ ਉਹਨਾਂ ਤੱਕ ਪਹੁੰਚ ਕੀਤੀ ਕਿ ਸਾਡਾ ਕਿਸ ਨਿਪਟਾਰਾ ਕਰਾ ਦਿਓ ਤੁਸੀਂ ਪ੍ਰਾਪਰਟੀ ਦੇ ਵਿਵਾਦ ਦਾ, ਕਿਉਂਕਿ ਪ੍ਰਾਪਰਟੀ ਤਾਂ ਸਾਡੀ ਸਾਂਝੀ ਸੀ 7-8 ਕਲੋਨੀਆਂ ਦੀ। ਉਸ ਦੌਰਾਨ ਅਸੀਂ ਨਵਤੇਜ ਸਿੰਘ ਚੀਮੇ ਦੇ ਘਰੇ ਇਕੱਠੇ ਹੋਏ, 2-3 ਵਾਰੀ ਇਕੱਠੇ ਹੋਏ ਆ 2018 ਦੇ ਐਂਡ ਦੇ ਵਿੱਚ। ਉਸ ਦੌਰਾਨ ਜਦੋਂ ਵੀ ਕਿਸੇ ਸਮਝੌਤੇ ਤੇ ਪਹੁੰਚਣ ਦੀ ਗੱਲ ਆਉਂਦੀ ਸੀ, ਕਿਉਂਕਿ ਰਣਜੀਤ ਸਿੰਘ ਜੀਤਾ ਬਹੁਤ ਹੀ ਚਲਾਕ ਇਨਸਾਨ ਆ, ਉਹ ਕਿਸੇ ਨੂੰ ਕੋਈ ਵੀ ਨਿਆਂ ਨਹੀਂ ਦੇਣਾ ਚਾਹੁੰਦਾ, ਸਿਰਫ ਲਿੰਗਰ ਔਨ ਕਰਨਾ ਚਾਹੁੰਦਾ ਹਰ ਕੰਮ ਨੂੰ। ਤਾਂ ਉਸ ਦੌਰਾਨ ਇੱਕ ਖਾਸ ਨਤੀਜੇ ਦੇ ਪਹੁੰਚਣ ਤੋਂ ਬਾਅਦ ਵੀ ਰਣਜੀਤ ਸਿੰਘ ਖੁਦ ਹੀ ਆਪਣੀ ਗੱਲ ਤੋਂ ਭੱਜ ਗਿਆ ਤੇ ਪ੍ਰਾਪਰਟੀਆਂ ਦਾ ਕੋਈ ਨਿਪਟਾਰਾ ਨਹੀਂ ਕੀਤਾ, ਜਿਸ ਸੰਬੰਧੀ ਅੱਜ ਵੀ ਨੈਸ਼ਨਲ ਕੰਪਨੀ ਲਾਅ ਟ੍ਰਿਬਿਊਨਲ ਵਿੱਚ ਕੇਸ ਚੱਲ ਰਿਹਾ। ਉਹਨਾਂ ਦਾ ਇੱਕ ਹੋਰ ਇਲਜ਼ਾਮ ਹੈਗਾ, ਉਹ ਕਹਿੰਦੇ ਕਿ ਤੁਸੀਂ ਜੀਤੇ ਮੋੜ ਨੂੰ ਤੇ ਇਹਨਾਂ ਕੇਸਾਂ ਦੇ ਵਿੱਚ ਉਲਝਾਇਆ ਹੀ ਉਲਝਾਇਆ, ਲੇਕਿਨ ਉਹਨਾਂ ਦੀ ਪਤਨੀ ਨੂੰ ਵੀ ਨਹੀਂ ਛੱਡਿਆ, ਉਹਨਾਂ ਦੇ ਬੱਚਿਆਂ ਨੂੰ ਵੀ ਨਹੀਂ ਛੱਡਿਆ। ਔਰ ਜਿਸ ਵੇਲੇ ਉਹ ਜੇਲ੍ਹ ਦੇ ਵਿੱਚ ਸੀਗੇ, ਘੱਟੋ ਘੱਟ 5 ਕਰੋੜ ਰੁਪਇਆ ਤੁਸੀਂ ਦੋਵਾਂ ਨੇ ਉਹਨਾਂ ਦੀ ਪਤਨੀ ਦੇ ਕੋਲੋਂ ਲਿੱਤਾ ਔਰ ਬਾਅਦ ਦੇ ਵਿੱਚ ਜੀਤੇ ਮੋੜ ਨੂੰ ਇਸ ਗੱਲ ਬਾਰੇ ਪਤਾ ਲੱਗਾ। ਇਹ 'ਚ ਕੀ ਹਕੀਕਤ ਹੈ ਜੀ? ਦੇਖੋ 5 ਕਰੋੜ ਬਹੁਤ ਛੋਟੀ ਜਿਹੀ ਰਕਮ ਨਹੀਂ, ਕੋਈ 5000 ਨਹੀਂ, 500 ਨਹੀਂ, 50000 ਨਹੀਂ ਆ। ਪਹਿਲਾਂ ਤਾਂ ਉਹ 5 ਕਰੋੜ ਅਸੀਂ ਤੁਹਾਡੀ ਇੰਟਰਵਿਊ ਸੁਣੀ ਸੀ, 5 ਕਰੋੜ 72 ਲੱਖ ਦਾ ਜ਼ਿਕਰ ਕਰ ਰਿਹਾ ਉਹ 5 ਕਰੋੜ 72 ਲੱਖ ਇਹਦੇ ਜੇਲ੍ਹ ਵਿੱਚ ਹੁੰਦਿਆਂ ਉਹਦੀ ਪਤਨੀ ਨੇ ਕਿਸੇ ਬੈਂਕ ਚੋਂ ਕਢਾਇਆ ਹੋਏਗਾ, ਕੋਈ ਰਜਿਸਟਰੀ ਕੀਤੀ ਹੋਏਗੀ, ਕਿਤੋਂ ਕਿਸੇ ਮਾਰਕੀਟ ਚੋਂ ਪੈਸਾ ਫੜਿਆ ਹੋਏਗਾ, ਫੇਰ ਹੀ ਉਹ ਸਾਨੂੰ ਦੇ ਸਕਦੇ ਨੇ। ਜਾਂ ਸਾਡੇ ਅਕਾਊਂਟਸ 'ਚ ਆਇਆ ਹੋਵੇ, ਫਿਰ ਸਾਡੇ ਅਕਾਊਂਟਸ 'ਚ ਆਇਆ ਹੋਊਗਾ 5 ਕਰੋੜ 72 ਲੱਖ ਰੁਪਇਆ, ਉੜ ਕੇ ਤੇ ਕਿਤੇ ਚਲੇ ਨਹੀਂ ਜਾਣਾ, ਸਾਨੂੰ ਮਿਲ ਨਹੀਂ ਜਾਣਾ ਕਿਸੇ ਤਰੀਕੇ ਨਾਲ। ਅਸੀਂ ਇਹੋ ਜਿਹਾ ਕੋਈ ਵੀ ਨਾ ਤਾਂ ਉਹਨਾਂ ਨੂੰ ਕੋਈ ਥ੍ਰੈਟ ਕੀਤਾ, ਨਾ ਸਾਨੂੰ ਕਦੀ ਕੋਈ ਪੈਸਾ ਮਿਲਿਆ। ਇਸ ਸੰਬੰਧੀ ਉਹਨਾਂ ਨੂੰ ਸਬੂਤ ਪੇਸ਼ ਕਰਨੇ ਚਾਹੀਦੇ ਆ। ਜਿਹੜੇ ਤਰੀਕੇ ਨਾਲ ਜਿਹੜੇ ਚੈਨਲ ਨਾਲ ਉਹਨਾਂ ਨੇ ਪੈਸਾ ਦਿੱਤਾ ਉਹਦਾ ਸਬੂਤ ਪੇਸ਼ ਕਰਨਾ ਚਾਹੀਦਾ ਉਹਨਾਂ ਨੂੰ। ਲੇਕਿਨ ਅਸੀਂ ਕੋਈ ਵੀ ਪੈਸਾ ਨਹੀਂ ਪ੍ਰਾਪਤ ਕੀਤਾ, ਨਾ ਅਸੀਂ ਉਹਨਾਂ ਨੂੰ ਕੋਈ ਥ੍ਰੈਟ ਕੀਤਾ, ਨਾ ਸਾਡੀ ਇਹ ਮਨਸ਼ਾ ਹੀ ਆ।
ਸਟੂਡੀਓ ਦੇ ਵਿੱਚ ਤੀਰਥ ਸਿੰਘ ਵੀ ਮੌਜੂਦ ਹੈਗੇ ਨੇ, ਇਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ, ਜਾਣਨ ਦੀ ਕੋਸ਼ਿਸ਼ ਕਰਦੇ ਹਾਂ। ਤੁਹਾਡੇ ਨਾਲ ਵਾਸੂ ਪਾਠਕ ਤੇ ਚਰਨ ਸਿੰਘ ਜੀ, ਤੁਹਾਡੇ ਨਾਲ ਤੀਰਥ ਸਿੰਘ ਆਏ ਹੋਏ ਆ। ਤੁਸੀਂ ਕਹਿੰਦੇ ਹੋ ਕਿ ਇਹ ਵੀ ਉਹਨਾਂ ਦੇ ਸਤਾਏ ਹੋਏ ਆ ਜੀਤੇ ਮੋੜ ਤੇ, ਇਹਨਾਂ ਦੀ ਕੀ ਕਹਾਣੀ ਹੈ ਜੀ? ਕੀ ਕਹਾਣੀ ਹੈ ਤੁਹਾਡੀ ਤੀਰਥ ਜੀ? ਸਰ ਤੁਹਾਡਾ ਧੰਨਵਾਦ ਬਹੁਤ ਬਹੁਤ ਜੀ, ਤੁਸੀਂ ਜਿਹੜਾ ਸਾਨੂੰ ਮੌਕਾ ਦਿੱਤਾ। ਰਣਜੀਤ ਸਿੰਘ ਜੀਤਾ ਮੋੜ ਤੇ ਦਵਿੰਦਰ ਸਿੰਘ ਜਵਾਰਾ, ਇਹ ਦੋਵੇਂ ਮਹਾਰਾਜ ਇਕੱਠੇ ਕਾਰੋਬਾਰ ਕਰਦੇ ਆ, ਇਕੱਠਾ ਕੰਮ ਕਰਦੇ ਆ, ਡਰੱਗ ਦਾ ਕੰਮ ਕਰਦੇ ਆ। ਔਰ ਜਿਹਦੇ ਵਿੱਚ ਦਵਿੰਦਰ ਸਿੰਘ ਜਵਾਰਾ ਜਿਹੜਾ ਅਮਰੀਕਾ ਦੇ ਵਿੱਚ ਮਹਾਰਾਜ ਡਰੱਗ ਦੇ ਕੰਮ ਦੇ ਵਿੱਚ ਫੜਿਆ ਵੀ ਗਿਆ, ਨਾਲ ਪੈਸੇ ਵੀ ਫੜੇ ਗਏ ਆ। 85 ਕਿਲੋ ਕੋਕਿੰਗ ਦੇ ਨਾਲ ਫੜਿਆ ਗਿਆ ਸੀ ਇਹ। 23/6/18 ਨੂੰ ਕਪੂਰਥਲਾ ਸੀਏ ਸਟਾਫ ਦੀ ਪੁਲਿਸ ਨੇ ਕਾਲਾ ਸਿੰਘਿਆ ਵਿੱਚ ਰੇਡ ਕੀਤਾ। ਇਹਨਾਂ ਦੇ ਜੀਤਾ ਔਰ ਜਵਾਰੇ ਦੇ ਜਿਹੜੇ ਬੰਦੇ ਸੀਗੇ, ਦਵਿੰਦਰ ਸਿੰਘ ਜਵਾਰੇ ਦੇ, ਰਣਜੀਤ ਸਿੰਘ ਜੀਤੇ ਮੋੜ ਦੇ, ਉਹਨਾਂ ਦੇ ਬੰਦਿਆਂ ਨੂੰ ਪੁਲਿਸ ਨੇ ਫੜ ਲਿਆ ਸੀ ਮੌਕੇ ਦੇ ਉੱਤੋਂ। ਬੰਦੇ ਫੜ ਲਏ ਤੇ ਜਦੋਂ ਇਹਨਾਂ ਨੂੰ ਪਤਾ ਲੱਗਾ ਕਿ ਬੰਦੇ ਸਾਡੇ ਫੜ ਲਏ, ਇਹਨਾਂ ਨੇ ਹੋਰ ਬੰਦੇ ਭੇਜ ਕੇ ਪੁਲਿਸ ਪਾਰਟੀ ਦੇ ਉੱਤੇ ਹਮਲਾ ਬੋਲ ਦਿੱਤਾ ਜੀ। ਹਮਲਾ ਬੋਲ ਕੇ ਪੁਲਿਸ ਪਾਰਟੀ ਨੂੰ ਇਹਨਾਂ ਨੇ ਜ਼ਖਮੀ ਕਰ ਦਿੱਤਾ ਬਹੁਤ ਜ਼ਿਆਦਾ। ਜ਼ਖਮੀ ਕਰਨ ਤੋਂ ਬਾਅਦ ਇਹਨਾਂ ਨੇ ਆਪਣੇ ਬੰਦਿਆਂ ਨੂੰ ਛੁਡਵਾ ਕੇ ਲੈ ਗਏ, ਜਿਹਦੇ ਕਾਰਨ ਅਸੀਂ ਉਹ ਪੁਲਿਸ ਜਿਹੜੇ ਬੰਦੇ ਜ਼ਖਮੀ ਸੀ ਉਹਨਾਂ ਨੂੰ ਸਿਵਲ ਹਸਪਤਾਲ ਕਪੂਰਥਲਾ ਪਹੁੰਚਾਇਆ, ਤੇ ਜਿਹਦੇ ਵਿੱਚ ਉਹਨਾਂ ਦੇ ਉੱਤੇ FIR ਵੀ ਦਰਜ ਹੋਈ 70 ਨੰਬਰ 18। ਤੇ ਉਸ FIR ਦੇ ਵਿੱਚ ਪੁਲਿਸ ਪਾਰਟੀ ਨੇ ਮੈਨੂੰ ਔਰ ਮੇਰੇ ਭਰਾ ਬਲਕਾਰ ਸਿੰਘ ਨੂੰ ਮਾਰੇ ਮੁੱਖ ਗਵਾਹ ਰੱਖ ਲਿਆ ਜੀ, ਸਰਕਾਰੀ ਗਵਾਹ ਬਣਾ ਲਿਆ। ਸਰਕਾਰੀ ਗਵਾਹ, ਕਿਉਂਕਿ ਅਸੀਂ ਉਹਨਾਂ ਨੂੰ ਲੈ ਕੇ ਗਏ ਸੀ, ਸਾਡੇ ਸਾਹਮਣੇ ਇਹ ਸਾਰਾ ਘਟਨਾਕ੍ਰਮ ਹੋਇਆ ਜਿਹੜਾ। ਉਸ ਗਵਾਹੀ ਨੂੰ ਲੈ ਕੇ ਇਹਨਾਂ ਨੇ ਮੇਰੇ ਭਰਾ ਨੂੰ ਬਹੁਤ ਜ਼ਿਆਦੀਆਂ ਧਮਕੀਆਂ ਦੇਣੀਆਂ ਸ਼ੁਰੂ ਕੀਤੀਆਂ ਵੀ ਤੂੰ ਗਵਾਹੀ ਨਾ ਦੇ, ਤੈਨੂੰ ਅਸੀਂ ਤੇਰਾ ਕਤਲ ਕਰ ਦਿਆਂਗੇ, ਤੈਨੂੰ ਮਾਰ ਦਿਆਂਗੇ। ਮੇਰੇ ਭਰਾ ਨੇ ਇਹ ਸੋਚ ਕੇ ਵੀ ਨਹੀਂ, ਇਹ ਐਵੇਂ ਗੱਲਾਂ ਕਰਦੇ ਆ। ਮੇਰੇ ਭਰਾ ਨੇ ਜਦੋਂ ਹਟੇ ਜ਼ਿਆਦਾ ਧਮਕੀਆਂ ਦਿੱਤੀਆਂ ਇਹਨਾਂ ਨੇ। ਮੇਰਾ ਭਰਾ ਜਿਹੜਾ ਕਪੂਰਥਲੇ SSP ਸਾਹਿਬ ਨੂੰ, ਥੱਲੇ ਵਾਲੇ ਅਫਸਰਾਂ ਨੂੰ, ਸਾਰਿਆਂ ਨੂੰ ਮਾਰਿਆ, ਕੰਪਲੇਂਟਾਂ ਕੀਤੀਆਂ ਕਿ ਮੈਨੂੰ ਬਚਾਓ, ਵੀ ਇਹ ਮੈਨੂੰ ਮਾਰਨ ਦੀਆਂ ਧਮਕੀਆਂ ਦੇ ਰਿਹਾ, ਮੈਨੂੰ ਇਹਨਾਂ ਨੇ ਮਾਰ ਦੇਣਾ ਆ, ਮੇਰੇ ਨਿੱਕੇ ਨਿੱਕੇ ਬੱਚੇ ਆ, ਮੇਰਾ ਪਰਿਵਾਰ ਆ, ਮੈਨੂੰ ਇਹਨਾਂ ਨੇ ਮਾਰ ਦੇਣਾ, ਮੈਨੂੰ ਬਚਾਇਆ ਜਾਵੇ। ਪਰ ਪੁਲਿਸ ਨੇ ਕੋਈ ਇਸ ਚੀਜ਼ 'ਤੇ ਗੌਰ ਨਹੀਂ ਕੀਤਾ, ਤੇ ਇਹਨਾਂ ਨੇ ਲਾਸਟ 2020 ਨੂੰ 3/5/2020 ਨੂੰ ਮੇਰੇ ਭਰਾ ਬਲਕਾਰ ਸਿੰਘ ਮੰਤਰੀ ਦਾ ਕਤਲ ਕਰਵਾਤਾ। ਹੁਣ ਜਿਸ ਤਰੀਕੇ ਦੇ ਨਾਲ ਚਰਨ ਸਿੰਘ ਜੀ ਤੁਸੀਂ ਕਹਿੰਦੇ ਹੈਗੇ ਹੋ, ਔਰ ਮੈਂ ਉਹਨਾਂ ਕੋਲ ਸਵਾਲ ਵੀ ਕੀਤਾ ਸੀ ਜੀਤੇ ਮੋੜ ਦੇ ਕੋਲੋਂ, ਔਰ ਤੁਹਾਡੀ ਪਟੀਸ਼ਨ ਦੇ ਵਿੱਚ ਤੁਸੀਂ ਇਸ ਚੀਜ਼ ਦਾ ਜ਼ਿਕਰ ਕੀਤਾ ਕਿ ਸੋਨੂ ਕੰਗਲਾ, ਭੋਲੂ ਹਵੇਲੀਆਂ, ਉਹਨਾਂ ਦਾ ਇੱਕ ਕਨੈਕਸ਼ਨ ਹੈਗਾ, ਇੱਕ ਤਾਲੁਕਾਤ ਹੈਗਾ ਜੀਤੇ ਮੋੜ ਦੇ ਨਾਲ। ਲੇਕਿਨ ਜਦੋਂ ਉਹਨਾਂ ਕੋਲੋਂ ਸਵਾਲ ਕੀਤਾ ਗਿਆ, ਉਹ ਕਹਿੰਦੇ ਕਿ ਮੈਂ ਤਾਂ ਬੇਖਬਰ ਹਾਂ, ਮੈਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈਗੀ, ਨਾ ਮੇਰਾ ਕੋਈ ਤਾਲੁਕਾਤ, ਨਾ ਕੋਈ ਰਿਸ਼ਤਾ ਹੈਗਾ। ਇਸ ਤਰ੍ਹਾਂ ਜੀ, ਮੈਂ ਇਸ ਸੰਬੰਧੀ ਮੈਂ ਵਿਦ ਪ੍ਰੂਫ ਤੁਹਾਡੇ ਕੋਲ ਆਇਆ। ਸਭ ਤੋਂ ਪਹਿਲੀ ਗੱਲ ਤੇ ਆਪਣੀ ਮੇਰੀ ਭਾਈਵਾਲੀ ਦੀ ਵਿੱਚ ਕਹਾਣੀ ਚੱਲਦੀ ਜਾ ਰਹੀ ਹੈ ਲਗਾਤਾਰ। ਜਦੋਂ ਚੀਮੇ ਕੋਲ ਅਸੀਂ ਮਿਲੇ ਤਾਂ ਉੱਥੇ ਕੁਝ ਕਾਗਜ਼ਾਂ ਦਾ ਆਦਾਨ ਪ੍ਰਦਾਨ ਹੋਇਆ। ਅੱਛਾ। ਕੁਝ ਹਿਸਾਬ ਕਿਤਾਬ ਦਾ ਆਦਾਨ ਪ੍ਰਦਾਨ ਹੋਇਆ, ਜਿਸ ਵਿੱਚ ਮਨੀਸ਼ ਨੇ ਆਪਣੇ ਲੈਪਟਾਪ ਚੋਂ, ਕੰਪਿਊਟਰ ਚੋਂ, ਘਰੋਂ ਜੋ ਡਾਟਾ, ਜੋ ਅਕਾਊਂਟਸ ਵੱਖ-ਵੱਖ ਕਲੋਨੀਆਂ ਦੇ ਕੱਢ ਕੇ ਲਿਆਂਦੇ ਸੀ, ਉਹਨਾਂ ਦੀਆਂ ਕਾਪੀਆਂ ਮਨੀਸ਼ ਨੇ ਮੈਨੂੰ ਸੌਂਪੀਆਂ ਵੀ ਆਹ ਹਿਸਾਬ ਆਪਾਂ ਨਿਬੇੜਨਾ ਵਾ, ਤੁਹਾਡਾ ਕੀ ਬਣਦਾ, ਸਾਡਾ ਕੀ ਬਣਦਾ। ਲੇਕਿਨ ਉਸ ਤੋਂ ਬਾਅਦ ਰਣਜੀਤ ਸਿੰਘ ਜੋ ਵੀ ਸਮਝੌਤਾ ਦੇ ਨੇੜੇ ਤੇੜੇ ਗੱਲ ਪਹੁੰਚੀ ਸੀ, ਉਹ ਤੋਂ ਵੀ ਮੁੱਕਰ ਗਿਆ। ਉਹ ਕੋਈ ਵੀ ਮੈਨੂੰ ਰਣਜੀਤ ਸਿੰਘ ਨੇ ਕਲੋਨੀ ਜਾਂ ਕੋਈ ਪ੍ਰਾਪਰਟੀ ਜਿਹੜੀ ਆ ਮੈਨੂੰ ਨਹੀਂ ਦਿੱਤੀ। ਤਾਂ ਲੇਕਿਨ ਉਹ ਡਾਟਾ ਜਿਹੜਾ ਮੇਰੇ ਕੋਲ ਆ ਗਿਆ, ਜਿਹੜਾ ਮਨੀਸ਼ ਕੁਮਾਰ ਨੇ ਪ੍ਰਿੰਟ ਕੱਢ ਕੇ ਦਿੱਤੇ ਸੀ ਆਪਦੇ ਲੈਪਟਾਪ ਦੇ ਪ੍ਰਿੰਟਰ ਤੋਂ, ਵੱਖ-ਵੱਖ ਕਲੋਨੀਆਂ ਦੇ ਅਕਾਊਂਟਸ ਦੇ, ਜਦੋਂ ਉਸ ਦੀ ਮੈਂ ਪੜਤਾਲ ਕੀਤੀ ਤਾਂ ਉਹਦੇ ਵਿੱਚ ਵੱਖ-ਵੱਖ ਪੁਲਿਸ ਅਫਸਰਾਂ ਤੇ ਵੱਖ-ਵੱਖ ਗੈਂਗਸਟਰਾਂ ਦੇ ਆਏ ਹੋਏ ਪੈਸਿਆਂ ਦਾ ਜ਼ਿਕਰ ਸੀ, ਜੋ ਕਿ ਭੁਲੇਖੇ ਨਾਲ ਮਨੀਸ਼ ਉਹਨਾਂ ਚੀਜ਼ਾਂ ਨੂੰ ਡਿਲੀਟ ਨਹੀਂ ਕਰ ਸਕਿਆ। ਉਹ ਡਾਟਾ ਵੀ ਸਾਨੂੰ ਦੇ ਗਿਆ। ਉਹ ਤੁਹਾਡੀ ਲੈਜਰ ਦੇ ਵਿੱਚ ਨਹੀਂ ਸੀਗਾ, ਉਹ ਜੋ ਡੇਟਾ ਬਾਅਦ ਚ ਆਇਆ ਉਹਦੇ ਚ ਸੀ। ਲੈਪਟਾਪ ਦੇ ਵਿੱਚ ਜਿਹੜਾ ਵੱਖ-ਵੱਖ ਕਲੋਨੀਆਂ ਦਾ ਹਿਸਾਬ ਮਨੀਸ਼ ਹੀ ਰੱਖਦਾ ਸੀ, ਮੈਂ ਨਹੀਂ ਸੀ ਰੱਖਦਾ ਲੈਜਰ ਕੋਈ। ਵੱਖ-ਵੱਖ ਕਲੋਨੀਆਂ ਦਾ ਹਿਸਾਬ ਮਨੀਸ਼ ਆਪਣੇ ਲੈਪਟਾਪ ਤੇ ਰੱਖਦਾ ਸੀ। ਤੁਸੀਂ ਕੋਈ ਲੈਜਰ ਨਹੀਂ ਸਾਂਭਦੇ ਸੀਗੇ ਜੀਤੇ ਮੋੜ ਦੀ? ਨਹੀਂ, ਬਿਲਕੁਲ ਨਹੀਂ। ਪਰ ਜਿਹੜੀ ਪਟੀਸ਼ਨ ਦੇ ਵਿੱਚ ਜ਼ਿਕਰ ਕੀਤਾ ਹੋਇਆ ਹੈ ਕਿ ਉਹਦੇ 'ਚ ਤਾਂ ਤੁਹਾਡਾ ਜ਼ਿਕਰ ਹੈਗਾ ਕਿ ਤੁਹਾਡੇ ਕੋਲ ਕੋਈ ਲੈਜਰ ਸੀਗੀ। ਨਹੀਂ, ਲੈਜਰ ਔਰ ਜੋ ਮੀਡੀਆ ਰਿਪੋਰਟਸ ਹੈਗੀਆਂ ਨੇ ਉਹਦੇ ਵਿੱਚ ਵੀ ਇਸ ਚੀਜ਼ ਦਾ ਜ਼ਿਕਰ ਹੈਗਾ। ਨਹੀਂ, ਬਿਲਕੁਲ ਨਹੀਂ। ਕੋਈ ਵੀ ਇਹੋ ਜਿਹੀ ਲੈਜਰ ਮੈਂ ਨਹੀਂ ਮੇਨਟੇਨ ਕਰਦਾ ਸੀ, ਬਲਕਿ ਮਨੀਸ਼ ਮੇਨਟੇਨ ਕਰਦਾ ਸੀ। ਤਾਂ ਮਨੀਸ਼ ਨੇ ਉਹਦੇ ਪ੍ਰਿੰਟ ਕੱਢ ਕੇ ਸਾਨੂੰ ਦਿੱਤੇ ਸੀ। ਅੱਛਾ। ਔਰ ਭੁਲੇਖੇ ਦੇ ਨਾਲ ਉਹਦੇ 'ਚ ਉਹ ਉਹ ਇੱਕ ਲਿਸਟ ਤੁਹਾਡੇ ਕੋਲ ਪਹੁੰਚ ਗਈ ਕਿ ਜਿਹਦੇ 'ਚ ਅਫਸਰਾਂ ਦੇ ਨਾਮ ਸੀਗੇ। ਔਰ ਚੀਜ਼ਾਂ ਦੇ ਜਦੋਂ ਕਾਗਜ਼ਾਂ ਦੇ ਦਾਨ ਪ੍ਰਦਾਨ ਤੇ ਕੁਝ ਬਿਆਨੇ ਵੀ ਸਾਡੇ ਕੋਲ ਪਹੁੰਚ ਗਏ, ਜਿਹੜੇ ਇੱਕ ਦੋ ਗੈਂਗਸਟਰਾਂ ਦੇ ਨਾਮ ਤੇ ਬਿਆਨੇ ਕੀਤੇ ਹੋਏ ਸੀ। ਕਿਹੜੇ ਗੈਂਗਸਟਰ ਸੀਗੇ ਜੀ? ਜੇ ਸੋਨੂ ਕੰਗਲਾ, ਭੋਲੂ ਹਵੇਲੀਆ, ਜਗਜੀਤ ਚਹਿਲ, ਇਸ ਤਰ੍ਹਾਂ ਇਹਨਾਂ ਮਤਲਬ ਸਮਗਲਰਾਂ ਜਾਂ ਗੈਂਗਸਟਰਾਂ ਦੇ ਨਾਂ ਤੇ ਬਿਆਨੇ ਸੀ। ਇਹ ਚੀਜ਼ਾਂ ਸਾਡੇ ਕੋਲ ਤਾਂ ਇਸ ਤਰੀਕੇ ਨਾਲ ਆਈਆਂ।
ਔਰ ਉਹਦੇ ਨਾਲ ਤੁਸੀਂ ਕਹਿੰਦੇ ਹੋ ਕਿ ਹਾਂ ਤੁਸੀਂ ਉਸ ਚੀਜ਼ ਨੂੰ ਸਾਬਤ ਕਰਦੇ ਹੋ ਕਿ ਹਾਂ ਸੋਨੂ ਕੰਗਲਾ, ਭੋਲੂ ਹਵੇਲੀਆਂ, ਜਗਜੀਤ ਚਹਿਲ ਇਹਨਾਂ ਦੇ ਨਾਲ ਚੰਗੇ ਸੰਬੰਧ ਸੀਗੇ ਜੀਤੇ ਮੋੜ ਦੇ। ਦਿਖਾਓ ਪੁਨੀਤ। ਅੱਛਾ, ਇਸ ਤੋਂ ਹੋਰ ਮੈਂ ਹੈਰਾਨੀਜਨਕ ਤੁਹਾਨੂੰ ਗੱਲ ਦੱਸਣੀ ਚਾਹੁੰਦਾ ਵੀ ਜਿਸ ਤਰ੍ਹਾਂ ਰਣਜੀਤ ਸਿੰਘ ਆਪਣੀ ਇੰਟਰਵਿਊ 'ਚ ਕਹਿ ਰਿਹਾ ਕਿ ਮੈਨੂੰ ਗੈਂਗਸਟਰਾਂ ਨਾਲ ਬਹੁਤ ਜ਼ਿਆਦਾ ਨਫ਼ਰਤ ਆ। ਤੁਸੀਂ ਸੰਦੀਪ ਨੰਗਲ ਅੰਬੀਆਂ ਇੰਟਰਨੈਸ਼ਨਲ ਕਬੱਡੀ ਖਿਡਾਰੀ ਜਿਹੜਾ ਕਿ ਪਿਛਲੇ ਕੁਝ ਮਹੀਨਿਆਂ ਪਹਿਲਾਂ ਕਤਲ ਹੋ ਗਿਆ ਸੀ, ਉਹਦੇ ਬਾਰੇ ਤਾਂ ਬਹੁਤ ਚੰਗੀ ਤਰ੍ਹਾਂ ਸਾਰਾ ਪੰਜਾਬ ਹੀ ਵਾਕਫ ਆ, ਸਾਰਾ ਵਰਲਡ ਹੀ ਵਾਕਫ ਆ ਜੀ। ਉਸ ਕਤਲ ਦੇ ਵਿੱਚ ਨਾਮਜ਼ਦ ਪਨੀਤ ਲਖਨਪਾਲ ਨਾਂ ਦਾ ਇੱਕ ਗੈਂਗਸਟਰ, ਨਾਮੀ ਗੈਂਗਸਟਰ ਜਿਹੜਾ ਪੁਲਿਸ ਨੂੰ ਵਾਂਟਡ ਆ, ਉਹ ਗੈਂਗਸਟਰ ਖੁਦ ਸਿਵਲ ਕੋਰਟਸ ਕਪੂਰਥਲਾ ਦੇ ਵਿੱਚ ਅਕਵਾਲੀਆ ਬਿਆਨ ਕਰਦਾ, ਕੇਸ ਕਰਦਾ ਵਾ ਕਿ ਮੈਂ ਰਣਜੀਤ ਸਿੰਘ ਨਾਲ ਕੰਮ ਕਰਦਾ। ਉਹ ਇਹ ਕੇਸ ਇੱਕ ਮੇਰੇ ਤੇ ਕਰਦਾ, ਮੇਰੇ ਤੇ ਕੇਸ ਕਰਦਾ ਵਾ ਵੀ ਚਰਨ ਸਿੰਘ ਨੇ ਸਾਡੀ ਇੱਜ਼ਤ ਤਾਂ ਕੀਤੀ ਆ ਤੇ ਮੈਂ ਰਣਜੀਤ ਸਿੰਘ ਨਾਲ ਕੰਮ ਕਰਦਾ ਵਾਂ। ਉਹਦੇ ਨਾਲ ਇੱਕ ਹੋਰ ਗੈਂਗਸਟਰ ਆ ਕਰਨ ਸਾਬੀ, ਉਹ ਵੀ ਚਰਨ ਸਿੰਘ ਤੇ ਕੇਸ ਕਰਦਾ ਵਾ ਕਿ ਅਸੀਂ ਰਣਜੀਤ ਸਿੰਘ ਨਾਲ ਕੰਮ ਕਰਦੇ ਆ ਤੇ ਚਰਨ ਸਿੰਘ ਨੇ ਸਾਡੀ ਇੱਜ਼ਤ ਤਾਂ ਕੀਤੀ ਆ। ਇੱਕ ਹੋਰ ਗੈਂਗਸਟਰ ਆ ਕਮਲਜੀਤ ਸਿੰਘ ਕਮਲ, ਉਹ ਵੀ ਮੇਰੇ ਤੇ ਕੇਸ ਕਰਦਾ ਵਾ ਕਿ ਮੈਂ ਰਣਜੀਤ ਸਿੰਘ ਨਾਲ ਕੰਮ ਕਰਦਾ ਤੇ ਚਰਨ ਸਿੰਘ ਨੇ ਸਾਡੀ ਇੱਜ਼ਤ ਤਾਂ ਕੀਤੀ ਆ। ਸਾਡੇ ਕੋਲ ਫੋਟੋਜ਼ ਵੀ ਨੇ ਜੀ, ਆ ਦਵਿੰਦਰ ਜਵਾਲੇ ਨਾਲ ਫੋਟੋ ਹੈ ਜੀ ਇਹਦੀ। ਇਹ ਕਹਿੰਦਾ ਮੈਂ ਜਾਣਦਾ ਨਹੀਂ ਇਹ ਦਵਿੰਦਰ ਜਵਾਲੇ। ਕਹਿੰਦਾ ਕਿ ਮੈਂ ਦਵਿੰਦਰ ਜਵਾਲੇ ਨੂੰ ਨਹੀਂ ਜਾਣਦਾ। ਦਵਿੰਦਰ ਜਵਾਲੇ ਨਾਲ ਇਹ ਫੋਟੋ ਆ, ਲੇਕਿਨ ਸਾਡੇ ਕੋਲ ਇਸ ਦਾ ਇੱਕ ਡਾਕੂਮੈਂਟਰੀ ਪ੍ਰੂਫ ਆ ਜਿਸ ਵਿੱਚ ਦਵਿੰਦਰ ਜਵਾਲਾ ਤੇ ਰਣਜੀਤ ਸਿੰਘ ਦੋਨੋਂ ਕੋਰਟ ਦੇ ਵਿੱਚ ਅਕਵਾਲੀਆ ਬਿਆਨ ਕਰਦੇ ਆ ਕਿ ਅਸੀਂ ਦੋਨੋਂ ਭਾਈਵਾਲ ਆ। ਉਹ ਹੈ ਜੀ ਸਿਵਲ ਕੋਰਟ ਕਪੂਰਥਲਾ ਦੇ ਵਿੱਚ ਰਣਜੀਤ ਸਿੰਘ ਤੇ ਦਵਿੰਦਰ ਸਿੰਘ ਜਵਾਰਾ ਜਿਹੜਾ ਇੰਟਰਨੈਸ਼ਨਲ ਸਮਗਲਰ 85 ਕਿਲੋ ਕੋਕੀਨ ਖਰੀਦਦਿਆਂ ਅੰਡਰ ਕਵਰ ਪੁਲਿਸ ਅਮਰੀਕਾ ਵੱਲੋਂ 16 ਕਰੋੜ ਇੰਡੀਅਨ ਵੈਲਿਊਏਸ਼ਨ ਦੇ ਬਰਾਬਰ ਡਰੱਗ ਮਨੀ ਨਾਲ ਫੜਿਆ ਗਿਆ ਸੀ। ਇਹ ਦੋਨੋਂ ਭਾਈਵਾਲਾ, ਇਸ ਗੱਲ ਦਾ ਇਹ ਸਬੂਤ ਆ ਸਿਵਲ ਕੋਰਟ ਕਪੂਰਥਲਾ ਦੇ ਵਿੱਚ ਦੋਨਾਂ ਵੱਲੋਂ ਇੱਕ ਸਾਂਝਾ ਕੇਸ ਚੱਲ ਰਿਹਾ ਕਿਸੇ ਤੀਜੀ ਪਾਰਟੀ ਦੇ ਖਿਲਾਫ। ਉਹਦੇ 'ਚ ਦੋਨਾਂ ਨੇ ਮੰਨਿਆ ਕਿ ਅਸੀਂ ਆਰਬੀਆਰ ਕੰਪਨੀ ਸਾਡੀ ਸਾਂਝੀ ਆ ਤੇ ਉਹਦੇ 'ਚ ਅਸੀਂ ਭਾਈਵਾਲ। ਹੋਰ ਇਸ ਤੋਂ ਵੱਧ ਪੁਖਤਾ ਸਬੂਤ ਕੀ ਚਾਹੀਦੇ ਆ ਕਿ ਤਿੰਨ ਗੈਂਗਸਟਰ ਕਹਿਣ ਡਿਆ ਕਿ ਅਸੀਂ ਰਣਜੀਤ ਸਿੰਘ ਨਾਲ ਕੰਮ ਕਰਦੇ ਆ, ਇੱਕ ਇੰਟਰਨੈਸ਼ਨਲ ਸਮਗਲਰ ਕਹਿ ਰਿਹਾ ਤੇ ਖੁਦ ਰਣਜੀਤ ਸਿੰਘ ਵੀ ਕਹਿ ਰਿਹਾ ਕਿ ਮੈਂ ਉਹਦਾ ਭਾਈਵਾਲ। ਇਸ ਤੋਂ ਜ਼ਿਆਦਾ ਸਬੂਤ ਅਸੀਂ ਕੀ ਦੇਈਏ? ਹੁਣ ਤੁਹਾਡੀ ਡਿਮਾਂਡ ਕੀ ਹੈ? ਸਾਡੀ ਡਿਮਾਂਡ ਕਿਉਂਕਿ ਉਹ ਤਾਂ ਕਹਿੰਦੇ ਹੈਗੇ ਕਿ ਚਰਨ ਸਿੰਘ ਤੇ ਵਾਸੂ ਪਾਠਕ ਦੀ ਇੱਕੋ ਇੱਕ ਡਿਮਾਂਡ ਹੈ ਕਿ ਉਹਨਾਂ ਨੂੰ ਪੈਸੇ ਮਿਲ ਜਾਣ, ਉਹਨਾਂ ਨੂੰ ਉਹਨਾਂ ਦਾ ਜੋ ਵੀ ਉਹ ਵਾਰ-ਵਾਰ ਇਹੀ ਕਹਿੰਦੇ ਆ ਕਿ ਮੈਨੂੰ ਬਲੈਕਮੇਲ ਕੀਤਾ ਯਾਰ। ਤੁਹਾਡੀ ਡਿਮਾਂਡ ਕੀ ਹੈ? ਇਹਦੇ 'ਚ ਮੈਂ ਇੱਕ ਹੋਰ ਥੋੜੀ ਜਿਹੀ ਲਿਆਉਣਾ ਚਾਹੁੰਦਾ ਕਿ ਮੈਂ ਇੰਟਰਵਿਊ ਆਪ ਜੀ ਦੀ ਉਹ ਦੇਖੀ ਸੀ ਜਿਹੜੀ ਰਣਜੀਤ ਸਿੰਘ ਨਾਲ ਹੋਈ ਆ। ਉਹਦੇ ਰਣਜੀਤ ਸਿੰਘ ਕਹਿੰਦਾ ਕਿ ਮੈਂ ਚਰਨ ਸਿੰਘ ਨੂੰ 120 ਕਰੋੜ ਦੀ ਪ੍ਰਾਪਰਟੀ ਦੇਤੀ। ਹੁਣ ਹੈਰਾਨੀ ਵਾਲੀ ਗੱਲ ਹੈ ਕਿ 120 ਕਰੋੜ ਦੀ ਪ੍ਰਾਪਰਟੀ ਕੋਈ ਆ ਮੇਜ਼ ਤਾਂ ਹੈ ਨਹੀਂ ਕਿ ਮੇਰੇ ਘਰੇ ਛੱਡ ਆਂਦਾ ਜਾ ਕੇ, ਕੋਈ ਚਮਚਾ ਤਾਂ ਹੈ ਨਹੀਂ, ਕੋਈ ਥਾਲੀ ਤਾਂ ਹੈ ਨਹੀਂ ਵੀ ਮੈਨੂੰ ਫੜਾਤੀ। 120 ਕਰੋੜ ਦੀ ਪ੍ਰਾਪਰਟੀ ਲਈ ਆਪਾਂ ਨੂੰ ਉਹਦੀਆਂ ਰਜਿਸਟਰੀਆਂ ਕਰਨੀਆਂ ਪੈਣਗੀਆਂ। ਕੀ ਰਣਜੀਤ ਸਿੰਘ ਉਹਦੇ ਚੋਂ ਕੋਈ 5 ਕਰੋੜ ਦੀ ਪ੍ਰਾਪਰਟੀ ਦੀ ਰਜਿਸਟਰੀ ਹੀ ਦਿਖਾ ਦੇਵੇ ਵੀ ਚਰਨ ਸਿੰਘ ਦੇ ਨਾਂ ਤੇ ਮੈਂ ਕੀਤੀ ਆ? ਹਵਾ ਜੇ ਤੀਰ ਮਾਰਦੇ ਤਾਂ ਅਲੱਗ ਗੱਲ ਆ, ਵੀ ਇੱਕ 5 ਕਰੋੜ ਦੀ ਪ੍ਰਾਪਰਟੀ ਦੀ ਰਜਿਸਟਰੀ ਹੀ ਦਿਖਾ ਦੇਵੇ ਵੀ ਜਿਹੜੀ ਰਣਜੀਤ ਸਿੰਘ ਨੇ ਜਾ ਕੇ ਕਿਸੇ ਵੀ ਆਪਣੇ ਰਜਿਸਟਰੀ ਦਫ਼ਤਰ ਦੇ ਵਿੱਚ ਮੇਰੇ ਨਾਲ ਕੀਤੀ ਹੋਵੇ। 120 ਤਾਂ ਬਹੁਤ ਵੱਡੀ ਗੱਲ ਆ। ਪਰ ਵਾਰ-ਵਾਰ ਕਹਿੰਦੇ ਕਿ ਸੀਬੀਆਈ ਦੀ ਜਾਂਚ ਮੰਗ ਰਹੇ ਹੋ। ਰਣਜੀਤ ਸਿੰਘ ਇਸ ਮਾਮਲੇ 'ਚ ਅਦਾਲਤ ਦੇ ਨਿਯਮਾਂ ਦੀ ਉਲੰਘਣਾ ਵੀ ਕਰ ਰਿਹਾ ਵਾ, ਕਿਉਂਕਿ ਇਸ ਸੰਬੰਧੀ ਨੈਸ਼ਨਲ ਕੰਪਨੀ ਲਾਅ ਟ੍ਰਿਬਿਊਨਲ ਦੇ ਵਿੱਚ ਕੇਸ ਚੱਲ ਰਿਹਾ, ਜਿਸ ਦੇ ਵਿੱਚ ਰਣਜੀਤ ਸਿੰਘ ਇਹ ਕੇਸ ਬਿਲਕੁਲ ਹਾਰਨ ਦੇ ਨੇੜੇ ਪਹੁੰਚਿਆ ਹੋਇਆ। ਤੁਸੀਂ ਹੈਰਾਨ ਹੋਵੋਗੇ, ਇੱਕ ਮੈਂ ਡਾਕੂਮੈਂਟ ਤੁਹਾਨੂੰ ਦਿਖਾਉਣਾ ਚਾਹੁੰਦਾ ਵਾਂ। ਰਣਜੀਤ ਸਿੰਘ ਨੇ ਇੱਕ ਜਾਲੀ ਸਰਟੀਫਿਕੇਟ ਬਣਾਇਆ ਮੇਰੇ ਸ਼ੇਅਰ ਖਰੀਦਣ ਦਾ। ਮੈਨੂੰ ਕੰਪਨੀ ਚੋਂ ਰਣਜੀਤ ਸਿੰਘ ਨੇ 420 ਦੇ ਤਰੀਕੇ ਨਾਲ ਬਾਹਰ ਕੱਢਤਾ, 420 ਵਰਤੀ ਉਹਦੇ 'ਚ। ਇਹ ਸਰਟੀਫਿਕੇਟ ਰਣਜੀਤ ਸਿੰਘ ਬਣਾਉਂਦਾ ਵਾ 5 ਫਰਵਰੀ 2018 ਨੂੰ ਕਿ ਮੈਂ ਚਰਨ ਸਿੰਘ ਦੇ ਸ਼ੇਅਰ ਖਰੀਦ ਲਏ। ਲਿਖਿਆ ਹੋਇਆ ਜੀ 5 ਫਰਵਰੀ 2018 ਨੂੰ ਮੈਂ ਚਰਨ ਸਿੰਘ ਦੇ ਸ਼ੇਅਰ ਖਰੀਦ ਲਿਆ। ਜਿਸ ਐਫੀਡੈਵਿਟ ਜਾਂ ਸਟਾਂਪ ਦੇ ਉੱਤੇ ਇਹ ਬਣਾਇਆ ਜਾਂਦਾ ਉਸ ਸਟਾਂਪ ਦਾ ਨੰਬਰ ਹੈ K987351। ਇਹਦੀ ਰਿਪੋਰਟ ਜਦੋਂ ਅਸੀਂ ਲਈ ਆ ਖਜ਼ਾਨਾ ਦਫ਼ਤਰ ਜਲੰਧਰ ਤੋਂ, ਆ ਰਹੀ ਰਿਪੋਰਟ, ਖਜ਼ਾਨਾ ਦਫ਼ਤਰ ਜਲੰਧਰ ਤੋਂ ਰਿਪੋਰਟ ਲਈ ਵੀ K987351 ਸਟਾਂਪ ਜਾਰੀ ਕਦੋਂ ਹੋਇਆ, ਤਾਂ ਜਿਹੜਾ K987351 ਸਟਾਂਪ ਆ ਉਹ ਜਾਰੀ ਹੋਇਆ 25 ਜਨਵਰੀ ਨਹੀਂ 16 ਫਰਵਰੀ
2018 ਨੂੰ ਖਜ਼ਾਨਾ ਦਫ਼ਤਰ ਜਲੰਧਰ ਦੀ ਰਿਪੋਰਟ ਆ ਵੀ ਇਹ ਸਟਾਮ 16 ਫਰਵਰੀ 2018 ਨੂੰ ਜਾਰੀ ਹੋਇਆ। ਲੇਕਿਨ ਰਣਜੀਤ ਸਿੰਘ 16 ਫਰਵਰੀ 2018 ਨੂੰ ਜਾਰੀ ਹੋਏ ਅਸਟਾਮ ਦੇ ਉੱਤੇ ਲਿਖਤ ਕਰਦਾ 5 ਫਰਵਰੀ 2018 ਨੂੰ 13 ਦਿਨ ਪਹਿਲਾਂ 11 ਦਿਨ ਪਹਿਲਾਂ ਸੌਰੀ 11 ਦਿਨ ਪਹਿਲਾਂ ਹੀ ਉਹ ਮੇਰੇ ਸ਼ੇਅਰ ਖਰੀਦ ਲੈਂਦਾ ਉਸ ਸਥਾਨ ਤੇ। ਕਿੰਨੀਆਂ ਕੁ ਰਣਜੀਤ ਸਿੰਘ ਦੇ ਪਾਪਾਂ ਦੀਆਂ ਕਹਾਣੀਆਂ ਦੱਸੀਆਂ ਸਾਡੇ, ਮਤਲਬ ਮੈਂ ਤਾਂ ਇਹ ਹੈਰਾਨ ਆ ਕਿ ਜੇਕਰ ਰਣਜੀਤ ਸਿੰਘ ਦੇ ਸਾਰੇ ਪਾਪ ਅਸੀਂ ਦੱਸਣ ਬਹਿ ਗਏ ਸ਼ਾਇਦ ਇੱਥੇ 2 ਦਿਨ ਸਟੂਡੀਓ 'ਚ ਬਹਿਣਾ ਪਵੇ। ਇੱਕ ਬੰਬੇ ਤੋਂ ਪਰਿਵਾਰ ਆਇਆ ਜੀ ਸਾਡੇ ਕੋਲ, ਉਹਦਾ ਮੁੰਡਾ ਚਿੱਟਾ ਪਲਾਪ ਲਾ ਕੇ ਮਾਰ ਦਿੱਤਾ ਜੀ। ਉਹਨਾਂ ਦੀ ਕਰੋੜਾਂ ਰੁਪਏ ਦੀ ਜਾਇਦਾਦ ਗ੍ਰੈਬ ਕੀਤੀ ਜੀ ਇਹਨਾਂ ਨੇ। ਬਜ਼ੁਰਗ ਬੰਦਾ ਜੀ, ਉਹਦਾ ਇੱਕੋ ਸਹਾਰਾ ਸੀਗਾ ਜੀ ਮੁੰਡਾ। ਉਹ ਜਦੋਂ ਪਿਓ ਦੇ ਮੋਢੇ ਤੇ ਮੁੰਡੇ ਦੀ ਲਾਸ਼ ਹੋਵੇ ਜੀ, ਨਾ ਦੱਸੋ। ਉਹਨਾਂ ਦਾ ਨਾਮ ਹੈ ਜੋਗਾ ਸਿੰਘ, ਬੰਬੇ ਰਹਿੰਦੇ ਆ ਜੀ ਬਜ਼ੁਰਗ, ਉਹ ਵੀ ਤੁਹਾਡੇ ਕੋਲ ਆਣਗੇ। ਤੁਸੀਂ ਹੋਰ ਕੋਈ ਗੱਲ ਕਰਨਾ ਚਾਹੁੰਦੇ ਹੋ? ਤੁਸੀਂ ਤੁਹਾਨੂੰ ਮੈਂ ਤੁਹਾਡੇ ਸਾਹਮਣੇ ਕੈਮਰਾ ਹੈਗਾ, ਤੁਸੀਂ ਕੀ ਕੁਝ ਡਿਮਾਂਡ ਕਰਨਾ ਚਾਹੁੰਦੇ ਹੋ? ਮੈਂ ਤਾਂ ਨਟਸ਼ਲ ਇੱਕ ਵਾਰ ਫੇਰ ਦੁਬਾਰਾ ਸਾਰੇ ਇਨਸੀਡੈਂਟ ਨੂੰ ਦੁਹਰਾਉਣਾ ਚਾਹੁੰਦਾ ਕਿ ਰਣਜੀਤ ਸਿੰਘ ਗੈਂਗਸਟਰਾਂ ਦਾ ਭਾਈਵਾਲਾ, ਉੱਚ ਪੁਲਿਸ ਅਫਸਰਾਂ ਦਾ ਭਾਈਵਾਲਾ, ਜਿਹਦੇ 'ਚ ਸਾਡੇ ਕੋਲ ਦਸਤਾਵੇਜ਼ੀ ਸਬੂਤ ਆ ਪੁਲਿਸ ਅਫਸਰਾਂ ਦੀ ਭਾਈਵਾਲੀ ਦੇ। ਕੋਈ ਹਵਾ 'ਚ ਤੀਰ ਨਹੀਂ ਉਹਦੇ ਕੋਲ ਰਣਜੀਤ ਸਿੰਘ ਨੂੰ ਅਸੀਂ ਮਾਰ ਰਹੇ, ਬਿਆਨੇ ਲਿਖੇ ਹੋਏ ਆ, ਬਿਆਨੇ ਲਿਖੇ ਹੋਏ ਆ। ਕੰਪਨੀਆਂ 'ਚ ਭਾਈਵਾਲੀ ਅਫਸਰਾਂ ਦੀ, ਉਹਨਾਂ ਦੀ ਔਲਾਦ ਦੀ ਭਾਈਵਾਲੀ ਹੈ ਕੰਪਨੀਆਂ ਦੇ ਵਿੱਚ। ਫਿਰ ਰਣਜੀਤ ਸਿੰਘ ਗੈਂਗਸਟਰਾਂ ਦਾ ਭਾਈਵਾਲਾ, ਇਸ ਗੱਲ ਤੇ ਸਾਡੇ ਕੋਲ ਲਿਖਤੀ ਸਬੂਤ ਆ ਕੋਰਟ ਦੇ ਵਿੱਚ। ਗੈਂਗਸਟਰਾਂ ਨੇ ਇਕਬਾਲੀਆ ਬਿਆਨ ਕੀਤਾ ਕਿ ਅਸੀਂ ਉਹਦੇ ਭਾਈਵਾਲ ਆ। ਫਿਰ ਦਵਿੰਦਰ ਸਿੰਘ ਜਵਾਹਰਾ ਤੇ ਰਣਜੀਤ ਸਿੰਘ ਖੁਦ ਭਾਈਵਾਲ ਆ, ਜਦੋਂ ਕਿ ਜਵਾਹਰਾ ਜਿਹੜਾ ਦਵਿੰਦਰ ਸਿੰਘ ਜਵਾਹਰਾ ਇੰਟਰਨੈਸ਼ਨਲ ਸਮਗਲਰ ਆ। ਫਿਰ ਇੰਟਰਨੈਸ਼ਨਲ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਦਾ ਕਾਤਲ ਨੀਤ ਲਖਨਪਾਲ ਰਣਜੀਤ ਸਿੰਘ ਦੇ ਨਾਲ ਕੰਮ ਕਰਦਾ, ਖੁਦ ਮੰਨਿਆ ਲਖਨਪਾਲ ਨੇ। ਲਖਨਪਾਲ ਨੇ ਇਹ ਗੱਲ ਨੂੰ ਖੁਦ ਮੰਨਿਆ ਕਿ ਮੈਂ ਰਣਜੀਤ ਸਿੰਘ ਨਾਲ ਕੰਮ ਕਰਦਾ। ਸੋ ਸਾਡੀ ਇਹ ਬੇਨਤੀ ਆ ਵੀ ਇਹ ਸਾਰੇ ਕਾਂਡ ਦੀ, ਇਹ ਸਾਰੀ ਰਣਜੀਤ ਸਿੰਘ ਦੀ ਪ੍ਰਾਪਰਟੀ, ਇਹਨੇ 1200 ਕਰੋੜ ਤੋਂ ਵੱਧ ਦੀ ਪ੍ਰਾਪਰਟੀ ਬਣਾਈ ਆ। ਨਜਾਇਜ਼ ਡਰੱਗ ਮਨੀ ਤੇ ਨਜਾਇਜ਼ ਲੋਕਾਂ ਨੂੰ ਪਰੇਸ਼ਾਨ ਕਰਕੇ ਲੋਕਾਂ ਦੀਆਂ ਪ੍ਰਾਪਰਟੀਆਂ ਖੋਹ ਕੇ। ਪਰ ਚਰਨ ਸਿੰਘ ਜੀ ਇੱਕ ਚੀਜ਼ ਦੱਸੋ, ਤੁਸੀਂ 1200 ਕਰੋੜ ਦੀ ਜਿਹੜੀ ਪ੍ਰਾਪਰਟੀ ਦਾ ਜ਼ਿਕਰ ਕਰਦੇ ਪਏ, ਸਵਾਲ ਮੈਂ ਉਹਨਾਂ ਨੂੰ ਕੀਤਾ ਸੀਗਾ, ਉਹ ਕਹਿੰਦੇ ਕਿ ਅਸੀਂ ਸਾਡਾ ਪਿੱਛੋਂ ਦੀ ਇੱਕ ਚੰਗਾ ਬਿਜ਼ਨਸ ਸੈਟਲਡ ਹੈਗਾ, ਇਹ ਜੋ ਵੀ ਮੇਰੀ ਪ੍ਰਾਪਰਟੀ ਹੈ, ਜੋ ਵੀ ਮੇਰੇ ਨਾਲ ਗੱਡੀਆਂ ਤੁਸੀਂ ਦੇਖਦੇ ਪਏ ਹੋ, ਜੋ ਵੀ ਮੇਰੇ ਘਰ ਬਣੇ ਹੈਗੇ ਆ, ਉਹ ਮੈਂ ਆਪਣੇ ਬਿਜ਼ਨਸ ਤੋਂ ਕਮਾਇਆ ਔਰ ਉਹਦੇ ਦੇ ਨਾਲ ਉਹਦੇ ਸਿਰ ਦੇ ਉੱਤੇ ਮੈਂ ਚੱਲਦਾ ਪਿਆ। ਪਰ ਤੁਸੀਂ ਕਹਿੰਦੇ ਹੈਗੇ ਹੋ ਕਿ ਇਹ ਡਰੱਗ ਰੈਕਟ ਚਲਾਇਆ ਜਾ ਰਿਹਾ ਔਰ ਤੁਸੀਂ ਤਾਂ ਨਾਲ ਰਹੇ ਹੋ, ਤੁਸੀਂ ਤਾਂ ਨਾਲ ਰਹੇ ਹੋ। ਪਿੱਛੋਂ ਕੀ ਬਿਜ਼ਨਸ ਰਿਹਾ ਇਹਨਾਂ ਦਾ? ਔਰ ਤੁਹਾਨੂੰ ਲੱਗਦਾ ਇਹਨਾਂ ਦੇ ਫਾਦਰ ਦੀ ਤਕਰੀਬਨ 2.5 ਤੋਂ 3 ਕਿੱਲੇ ਜ਼ਮੀਨ ਸੀ। 2005 ਤੋਂ ਪਹਿਲਾਂ ਇਹਦੇ ਕੋਲ ਕੋਈ ਵੱਡੀ ਪ੍ਰਾਪਰਟੀ ਨਹੀਂ ਸੀ। 2007-8 ਤੋਂ ਇਹਨੇ ਪ੍ਰਾਪਰਟੀ ਦਾ ਕਾਰੋਬਾਰ ਵੀ ਕੀਤਾ ਤੇ ਨਾਲ ਹੀ ਡਰੱਗ ਸਮਗਲਿੰਗ ਦਾ ਕਾਰੋਬਾਰ ਕੀਤਾ। ਉਸ ਦੌਰਾਨ ਇਹ ਸਾਰੀ ਜਾਇਦਾਦ ਇਹਨੇ ਬਣਾਈਆਂ। ਅਸੀਂ ਤਾਂ ਜਿੱਦਾਂ ਉਹ ਕਹਿ ਰਿਹਾ ਵਾ ਕਿ ਮੇਰੀ ਜਾਂਚ ਹੋਵੇ, ਅਸੀਂ ਤਾਂ ਬਾਰ-ਬਾਰ ਇਹ ਕਹਿੰਦੇ ਕਿ ਅਸੀਂ ਤਾਂ ਹਾਈ ਕੋਰਟ 'ਚ ਰਿਟ ਪਾਈ ਆ, ਤਾਂ ਉੱਥੇ ਆਣ ਕੇ ਕਬਾਲੀਆ ਬਿਆਨ ਦੇਵੇ ਵੀ ਵਾਕਿਆ NIA ਜਾਂ CBI ਦੀ ਜਾਂਚ ਕਰ ਦੇਵੇ। ਅਸੀਂ ਇਹ ਕਹਿੰਦੇ ਕਿ ਜੇ ਉਹ ਵਾਕਿਆ ਹੀ ਇੰਨਾ ਦਲੇਰ ਆ ਰਣਜੀਤ ਸਿੰਘ, ਤਾਂ ਫਿਰ ਉਹਨੂੰ ਚਾਹੀਦਾ ਕਿ ਸਾਡੀ ਜਿਹੜੀਆਂ ਰਿਟਾਂ ਪਾਈਆਂ ਹੋਈਆਂ ਉਹਦੇ ਵਿੱਚ ਆਣ ਕੇ ਆਪਦੇ ਵਕੀਲ ਦੇ ਰਾਹੀਂ ਖੜ ਕੇ ਆਪਦੀ ਜਾਂਚ ਕਰਾਉਣ ਲਈ ਸਹਿਮਤੀ ਦੇਵੇ। ਠੀਕ ਹੈ। ਸੋ ਸਟੂਡੀਓ ਦੇ ਵਿੱਚ ਤੁਸੀਂ ਸੁਣ ਰਹੇ ਸੀਗੇ ਚਰਨ ਸਿੰਘ ਮੌਜੂਦ ਸੀ, ਵਾਸੂ ਪਾਠਕ ਮੌਜੂਦ ਸੀ ਔਰ ਤੀਰਥ ਸਿੰਘ। ਜਿਸ ਤਰੀਕੇ ਦੇ ਨਾਲ ਜੀਤੇ ਮੋੜ ਦੇ ਨਾਲ ਅਸੀਂ ਪਹਿਲਾਂ ਇੱਕ ਇੰਟਰਵਿਊ ਕੀਤੀ ਸੀਗੀ ਔਰ ਜੀਤੇ ਮੋੜ ਨੇ ਸਾਫ਼ ਤੌਰ ਤੇ ਵਾਸੂ ਪਾਠਕ ਤੇ ਚਰਨ ਸਿੰਘ ਜੀ ਹੋਰਾਂ ਦੇ ਉੱਤੇ ਇਲਜ਼ਾਮ ਲਗਾਏ ਸੀ, ਦੋਸ਼ ਮੜੇ ਸੀ ਕਿ ਇਹ ਸਭ ਲੋਕ ਮਿਲ ਕੇ ਬਲੈਕਮੇਲ ਕਰ ਰਹੇ ਆ ਔਰ ਠੱਗਣ ਦੀ ਕੋਸ਼ਿਸ਼ ਕਰ ਰਹੇ ਆ। ਉਹਨਾਂ ਸਵਾਲਾਂ ਦੇ ਜਵਾਬ ਲੈਣ ਦੀ ਕੋਸ਼ਿਸ਼ ਕੀਤੀ ਹੈ ਵਾਸੂ ਪਾਠਕ ਤੇ ਚਰਨ ਸਿੰਘ ਜੀ ਹੋਰਾਂ ਦੇ ਕੋਲੋਂ। ਇੰਟਰਵਿਊ ਕਿਸ ਤਰੀਕੇ ਦੇ ਨਾਲ ਲੱਗੀ ਹੈ ਤੁਹਾਨੂੰ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸਣਾ ਤੇ ਇਸ ਨੂੰ ਜ਼ਰੂਰ ਅੱਗੇ ਸ਼ੇਅਰ ਕਰ ਦੇਣਾ। ਮੈਨੂੰ ਦਿਓ ਇਜਾਜ਼ਤ, ਰੱਬ ਖੈਰ ਕਰੇ।